खालसा वाहिगुरू जी की फतेह। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ, ਕਿਉਂਕਿ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਪੰਜਾਬ ਜਾਂ ਭਾਰਤ ਦੀ ਧਰਤੀ ਤੇ ਪਿਛਲੇ ਅਨੇਕਾਂ ਮਹੀਨਿਆਂ ਤੋਂ, ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਸੀ ਅੰਦੋਲਨ ਕਿਸਾਨਾਂ ਦਾ, ਤੇ ਉਹ ਮੁੜ ਕੇ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਗਿਆ, ਜਿੱਥੇ ਉਹਨਾਂ ਨੂੰ ਸ਼ਾਂਤਮਈ ਬੈਠਿਆਂ ਨੂੰ ਤਕਰੀਬਨ 11 ਮਹੀਨੇ ਦੇ ਲਗਭਗ ਸਮਾਂ ਹੋ ਗਿਆ। ਲੇਕਿਨ ਤੁਸੀਂ ਸਾਰਿਆਂ ਨੇ ਵੇਖਿਆ, ਸਾਰਿਆਂ ਨੇ ਸੁਣਿਆ, ਮੀਡੀਆ ਰਾਹੀਂ, ਹੋਰ ਯਾਰਾਂ ਦੋਸਤਾਂ ਰਾਹੀਂ ਜਾਂ ਫੋਨਾਂ ਰਾਹੀਂ ਜਾਂ ਪੇਪਰਾਂ 'ਚ ਪੜ੍ਹਿਆ ਤੁਸੀਂ ਕਿ ਕਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜੋ ਇੱਕ ਹਲਕਾ ਹੈ, ਇਲਾਕਾ ਹੈ, ਉਸ ਏਰੀਏ ਦੇ ਵਿੱਚ ਰਾਜ ਗ੍ਰਹਿ ਮੰਤਰੀ ਨੇ ਜਿੱਥੇ ਆਪਦੇ ਪਿੰਡ ਜਾਣਾ ਸੀ, ਉੱਥੇ ਕਿਸਾਨਾਂ ਵੱਲੋਂ ਉਹਦਾ ਘਿਰਾਓ ਕੀਤਾ ਜਾਣਾ ਸੀ। ਲੇਕਿਨ ਉਹਦੇ ਬੇਟੇ ਨੇ, ਉਹਦੇ ਡਰਾਈਵਰ ਨੇ, ਉਹਨਾਂ ਦੇ ਨਾਲ ਬੀਜੇਪੀ ਦੇ ਹੋਰ ਵਰਕਰਾਂ ਨੇ ਕਿਸ ਤਰ੍ਹਾਂ ਦਰਿੰਦਗੀ ਦਾ ਨੰਗਾ ਨਾਚ ਕੀਤਾ, ਜਿਸ ਨੂੰ ਬਿਆਨ ਕਰਨਾ ਬੜਾ ਔਖਾ। ਲੇਕਿਨ ਸਦਕੇ ਜਾਈਏ ਬੀਜੇਪੀ ਦੇ ਆਗੂਆਂ ਦੇ, ਜੋ ਹਜੇ ਵੀ ਉਹਨਾਂ ਦੀ ਸਪੋਰਟ ਕਰੀ ਜਾਂਦੇ ਨੇ। ਜਿੱਥੇ 4 ਕਿਸਾਨਾਂ ਨੂੰ ਗੱਡੀਆਂ ਦੇ ਨਾਲ ਦਦੜ ਕੇ ਸ਼ਹੀਦ ਕਰ ਦਿੱਤਾ ਗਿਆ। ਜੋ ਸਰਵੇ ਦੀ ਰਿਪੋਰਟ ਆਈ, ਜੋ ਪੋਸਟਮਾਰਟਮ ਦੀ ਰਿਪੋਰਟ ਆਈ, ਕਿਸੇ ਦੇ ਕੋਈ ਗੋਲੀ ਨਹੀਂ ਲੱਗੀ, ਕਿਸੇ ਦਾ ਕੋਈ ਗਲ ਨਹੀਂ ਘੁੱਟ ਹੋਇਆ, ਸਿਰਫ ਤੇ ਸਿਰਫ ਘਸੀਟ ਕੇ ਉਹਨਾਂ ਦੀ ਮੌਤ ਹੋਈ, ਜਾਂ ਉਹਨਾਂ ਦੀ ਮੌਤ ਗੱਡੀਆਂ ਥੱਲੇ ਕੁਚਲ ਦੇਣ ਦੇ ਕਰਕੇ ਹੋਈ। ਤੁਸੀਂ ਵੱਖ-ਵੱਖ ਵੀਡੀਓ ਵੇਖੀਆਂ ਹੋਣਗੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਨ੍ਹਾਂ ਨੇ ਲਖੀਮਪੁਰ ਖੀਰੀ ਵੱਲ ਨੂੰ ਵਹੀਰਾਂ ਘੱਤੀਆਂ, ਕਿਸ ਤਰ੍ਹਾਂ ਉਹਨਾਂ ਨੂੰ ਯੂਪੀ ਦੇ ਬਾਰਡਰਾਂ ਤੇ ਜਾਂ ਜਿੱਥੇ ਵੀ ਕੋਈ ਸੀਗਾ, ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਬਾਹਰ ਕਿਸੇ ਵੀ ਪਾਰਟੀ ਦਾ ਕੋਈ ਆਗੂ ਹੋਵੇ, ਉਹਨਾਂ ਨੂੰ ਉੱਥੇ ਹੀ ਨਜ਼ਰਬੰਦ ਕਰ ਦਿੱਤਾ ਗਿਆ, ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਾਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਬੰਦ ਕਰਕੇ ਬਾਹਰ ਪੁਲਿਸ ਇੰਨੀ ਖੜੀ ਕਰ ਦਿੱਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕੇ। ਜੇ ਕਿਸੇ ਸੂਬੇ ਦਾ ਕੋਈ ਮੁੱਖ ਮੰਤਰੀ ਲਖਨਊ ਆਣ ਕੇ ਉਤਰਿਆ ਤੇ ਉਹਨੂੰ ਉੱਥੇ ਹੀ ਜਾਂ ਪਿੱਛੇ ਨੂੰ ਮੋੜ ਦਿੱਤਾ ਗਿਆ, ਜਾਂ ਉਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਜੇ ਇਹ ਗੱਲ ਆਖੀ ਜਾਵੇ, ਇਸ ਤਰ੍ਹਾਂ ਦਾ ਜ਼ੁਲਮ ਤੇ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਨਹੀਂ ਸੀ ਹੋਇਆ ਕਰਦਾ। ਲੇਕਿਨ ਜਿਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਬੀਜੇਪੀ ਵਾਲੇ ਕਰ ਰਹੇ ਨੇ, ਜੋ ਬੀਜੇਪੀ ਵਾਲੇ ਤੁਹਾਨੂੰ ਜਲੀਲ ਕਰ ਰਹੇ ਨੇ ਕਿ ਕਿਸਾਨਾਂ ਦਾ ਮੋਰਚਾ, ਇਸ ਨੂੰ ਤਾਰ ਪੀਡੋ ਕੀਤਾ ਜਾਵੇ, ਇਹਦੇ ਵਿੱਚ ਹਿੰਸਾ ਪੈਦਾ ਕੀਤੀ ਜਾਵੇ, ਜਾਂ ਕਿ ਲੜਾਈ ਝਗੜੇ ਹੋਣ, ਅਤੇ ਉੱਥੇ ਅਸੀਂ ਇਸ ਮੋਰਚੇ ਨੂੰ ਫੇਲ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰੀਏ, ਕਿਉਂਕਿ ਉਹਨਾਂ ਨੇ ਆਪਣੇ ਅਵਾਨੀ ਤੇ ਅਡਾਨੀ ਗਰੁੱਪ ਨੂੰ, ਜੋ ਜਿਨ੍ਹਾਂ ਨੇ ਜ਼ਮੀਨਾਂ ਦੇ ਉੱਤੇ ਤੁਹਾਡੀਆਂ ਤੇ ਕਬਜ਼ੇ ਕਰਨ ਦੀ ਇੱਕ ਥਾਣੀ ਹੋਈ ਹੈ, ਉਹਨਾਂ ਦੇ ਲਈ ਜੋ ਬੀਜੇਪੀ ਸਰਕਾਰ, ਜੋ ਮੋਦੀ ਸਰਕਾਰ ਕੰਮ ਕਰ ਰਹੀ ਹੈ, ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਆਪੋ ਆਪਣੇ ਘਰਾਂ ਤੋਂ ਮੇਰੇ ਨਾਲ ਜੁੜੇ ਨੇ ਕਾਂਗਰਸ ਪਾਰਟੀ ਦੇ ਉੱਚ ਕੋਟੀ ਦੇ ਆਗੂ ਸਰਦਾਰ ਬਲਵੀਰ ਸਿੰਘ ਜੀ ਮੰਡੇਰ ਅਤੇ ਉੱਘੇ ਸਮਾਜ ਸੇਵੀ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ, ਜੋ ਹਰ ਮਹੀਨੇ ਆਪਣੇ ਪਿੰਡ ਜਿੱਥੇ ਗਰੀਬਾਂ ਨੂੰ ਰਾਸ਼ਨ ਪਾਣੀ ਮੁਹੱਈਆ ਕਰਦੇ ਨੇ, ਜਿੱਥੇ ਮੈਨੂੰ ਵੀ ਸਮਾਂ ਮਿਲਿਆ ਕਿ ਪਿਛਲੇ ਮਹੀਨੇ ਜਾ ਕੇ ਇਹਨਾਂ ਦੇ ਪਿੰਡ ਉਹ ਗਰੀਬਾਂ ਨੂੰ ਜੋ ਰਾਸ਼ਨ ਪਾਣੀ ਸੀ ਇਹਨਾਂ ਵੱਲੋਂ ਦਿੱਤਾ ਜਾਂਦਾ, ਉਹਨਾਂ ਦੇ ਸਪੁਰਦ ਕਰਨ ਦਾ। ਸੋ ਮੈਂ ਇਹਨਾਂ ਦੋਨਾਂ ਵੀਰਾਂ ਦਾ ਅਤੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਮਾਂ ਕੱਢ ਕੇ ਸਿੱਖ ਚੈਨਲ ਦੇ ਸਟੂਡੀਓ ਰਾਹੀਂ ਅੱਜ ਜੁੜ ਕੇ ਕੋਸ਼ਿਸ਼ ਕੀਤੀ। ਮੈਂ ਦੋਨਾਂ ਨੂੰ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡੇਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਜੋ ਲਖੀਮਪੁਰ ਖੀਰੀ ਵਿੱਚ ਹੋਇਆ, ਕਿ ਜਿਸ ਨੂੰ ਕਿਸ ਤਰ੍ਹਾਂ ਇੱਕ ਕਾਰ ਨਾਲ ਕੁਚਲ ਕੇ ਇੱਕ ਵਿਧਾਇਕ ਦੇ, ਇੱਕ ਮਿਨਿਸਟਰ ਦੇ, ਜੋ ਰਾਜ ਮੰਤਰੀ ਹੈ, ਗ੍ਰਹਿ ਮੰਤਰੀ ਹੈ ਕੇਂਦਰ ਦੇ ਵਿੱਚ, ਰਾਜਾਂ ਦਾ ਗ੍ਰਹਿ ਮੰਤਰੀ, ਉਹਦੇ ਮੁੰਡੇ ਨੇ ਗੱਡੀ ਵਿੱਚ ਖੁਦ ਬੈਠ ਕੇ ਇਹੋ ਜਿਹੀ ਕਾਰਨਾਮਾ ਕੀਤਾ, ਕਿਸਾਨਾਂ ਨੂੰ ਕੁਚਲ ਕੇ 4 ਕਿਸਾਨਾਂ ਨੂੰ ਸ਼ਹੀਦ ਕਰਤਾ। ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਚੈਨਲ ਦੇ ਸਾਰੇ ਸਰੋਤ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਹ ਜੋ ਕੁਛ ਵੀ ਇਸ ਵੇਲੇ ਹੋ ਰਿਹਾ, ਸਾਰੀ ਪਬਲਿਕ ਦੇ ਸਾਹਮਣੇ ਹੋ ਰਿਹਾ, ਇਹਦੇ ਵਿੱਚ ਕੋਈ ਵੀ ਕਹਿਣ ਵਾਲੀ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ। ਇਦੋਂ ਵੱਡੀ ਕੋਈ ਸ਼ਰਮਨਾਕ ਗੱਲ ਮੈਂ ਤੇ ਸਮਝਦਾ ਕਿ ਨਹੀਂ ਹੋ ਸਕਦੀ। ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਵਾਸੀ ਹਾਂ, ਆਜ਼ਾਦ ਮੁਲਕ ਦੇ ਵਾਸੀ ਹਾਂ, ਪਰ ਕੀ ਇਹ ਆਜ਼ਾਦੀ ਇਸ ਤਰ੍ਹਾਂ ਹੁੰਦੀ ਹੈ? ਇੱਕ ਪਾਸੇ ਆਪਾਂ ਕਹਿੰਦੇ ਕਿ ਸਾਡਾ ਦੇਸ਼ ਜਿਹੜਾ ਇੱਕ ਲੋਕਤੰਤਰ ਰਾਜ ਹੈ, ਪਰ ਇਹ ਲੋਕਤੰਤਰ ਛੱਡ ਕੇ ਇਹ ਤਾਂ ਜਿੱਦਾਂ ਕਹਿੰਦੇ ਵੀ ਇਦੋਂ ਭੈੜਾ ਰਾਜ ਕੋਈ ਹੋ ਹੀ ਨਹੀਂ ਸਕਦਾ।
ਜਿਸ ਤਰ੍ਹਾਂ ਉਹਨਾਂ ਬਿਲਕੁਲ ਨੇ ਬਿਲਕੁਲ ਬੇਰਹਿਮੀ ਦੇ ਨਾਲ, ਬਿਲਕੁਲ ਬੇਪਰਵਾਹੇ ਹੋ ਕੇ, ਉਹਨਾਂ ਨੂੰ ਕੋਈ ਡਰ ਨਹੀਂ, ਕਿਸੇ ਦਾ ਡਰ ਨਹੀਂ ਵੀ ਜੇ ਅਸੀਂ ਆਹ ਕਰੇ ਲੱਗੇ ਆ ਤੇ ਸਾਡੇ ਨਾਲ ਕੀ ਹੋਊਗੀ। ਇੰਨੀ ਡਿਕਟੇਟਰਸ਼ਿਪ ਇਹ ਬੀਜੇਪੀ ਵਾਲਿਆਂ ਨੇ ਜਾਂ ਮੋਦੀ ਸਰਕਾਰ ਨੇ ਤਾਂ ਬਿਲਕੁਲ ਹੀ ਜਿੱਦਾਂ ਕਹਿੰਦੇ ਹੱਦਾਂ ਹੀ ਪਾਰ ਕਰ ਦਿੱਤੀਆਂ। ਪਰ ਹਾਂਜੀ ਆਪਣੇ ਵੀ ਸਾਰੇ ਆਪਾਂ ਸਾਰੇ ਸੁਣਦੇ ਹਾਂ, ਜੋ ਵੀ ਸਾਡੀ ਹੁਣ ਕਾਂਗਰਸ ਸਰਕਾਰ ਹੈਗੀ ਇਸ ਵੇਲੇ, ਸਾਰੇ ਬੜਾ ਇਸ ਗੱਲ ਨੂੰ ਮਹਿਸੂਸ ਕਰ ਰਹੇ ਆ। ਤੇ ਸਾਡੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬੜੀਆਂ ਆਸਾਂ ਆ ਉਹਦੇ ਉੱਤੇ ਵੀ ਉਹ ਕੀ ਕਰੂਗੇ, ਕਿਸ ਤਰ੍ਹਾਂ ਦੇਸ਼ ਨੂੰ ਚਲਾਉਗੇ। ਪਰ ਗੱਲ ਤਾਂ ਇਹ ਹੈ ਵੀ ਹਰ ਕੰਮ ਲਈ ਟਾਈਮ ਚਾਹੀਦਾ। ਕੁਛ ਹਾਂਜੀ ਉਹਨਾਂ ਨੂੰ ਮੌਕਾ ਮਿਲੂਗਾ, ਸੁਧਾਰ ਕਰੂਗੇ, ਪਰ ਪਤਾ ਨਹੀਂ ਜਿਸ ਦਿਨ ਦੇ ਵੀ ਇਹ ਉਸਲ ਬੱਟੇ ਹੋਏ ਆ। ਹਾਲਾਂਕਿ ਨਾਲੇ ਹਾਂਜੀ ਆਪਣੇ ਨਵਜੋਤ ਸਿੰਘ ਸਿੱਧੂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਲਿਆਉਣਾ ਵਾ, ਪੰਜਾਬ ਨੂੰ ਮੁੜ ਕੇ ਖੜਾ ਕਰਨਾ। ਪਰ ਗੱਲ ਤੇ ਇਹ ਨਾਲ ਪਬਲਿਕ ਦਾ ਸਾਥ ਵੀ ਚਾਹੀਦਾ। ਪਰ ਜਿਹੜੀਆਂ ਇਹ ਸਰਕਾਰ ਹੈ, ਬਿਲਕੁਲ ਜਿੱਦਾਂ ਮੋਦੀ ਸਰਕਾਰ ਹੈ, ਪਹਿਲਾਂ ਜੇ ਇਹ ਤੋਂ ਪਿੱਛਾ ਛੁੱਟੂਗਾ ਤੇ ਫੇਰ ਹੀ ਗਾਂ ਕੋਈ ਦੂਸਰਾ ਬੰਦਾ ਕੁਝ ਕਰੂਗਾ। ਕਿਉਂਕਿ ਮੋਦੀ ਸਰਕਾਰ ਨੇ ਤਾਂ ਇਸ ਵੇਲੇ ਬਿਲਕੁਲ ਹੀ, ਜਿੱਦਾਂ ਮੋਦੀ ਨੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸਾਨੂੰ ਬੜੀ ਆਪ ਸ਼ਰਮ ਆਉਂਦੀ ਹੈ ਵੀ ਅਸੀਂ ਉਹਦੇ ਬਾਰੇ ਏਦਾਂ ਮੰਦੀਆਂ ਗੱਲਾਂ, ਜੇ ਚੰਗੀਆਂ ਗੱਲਾਂ ਕਰਦੇ ਆ ਤਾਂ ਠੀਕ ਹੈ, ਜੇ ਮੰਦੀਆਂ ਗੱਲਾਂ ਕਰਦੇ ਆ ਤਾਂ ਚੰਗਾ ਨਹੀਂ ਲੱਗਦਾ। ਪਰ ਕੀ ਕਰੋਗੇ ਬਿਲਕੁਲ ਜਦੋਂ ਬਿਲਕੁਲ ਕਹਿੰਦੇ ਪਾਣੀ ਸਿਰ ਦੇ ਉੱਪਰ ਦੀ ਲੰਘ ਜਾਂਦਾ, ਤੇ ਫਿਰ ਤੇ ਉਹੀ ਜਿੱਦਾਂ ਹੂੰ ਆਪਣੇ ਪੰਜਾਬੀਆਂ ਦੀ ਵੀ ਸਿਆੜਿਆਂ ਦੀ ਪੁਰਾਣੀ ਕਹਾਵਤ ਹੈ ਵੀ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ, ਚਾਹੇ ਉਹਨੂੰ ਜਿੰਨਾ ਮਰਜ਼ੀ ਨਲਪੀ ਦੇ ਵਿੱਚ ਪਾ ਕੇ ਭਾਵੇਂ 12-12 ਸਾਲ ਵੀ ਰੱਖਿਆ, ਪਰ ਉਹ ਫਿਰ ਵੀ ਉਹ ਵਿੰਗੀ ਦੀ ਵਿੰਗੀ ਰਹੀ। ਇਹ ਸਾਡੇ ਪ੍ਰਧਾਨ ਮੰਤਰੀ ਦਾ ਹਾਲ ਤੇ ਹੁਣ ਇਹੀ ਹੋਇਆ ਹੈ ਕਿ ਬਿਲਕੁਲ ਹੀ ਹਾਂਜੀ ਜਿੱਦਾਂ ਕਹਿੰਦੇ ਸ਼ਰਮ ਲਾ ਲਈ ਹੈ। ਕੋਈ ਲੋਕਤੰਤਰ ਨਹੀਂ ਹੈਗਾ, ਇਹ ਤੇ ਡਿਕਟੇਟਰਸ਼ਿਪ ਇਸ ਵੇਲੇ ਚੱਲ ਰਹੀ ਹੈ। ਜੋ ਵੀ ਬਿਲਕੁਲ ਉਹਨੂੰ ਉਹਦੇ ਮਨ ਚਿੱਤ ਵਿੱਚ ਵੀ ਨਹੀਂ ਆਉਂਦਾ, ਉਹਦੇ ਖਿਆਲ ਵਿੱਚ ਵੀ ਨਹੀਂ ਆਉਂਦਾ ਕਿ ਕਿਸਾਨ ਵੀਰਾਂ ਨਾਲ ਸਾਲ ਹੋ ਚੱਲਿਆ ਵੀ ਕਿੰਨੇ ਜ਼ੁਲਮ ਹੋਏ ਆ, ਕਿੰਨੀਆਂ ਜਾਨਾਂ ਗਈਆਂ, ਵੀ ਮੈਂ ਕੁਛ ਤੇ ਸ਼ਰਮ ਕਰਾਂ। ਹਾਂਜੀ, ਪਰ ਹੁਣ ਆਹ ਬਿਲਕੁਲ ਦੇਖ ਲਓ ਬਿਲਕੁਲ ਜਿਹੜਾ ਹਾਦਸਾ ਹੋਇਆ ਹੁਣ, ਜਿਹੜਾ ਹੋਇਆ, ਇਹਨੇ ਤੇ ਅੰਤ ਹੀ ਲਿਆ ਦਿੱਤਾ। ਪਰ ਜਿੱਦਾਂ ਕਹਿੰਦੇ ਜੈਸੀ ਕਰਨੀ ਤੈਸੀ ਭਰਨੀ, ਇੱਕ ਦਿਨ ਜ਼ਰੂਰ ਆਊਗਾ, ਇਹਨੂੰ ਇਹਦਾ ਸਬਕ ਮਿਲੂਗਾ। ਤੇ ਮੈਂ ਪ੍ਰਮਾਤਮਾ ਅੱਗੇ ਇਹ ਆਸ ਕਰਦਾ ਵੀ ਪ੍ਰਮਾਤਮਾ ਇਹੋ ਜਿਹੇ ਇਨਸਾਨ ਨੂੰ ਥੋੜੀ ਬੁੱਧੀ ਦੇ, ਮੱਤ ਦੇ, ਤਾਂ ਕਿ ਸਾਡਾ ਹਾਂਜੀ ਜਿਹੜਾ ਦੇਸ਼ ਆ ਇਹ ਬਰਬਾਦੀ ਤੋਂ ਬਚ ਸਕੇ। ਬਿਲਕੁਲ ਮੈਂ ਰਿਣੀ ਆ ਤੁਹਾਡਾ ਮੰਡੇਰ ਸਾਹਿਬ ਕਿ ਤੁਸੀਂ ਬੜਾ ਵਿਸਤਾਰ ਸਹਿਤ ਦੱਸਿਆ। ਰੰਧਾਵਾ ਸਾਹਿਬ, ਜਿਸ ਤਰ੍ਹਾਂ ਤੁਸੀਂ ਵੀ ਬੜਾ ਦੇਖਿਆ ਤੇ ਸੁਣਿਆ ਹੈ, ਮੀਡੀਆ ਰਾਹੀਂ ਵੀ ਵੇਖਿਆ ਕਿ ਕਿਸ ਤਰ੍ਹਾਂ ਇੱਕ ਮਿਨਿਸਟਰ ਦੇ ਮੁੰਡੇ ਨੇ ਆਪ ਨਾਲ ਬੈਠ ਕੇ ਗਾਲਾਂ, ਲੋਕਾਂ ਨੇ ਜਿਹੜੀਆਂ ਵੀਡੀਓ ਦੇਖੀਆਂ ਉਹਦੇ 'ਚ ਗਾਲਾਂ ਕੱਢਦੇ ਵੀ ਉਹ ਸੁਣਦੇ ਆ ਕਿ ਇਨਕੋ ਕੁਚਲ ਡਾਲੋ, ਇਨਕੋ ਮਾਰ ਡਾਲੋ, ਐਸੇ ਕਰ ਦੋ, ਵੈਸੇ ਕਰ ਦੋ, ਹਿੰਦੀ 'ਚ ਜੋ ਵੀ ਉਹ ਕਹਿੰਦੇ। ਲੇਕਿਨ ਜਿਹੜੀ ਇਹ ਚੀਜ਼ ਹੋਈ ਆ, ਕਿ ਇਹਦੇ ਨਾਲ ਮੋਦੀ ਸਰਕਾਰ ਕਿਉਂ ਫੇਰ ਵੀ ਆਪਣੇ ਮਿਨਿਸਟਰ ਦਾ ਪੱਖ ਲਈ ਜਾਂਦੀ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਲਿਹਾਰ ਸਿੰਘ ਜੀ, ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੱਲ ਇਦਾਂ ਆ ਭਈ ਬਲਿਹਾਰ ਸਿੰਘ ਜੀ, ਹੁਣ ਮਿਨਿਸਟਰ ਤਾਂ ਉਹਨੂੰ ਕਹੋ ਹੀ ਨਾ, ਉਹ ਤਾਂ ਹੁਣ ਬਦਮਾਸ਼ ਆ ਇੱਕ ਕਿਸਮ ਦਾ। ਉਹਦਾ ਤੁਸੀਂ ਤਿੰਨ ਆਹੋ ਚਾਰ ਦਿਨ ਇਹ ਤੋਂ ਪਹਿਲਾਂ 2 ਹਫ਼ਤੇ ਪਹਿਲਾਂ ਇੱਕ ਮੈਂ ਇਹਦੀ ਵੀਡੀਓ ਸੁਣੀ ਸੀ, ਜਦੋਂ ਇਹਨੇ ਕਿਸੇ ਹਾਲ ਦੇ ਵਿੱਚ ਮੀਟਿੰਗ ਕੀਤੀ ਆਪਣੇ ਬੰਦਿਆਂ ਦੀ। ਇਹਨੇ ਕਿਹਾ ਅਸੀਂ ਇਹਨਾਂ ਨੂੰ, ਕਿਸਾਨਾਂ ਨੂੰ ਸਬਕ ਸਿਖਾ ਦਿਆਂਗੇ, ਵੀ ਜੇ ਇਹ ਨਾ ਹੂੰ ਇੱਥੋਂ ਜਾਣਗੇ ਅਸੀਂ ਇਹਨਾਂ ਨੂੰ ਕੁਚਲ ਦਿਆਂਗੇ। ਉਹਦੇ ਮੁੰਡੇ ਨੇ ਉਹੀ ਕਰਕੇ ਦਿਖਾ ਦਿੱਤਾ, ਕਿਉਂਕਿ ਇਹ ਬਿਲਕੁਲ ਗੁੰਡੇ ਆ, ਬਿਲਕੁਲ ਯੂਪੀ ਦੇ ਗੁੰਡੇ ਆ। ਇਹ ਜੋ ਇਹਨਾਂ ਨੇ ਮੋਦੀ ਨੇ, ਜਿੰਨੇ ਵੀ ਮੋਦੀ ਦੇ ਇਸ ਵੇਲੇ ਇਹਨੇ ਬਹਾਲੇ ਆ ਦਿੱਲੀ ਦੇ ਵਿੱਚ, ਉਹ ਸਾਰੇ ਗੁੰਡੇ ਹੀ ਆ। ਕਿਉਂਕਿ ਤੁਸੀਂ ਦੇਖੋ, ਕਿਸਾਨਾਂ ਦੇ ਉੱਤੇ ਪਹਿਲਾਂ ਇਹਨਾਂ ਨੇ ਲਾਠੀ ਚਾਰਜ ਕੀਤੇ ਜਾ ਜਾ ਕੇ ਰਾਤਾਂ ਨੂੰ। ਫਿਰ ਇਹਨਾਂ ਆਪਣੇ ਜਿਹੜੀਆਂ ਬੀਬੀਆਂ ਆਪਣੀਆਂ ਸੀ, ਉਹਨਾਂ ਦੇ ਤੰਬੂਆਂ ਦੇ ਵਿੱਚ ਜਾ ਕੇ ਬੜੇ, ਫਿਰ ਤੰਬੂਆਂ ਨੂੰ ਅੱਗਾਂ ਲਾਈਆਂ। ਇਹ ਸਾਰੇ ਗੁੰਡਾ ਹਾਂਜੀ ਰਾਜ ਹੀ ਆ। ਤਾਂ ਹੋਰ ਇਹ ਕੀ ਆ? ਦੱਸੋ ਮੈਨੂੰ, ਦੱਸੋ ਬਈ। ਮਾੜੀ ਮੋਟੀ ਇਨਸਾਨੀਅਤ ਦੀ ਗੱਲ ਹੈ ਹੀ ਨਹੀਂ। ਭਈ ਕਿਸਾਨ ਵੀਰ ਘੱਟ ਤੋਂ ਘੱਟ ਤੁਸੀਂ ਲਾਓ 5 ਮਹੀਨੇ ਇਹ ਪੰਜਾਬ 'ਚ ਬੈਠੇ ਰਹੇ, ਤੇ 11ਵਾਂ 12ਵਾਂ ਮਹੀਨਾ ਇੱਥੇ ਹੋ ਗਿਆ, 1.5 ਸਾਲ ਤੋਂ ਉੱਤੇ ਹੋ ਚੱਲਿਆ। ਇਹਨਾਂ ਨੇ ਮੋਦੀ ਦੇ ਹਲੇ ਕੰਨ ਤੇ ਕੋਈ ਜੂੰ ਨਹੀਂ ਸਰਕੀ। ਤੋਮਰ ਕਹਿੰਦਾ ਬਿਲਕੁਲ ਮੈਂ ਤੋਮਰ ਕਹਿੰਦਾ ਮੇਰੇ ਨਾਲ ਗੱਲ ਨਹੀਂ ਕਰਦੇ। ਗੱਲ ਕਰਨ ਨੂੰ ਕਿਸਾਨ ਕਹਿੰਦੇ ਤੁਸੀਂ ਆਓ ਉਸ ਗੱਲ ਤੇ ਜਿਹੜੀ ਅਸੀਂ ਕਹਿੰਦੇ ਆ, ਉਹ ਗੱਲ ਇਹ ਮੰਨਣ ਨੂੰ ਤਿਆਰ ਨਹੀਂ। ਤੁਸੀਂ ਦੇਖੋ ਬਈ, ਹੂੰ ਜਿੱਦਾਂ ਇਹਨਾਂ ਨੇ ਕੱਲ ਗੱਡੀਆਂ ਚਾੜੀਆਂ, ਬਲਿਹਾਰ ਸਿੰਘ ਜੀ, ਇੱਕ ਬਜ਼ੁਰਗ ਬੰਦੇ ਦੇ ਪਹਿਲਾਂ ਗੱਡੀ ਲੱਗੀ ਆਣ ਕੇ ਵਿੱਚ, ਉਹ ਐਨ ਉੱਤੇ ਸ਼ੋਅ ਉੱਤੇ ਮੋਹਰੇ ਬੋਰਨਟ ਦੇ ਉੱਤੇ ਚੜ੍ਹ ਕੇ ਫੇਰ ਜਾ ਕੇ ਪਰੇ ਡਿੱਗਿਆ, ਫੇਰ ਉੱਤੋਂ ਦੀ ਗੱਡੀ ਲੰਘਾਤੀ। ਫਿਰ
ਇਦਾਂ ਦੀਆਂ ਗੱਲਾਂ ਜਿਹੜੀਆਂ ਇਹ ਘਿਨਾਉਣੀਆਂ ਇਹ ਕਾਰਵਾਈਆਂ ਕਰਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ। ਬਲਿਹਾਰ ਸਿੰਘ ਜੀ, ਇਹਨਾਂ ਦੀਆਂ ਗੱਡੀਆਂ ਦੇ ਵਿੱਚ ਮੈਂ ਅੱਜ ਸਵੇਰੇ ਉੱਥੇ ਦੇ ਬੰਦੇ ਜਿਹੜੇ ਲੋਕਲ ਬੰਦੇ ਸੀ, ਉਹ ਮੀਡੀਆ ਦੇ ਮੂਹਰੇ ਹੋ ਕੇ ਉਹ ਦੱਸ ਰਹੇ ਸੀ ਵੀ ਇੱਥੇ ਇਹਨਾਂ ਨੇ ਕੀਤਾ ਕੀ ਆ। ਉਹ ਕਹਿੰਦੇ ਭਈ ਗੱਡੀਆਂ ਭਰੀਆਂ ਆਈਆਂ, ਇਹਨਾਂ ਨੇ ਸਾਰਨ ਉਹ ਲਾ ਲੈ ਜਿਹੜੇ ਆ ਸਾਰਮ ਵੱਜਦੇ ਹੁੰਦੇ ਆ, ਤੇ ਬੰਦਿਆਂ ਦੇ ਉੱਤੇ ਉਦਾਂ ਹੀ ਚਾੜ ਦਿੱਤੀਆਂ। ਇਹ ਇੰਨੀ ਗੱਡੀਆਂ ਸਪੀਡ ਦੇ ਵਿੱਚ ਸੀ ਵੀ ਇੱਕ ਵਿਚਾਲੇ ਬੱਸ, ਪਬਲਿਕ ਬੱਸ ਆ ਗਈ, ਜਿਹੜੀ ਬੱਸ ਨੂੰ ਇਹ ਬਚਾਉਂਦੇ ਬਚਾਉਂਦੇ ਦੋ ਗੱਡੀਆਂ ਸਾਈਡਾਂ ਨੂੰ ਪਲਟੀਆਂ। ਜਿਹੜੀਆਂ ਇੱਕ ਗੱਡੀ ਦੇ ਵਿੱਚੋਂ ਉਹ ਮੰਤਰੀ ਦਾ ਮੁੰਡਾ ਨਿਕਲ ਕੇ ਕਮਾਦੀ ਦੇ ਖੇਤ 'ਚ ਵੜ ਗਿਆ ਔਰ ਗੋਲੀਆਂ ਚਲਾਉਂਦਾ ਰਿਹਾ, ਕਮਾਦੀ ਵਿੱਚ ਵੀ ਜਾ ਕੇ ਗੋਲੀਆਂ ਚਲਾਉਂਦਾ ਰਿਹਾ। ਫਿਰ ਉਹਨੂੰ ਪੁਲਿਸ ਨੇ ਆੜ ਦੇ ਕੇ, ਆਪਣੀ ਓਟ ਦੇ ਕੇ ਉਹਨੂੰ ਉੱਥੋਂ ਕੱਢਿਆ। ਤੁਸੀਂ ਦੇਖੋ ਭਈ ਇੰਨਾ ਧੱਕਾ ਕਿਸਾਨਾਂ ਤੇ। ਤਾਂ ਉਹਦਾ ਮੰਤਰੀ, ਉਹਦਾ ਪੇ ਜਿਹੜਾ, ਉਹ ਪਤਾ ਕੀ ਬਿਆਨ ਦੇਣ ਡਿਆ ਅਖਬਾਰ ਦੇ ਵਿੱਚ, ਜਿਹੜੇ 4-5 ਬੰਦੇ ਮਰੇ ਆ ਜੀ, ਇਹ ਸਾਡੇ ਬੀਜੇਪੀ ਦੇ ਮਾਰ ਦਿੱਤੇ ਇਹਨਾਂ ਨੇ, ਕਿਸਾਨਾਂ ਨੇ ਕੁੱਟ-ਕੁੱਟ ਕੇ। ਦੱਸੋ, ਉਹ ਕਿਸਾਨਾਂ ਦੇ ਨਾਲ ਦੇ ਬੰਦੇ ਤਾਂ ਉਹ ਆਪਣੇ ਨਾਂ ਤੇ ਲਿਖਾਉਣ ਡਿਆ ਵੀ ਸਾਡੇ ਬੰਦੇ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੇ। ਤੁਸੀਂ ਦੱਸੋ ਵੀ ਕਿਸਾਨਾਂ ਦੇ ਕੋਲ ਕਿਹੜੀ ਗੋਲੀ ਸੀ? ਉਹਨਾਂ ਗੱਡੀਆਂ ਦੇ ਵਿੱਚ ਬਰੂਦ ਸੀ ਬਲਿਹਾਰ ਸਿੰਘ ਜੀ, ਅਸਲਾ ਸੀ ਔਰ ਪੈਟਰੋਲ ਬੰਬ ਕਹਿੰਦੇ ਬਣਾ ਕੇ ਰੱਖਿਓ ਸੀ। ਜਦੋਂ ਗੱਡੀਆਂ ਪਲਟੀਆਂ, ਉਹਨਾਂ ਗੱਡੀਆਂ ਨੂੰ ਅੱਗਾਂ ਉਹ ਨਾਲ ਲੱਗੀਆਂ, ਨਾ ਕਿ ਕਿਸਾਨਾਂ ਨੇ ਲਾਈਆਂ, ਨਾ ਕਿਸਾਨਾਂ ਨੇ ਕੋਈ ਕੁੱਟਿਆ। ਕਿਸਾਨਾਂ ਨੇ ਇੱਕ ਮੁੰਡਾ ਫੜਿਆ ਸੀ, ਉਹਨੂੰ ਪੁੱਛਦੇ ਸੀ ਵੀ ਤੈਨੂੰ ਕਹਿ ਭੇਜਿਆ ਕੀ ਆ। ਉਹ ਬੰਦਾ ਦੱਸਦਾ ਤਾਂ ਹੈ ਨਾ ਸੀ, ਪਰ ਉਹ ਕਹਿੰਦਾ ਮੈਂ ਇਹ ਮੁੰਡਾ ਮੈਨੂੰ ਨਾਲ ਲੈ ਕੇ ਆ ਗਿਆ ਜੀ, ਇਦਾਂ। ਉਹ ਰੋਂਦਾ ਸੀ, ਉਹ ਵੀ ਜਿੱਦਾਂ ਬੰਦਾ ਫੜਿਆ ਹੋਵੇ, ਇੰਨੇ ਬੰਦਿਆਂ ਦੇ ਵਿੱਚ ਤਾਂ ਉਹਨੂੰ ਕਰਨਾ ਕੀ ਸੀ। ਇਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ। ਦੇਖੋ, ਬੜੀ ਘਿਨਾਉਣੀ ਜਿਹੜੀ ਇਹਨਾਂ ਨੇ ਇੰਨੀ ਗੰਦੀ ਹਰਕਤ ਕੀਤੀ ਆ। ਇਹ ਲੋਕਤੰਤਰ ਥੋੜੀ ਰਹਿ ਗਿਆ ਬਲਿਹਾਰ ਸਿੰਘ ਜੀ। ਇਹ ਤਾਂ ਲੋਕਤੰਤਰ ਤਾਂ ਉਹ ਹੁੰਦਾ ਆ ਵੀ ਤੁਹਾਨੂੰ ਕਿਸੇ ਨੂੰ ਦੁੱਖ ਤਕਲੀਫ ਆ, ਮੇਰੀ ਸੰਗਤ ਨੂੰ ਜਾਂ ਜਨਤਾ ਨੂੰ, ਮੇਰੇ ਦੇਸ਼ ਦੀ ਨੂੰ, ਤੁਸੀਂ ਉਹਨਾਂ ਦਾ ਜਾ ਕੇ ਦੁੱਖ ਸੁਣੋ। ਉਹਦੇ ਲਈ ਪ੍ਰਧਾਨ ਮੰਤਰੀ ਚੁਣਿਆ ਜਾਂਦਾ। ਇਹ ਤਾਂ ਪ੍ਰਧਾਨ ਮੰਤਰੀ ਗੁੰਡਾਗਰਦੀ ਤੇ ਉਤਰਿਆ। ਹੁਣ ਤੁਸੀਂ ਦੇਖੋ, ਇਦਾਂ ਨਹੀਂ ਕਿਸਾਨਾਂ ਨੇ ਡਰਨਾ। ਉਹਨਾਂ ਨੇ ਬੜਾ ਕੁਛ ਕੀਤਾ ਉੱਥੇ ਜਾ ਕੇ, ਬੜਾ ਘਰਾਓ ਕੀਤਾ। ਹਜੇ ਵੀ ਉਹ ਕਹਿੰਦੇ ਜਿੱਦਣ ਇਹਨਾਂ ਦੇ ਦਾਗ ਹੋਣੇ ਆ, ਜੇ ਉਦਣ ਤੱਕ ਇਹਨਾਂ ਨੇ ਸਾਨੂੰ ਐਨ ਸਾਰੇ ਪ੍ਰੂਫ ਚੰਗੀ ਤਰ੍ਹਾਂ ਨਾ ਸਹਿਮਤੀ ਕੀਤੀ, ਤੇ ਅਸੀਂ ਉਦੋਂ ਤੋਂ ਵੀ ਫੇਰ ਕੋਈ ਵੱਡਾ ਐਕਸ਼ਨ ਵੀ ਲੈ ਸਕਦੇ ਹਾਂ। ਬਿਲਕੁਲ ਬਿਲਕੁਲ। ਨਹੀਂ, ਰੰਧਾਵਾ ਸਾਹਿਬ, ਜਿੱਦਾਂ ਤੁਸੀਂ ਵੀ ਦੱਸਿਆ, ਗੱਲ ਕੀਤੀ ਆ, ਲੇਕਿਨ ਜਿਹੜਾ ਉਹਨੇ ਬਜ਼ੁਰਗ ਦੇ ਪਹਿਲਾਂ ਗੱਡੀ ਲੱਗੀ ਆ, ਜਿੱਥੇ ਤੱਕ ਜਿਹੜੀ ਵੀਡੀਓ ਹੁਣ ਇੱਕ ਨਵੀਂ ਵੀਡੀਓ ਵਾਇਰਲ ਹੋਈ ਆ, ਉਹ ਕਹਿੰਦੇ ਉਹਨੇ ਰਿਵਰਸ ਕਰਕੇ ਉਹਨਾਂ 'ਚ ਬੁੜੇ 'ਚ ਬਜ਼ੁਰਗ 'ਚ ਗੱਡੀ ਮਾਰੀ, ਤੇ ਬਜ਼ੁਰਗ ਪਿੱਛੋਂ ਗੱਡੀ ਦੇ ਉੱਪਰ ਦੀ ਮੋਹਰੇ ਬੋਨਟ ਤੇ ਆ ਕੇ ਡਿੱਗਾ ਵਿਚਾਰਾ। ਫਿਰ ਉਹਦੀ ਜਦੋਂ ਮੋਹਰੇ ਡਿੱਗਾ, ਫਿਰ ਉਹਦੇ ਉੱਪਰ ਦੀ ਗੱਡੀ ਨੇ ਨਗਾਈ ਆ। ਇਸ ਤਰ੍ਹਾਂ ਜੇ ਚਾਰ ਜਿਹੜੇ ਕਿਸਾਨ, ਜਿੱਦਾਂ ਮੀਡੀਆ ਵਾਲੇ ਕਹਿੰਦੇ, ਜਿਹੜਾ ਦਿੱਲੀ ਮੋਦੀ ਮੀਡੀਆ, ਉਹ ਕਹਿੰਦਾ ਕਿ ਚਾਰ ਕਿਸਾਨ ਮਾਰੇ ਗਏ, 3 ਬੀਜੇਪੀ ਦੇ ਵਿਧਾਇਕ ਜਿਹੜੇ ਵਰਕਰ ਸੀ ਉਹ ਮਾਰੇ ਗਏ, ਇੱਕ ਉਹਨਾਂ ਦਾ ਮੁੰਡੇ ਦਾ ਡਰਾਈਵਰ ਮਾਰਿਆ ਗਿਆ। ਹੁਣ ਉਹ ਡਰਾਈਵਰ ਨੂੰ ਪੁੱਛੇ, ਜਾਂ ਤੂੰ ਲੋਕਾਂ ਤੋਂ ਗੱਡੀਆਂ ਲੰਘਾਉਣਾ, ਤੈਨੂੰ ਵੀ ਤਾਂ ਰੱਬ ਨੇ ਸਜ਼ਾ ਦੇਣੀ ਸੀ। ਮੰਡੇਰ ਸਾਹਿਬ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਯੋਗੀ ਸਰਕਾਰ ਨੇ ਕੱਲੇ ਜਿਹੜੇ 4 ਬੰਦੇ ਕਿਸਾਨ ਸ਼ਹੀਦ ਹੋਏ ਆ, ਉਹਨਾਂ ਦੇ ਨਾਂ ਦੇ ਵਿੱਚ 45 ਲੱਖ ਰੁਪਏ ਦਾ ਉਹਨਾਂ ਨੂੰ ਦੇਣ ਦਾ ਕੀਤਾ, ਤੇ ਇੱਕ ਨੌਕਰੀ ਕੀਤੀ। ਕੀ 45 ਲੱਖ ਨਾਲ ਕੋਈ ਬੰਦਾ ਵਾਪਸ ਆ ਜਾਂਦਾ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਨਸਾਨ ਦੀ ਤਾਂ ਕੋਈ ਕੀਮਤ ਹੀ ਨਹੀਂ, ਤੁਸੀਂ ਆਪਾਂ ਉਹਦਾ ਮੁੱਲ ਨਹੀਂ ਪਾ ਸਕਦੇ। ਸਪੈਸ਼ਲੀ ਜਦੋਂ ਇਹੋ ਜਿਹਾ ਸਿਚੁਏਸ਼ਨ ਦੇ ਵਿੱਚ ਇਨਸਾਨ ਦੀ ਡੈਥ ਹੁੰਦੀ ਹੈ। ਜਾਂ ਠੀਕ ਹੈ, ਮਰਨਾ ਹਰੇਕ ਨਾਲ ਨੇ, ਪਰ ਆਪੋ ਆਪਣੀ ਮੌਤ ਜਿੱਦਾਂ ਵੀ ਕੋਈ ਮਰਦਾ ਉਹ ਵੱਖਰੀ ਗੱਲ ਹੈ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਮਾਰਿਆ, ਮੈਂ ਤਾਂ ਇਸ ਦਾ ਮੁੱਲ ਨਹੀਂ ਪਾ ਸਕਦਾ। ਪਰ ਜਿੱਦਾਂ ਕਿਤੇ ਕਿਸੇ ਦੀ ਆਤਮਾ ਨੂੰ, ਜਿੱਦਾਂ ਜਾਂ ਉਹਦੇ ਜਿਹੜੇ ਪਰਿਵਾਰ ਆ, ਉਹਨਾਂ ਨੂੰ ਤਸੱਲੀ ਦੇਣ ਦੇ ਲਈ ਇਹ ਚੀਜ਼ਾਂ ਬਣਾਈਆਂ ਹੋਈਆਂ ਹੈਗੀਆਂ ਵੀ ਤਾਂ ਕਿ ਉਹਨਾਂ ਦੇ ਮਾਂ ਪਿਓ ਨੂੰ ਕੁਛ ਹੌਸਲਾ ਹੋ ਜਾਏ। 45 ਲੱਖ ਠੀਕ ਹੈ, ਅਤੇ ਪਰ ਜਿੱਦਾਂ ਮੈਂ ਕਿਹਾ ਵੀ ਇਹ ਤਾਂ ਚਲੋ ਇਹ ਕੋਈ ਵੱਡਾ ਇਸ਼ੂ ਨਹੀਂ ਹੈਗਾ। ਪਰ ਵੱਡਾ ਇਸ਼ੂ ਤਾਂ ਇਹ ਹੈ ਵੀ ਇੱਥੇ ਤੱਕ ਨੌਬਤ ਕਿਉਂ ਆਈ? ਪਹਿਲਾਂ ਕਿਉਂ ਇਹ ਜਿਹਾ ਰਵੱਈਆ ਨਹੀਂ ਵਰਤਿਆ? ਕਿਉਂਕਿ ਜੇ ਇਹਨਾਂ ਨੂੰ ਅੱਗੇ ਥੋੜ੍ਹਾ ਕਰ ਰਿਹਾ ਸੀ, ਕਿਉਂਕਿ ਇਹ ਕਰਦੇ ਤਾਂ ਰਹੀ ਹੈ ਕਿ ਇਹਨਾਂ ਨੂੰ ਪਤਾ ਵੀ ਕਿਸਾਨਾਂ ਨੇ ਬੜੀ ਸ਼ਾਂਤੀਪੂਰਵਕ ਧਰਨਾ ਕੱਢਿਆ, ਉਹਨੇ ਸਾਨੂੰ ਕੁਝ ਨਹੀਂ ਕਹਿਣਾ। ਜੇ ਉਹਨਾਂ ਨੂੰ ਪਤਾ ਹੋਵੇ ਨਾ ਵੀ ਮੋਹਰੇ ਵੀ ਇੱਦਾਂ ਜਿਹੜੇ ਬੈਠੇ ਆ ਉਹਨਾਂ ਨੇ ਵੀ ਆਹ ਕੁਛ ਕਰਨਾ, ਤੇ ਫਿਰ ਇਹੋ ਜਿਹੇ ਲੱਭਦੇ ਵੀ ਨਹੀਂ ਹੁੰਦੇ ਵੀ ਕਿੱਥੇ ਹੈਗੇ ਅਸੀਂ ਤੇ ਕਿੱਥੇ ਨਹੀਂ। ਪਰ ਗੱਲ ਤਾਂ ਇਹ ਵੀ ਜੇ ਆਪਾਂ ਸਾਰੇ ਹੀ ਇਹ ਕੰਮ ਕਰਨ ਲੱਗ ਪਈਏ ਤਾਂ ਫਿਰ ਹੋਰ ਵੀ ਮਤਲਬ, ਪਰ ਐਂਡ ਦੀ ਡੇ ਜੇ ਨਾ ਹੀ ਬੰਦੇ ਦੇ ਪੁੱਤ ਬਣੇ ਤਾਂ ਫਿਰ ਕੁਛ ਨਾ ਕੁਛ ਤਾਂ ਕਿਸਾਨਾਂ ਨੂੰ ਵੀ ਕਰਨਾ ਪਊਗਾ। ਮੰਡੇਰ ਸਾਹਿਬ, ਜਿੱਦਾਂ ਰੰਧਾਵਾ ਸਾਹਿਬ ਨੇ ਵਿੱਚ ਕਿਹਾ, ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਕਿ ਇਹਨਾਂ ਨੇ ਸਮੇਂ-ਸਮੇਂ ਤੇ ਦਿੱਲੀ ਬਾਰਡਰਾਂ ਤੇ, ਜਿੱਥੇ ਸਿੰਘੂ ਬਾਰਡਰ ਹੈ, ਟਿੱਕਰੀ ਬਾਰਡਰ ਹੈ, ਜਾਂ ਦੂਸਰੇ ਬਾਰਡਰ ਤੇ
ਜਿੱਥੇ ਕਿਸਾਨਾਂ ਨੇ ਮੋਰਚਾ ਸੰਭਾਲਿਆ ਹੋਇਆ, ਸ਼ਾਂਤਮਈ ਮੋਰਚਾ, ਜਿੱਥੇ ਬਹੁ ਗਿਣਤੀ 'ਚ ਨੌਜਵਾਨ ਉੱਥੇ ਬੈਠੇ ਨੇ, ਚਾਹੇ ਉਹ ਆਪਣੇ ਛੋਟੇ ਬੱਚੇ ਹੋਣ ਚਾਹੇ ਬੱਚੀਆਂ ਹੋਣ, ਉਹ ਬੈਠੇ। ਲੇਕਿਨ ਆਪਾਂ ਇੱਕ ਕਹਾਵਤ ਹੈ ਕਿ ਨੌਜਵਾਨਾਂ ਨੂੰ ਛੇਤੀ ਗੁੱਸਾ ਆ ਜਾਂਦਾ, ਸਿਆਣਾ ਬੰਦਾ 100 ਵਾਰੀ ਸੋਚਦਾ ਕਿ ਲੜਾਈ ਝਗੜੇ ਨਾਲੋਂ, ਲੇਕਿਨ ਉਹ ਨੌਜਵਾਨ ਵੀ ਪਿਛਲੇ 11-12 ਮਹੀਨੇ ਤੋਂ ਸ਼ਾਂਤਮਈ ਬੈਠੇ ਆ। ਉਹ ਲੋਕਾਂ ਨੂੰ ਇਹ ਗੱਲ ਕਹਿੰਦੇ ਕਿ ਆਪਾਂ ਸ਼ਾਂਤਮਈ ਰਹਿਣਾ, ਇੱਕ ਦੂਜੇ ਨਾਲ ਪਿਆਰ ਨਾਲ, ਇੱਕ ਦੂਜੇ ਨਾਲ ਭਾਈਚਾਰਕ ਸਾਂਝ ਨਾਲ ਬੈਠੇ ਆ। ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੇ ਫਿਰਕੇ ਦਾ, ਇਹ ਕਿਹੜੀ ਜਾਤ ਦਾ। ਉੱਥੇ ਹਰਿਆਣੇ ਦੇ ਜਾਟ ਵੀ ਬੈਠੇ ਨੇ, ਉੱਥੇ ਰਾਜਸਥਾਨ ਦੇ ਵੀ ਬੈਠੇ ਨੇ, ਉੱਥੇ ਯੂਪੀ ਦੇ ਵੀ ਬੈਠੇ ਨੇ, ਹੋਰ ਸੂਬਿਆਂ ਦੇ ਬੈਠੇ ਨੇ। ਲੇਕਿਨ ਇਹਨਾਂ ਨੇ ਸਮੇਂ-ਸਮੇਂ 'ਤੇ ਕਦੀ ਬੱਟੇ ਲਿਆ ਕੇ, ਕਦੀ ਟਰੱਕਾਂ 'ਚ ਲੱਦ ਕੇ ਲਿਆ ਕੇ ਪੱਥਰ ਉੱਥੇ ਉਹਨਾਂ ਦੇ ਮਾਰਨ ਦੀ ਕੋਸ਼ਿਸ਼ ਕੀਤੀ ਬੀਜੇਪੀ ਵਾਲਿਆਂ ਨੇ। ਕਦੀ ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਕਿ ਤੰਬੂਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਕਦੀ ਲੰਗਰਾਂ 'ਤੇ, ਕਦੀ ਰਾਤ ਨੂੰ ਆਣ ਕੇ ਚੋਰੀ ਛਿਪੇ ਕੁਛ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਉਹ ਪਹਿਰਾ ਦਿੰਦੇ ਉੱਥੇ ਨੌਜਵਾਨ ਕਰਕੇ। ਜਿਸ ਤਰ੍ਹਾਂ ਤੁਸੀਂ ਵੀ ਹੁਣ ਕਿਹਾ ਕਿ ਅਗਰ ਕਿਸਾਨਾਂ ਦਾ ਵੀ, ਕਿਉਂਕਿ ਕਿਸਾਨ, ਜੇ ਆਪਾਂ ਗੱਲ ਕੀਤੀ ਜਾਵੇ ਭਾਰਤ ਵਿੱਚ ਤਕਰੀਬਨ 70% ਜਿਹੜੇ ਖੇਤੀ ਨਾਲ ਸੰਬੰਧ ਰੱਖਦੇ, ਚਾਹੇ ਉਹ ਪੰਜਾਬ ਹੋਣ ਚਾਹੇ ਉਹ ਬਾਕੀ ਦੇ ਸੂਬੇ ਹੋਣ, ਅਗਰ ਕਿਸਾਨ ਹੀ ਇਹਨਾਂ ਦੇ ਵਿਰੋਧ 'ਚ ਉਤਰ ਕੇ ਆ ਗਿਆ ਵੱਖਰੇ ਪਿੰਡਾਂ 'ਚੋਂ, ਕੀ ਮੋਦੀ ਸਰਕਾਰ ਟਿਕ ਸਕੂਗੀ? ਆਪਣੇ ਮੰਡੇਰ ਸਾਹਿਬ। ਆਪਾਂ ਜੇ ਕਿਸਾਨਾਂ ਦੀ ਗੱਲ ਕਰਦੇ, ਕਿਸਾਨ ਤਾਂ ਵਿਚਾਰੇ ਕਰਦੇ, ਪਰ ਜਿਹੜੇ ਆਪਣੀ ਲੋਕ ਆਫਟਰ ਕਰਦੇ, ਜਾਂ ਆਪਣੇ ਫੌਜ ਲੈ ਲਓ ਜਾਂ ਪੁਲਿਸ ਲੈ ਲਓ ਜਾਂ ਕੁਛ ਵੀ ਲੈ ਲਓ, ਕੀ ਗੱਲ ਉਹਨਾਂ ਦੇ ਵਿੱਚ ਵੀ ਕਿਸਾਨਾਂ ਦੇ ਪੁੱਤ ਕੰਮ ਕਰਦੇ ਆ। ਉਹਨਾਂ ਨੂੰ ਵੀ ਹਿਰਖ ਹੁੰਦਾ, ਉਹਨਾਂ ਦੇ ਵੀ, ਉਹ ਵੀ ਚਾਹੁੰਦੇ ਆ ਵੀ ਸਾਡੇ ਮਾਪੇ ਧੱਕੇ ਖਾਣ ਲੱਗੇ ਆ ਇਸ ਉਮਰ ਦੇ ਵਿੱਚ ਆ ਕੇ। ਠੀਕ ਹੈ, ਮੈਂ ਮੰਨਦਾ ਕਾਨੂੰਨ ਸਾਰਾ ਕੁਛ ਹੈ, ਉਹ ਕਾਨੂੰਨ ਦੀ ਪਾਲਣਾ ਕਰਦੇ ਆ, ਪਰ ਕਿੰਨਾ ਕੁ ਚਿਰ ਤੁਸੀਂ ਜ਼ੁਲਮ ਸਹਿਲੋਗੇ? ਐਂਡ ਦੇ ਉੱਤੇ ਕਿਸੇ ਨਾ ਕਿਸੇ ਦਿਨ ਤਾਂ ਫਿਰ ਇਹ ਸਾਰਾ ਇਹਨਾਂ ਨੂੰ ਹਿਸਾਬ ਕਿਤਾਬ ਇਹਨਾਂ ਨੂੰ ਨਿਬੇੜਨਾ ਹੀ ਪਊਗਾ ਨਾ। ਪਰ ਕੋਸ਼ਿਸ਼ ਤਾਂ ਇਹੀ ਕਰਦੇ ਆ ਵੀ ਜਿੱਦਾਂ ਵੀ ਸੁਲਹ ਸਫਾਈ ਨਾਲ, ਜੇ ਮਤਲਬ ਨਾਲੇ ਲੜਾਈ ਕਿਹਦੇ ਨਾਲ ਆ? ਆਪਣੇ ਮੁਲਕ ਦੇ ਬੰਦੇ ਆ, ਇਹ ਵੀ ਆਪਾਂ ਵੀ ਆਪਣੇ ਮੁਲਕ ਦੇ ਬੰਦੇ ਆਪਸ ਵਿੱਚ ਹੀ ਲੜੀ ਜਾਂਦੇ। ਕਿ ਦੂਸਰਾ ਮੁਲਕ ਹੋਵੇ ਫਿਰ ਆਪਾਂ ਕਹੀਏ ਨਾ ਵੀ ਇਹ ਦੂਸਰਾ ਮੁਲਕ ਹੈ। ਇੱਕ ਸਾਡਾ ਆਪਣੇ ਪ੍ਰਧਾਨ ਮੰਤਰੀ ਨਹੀਂ ਸੁੱਟ ਆਉਂਦਾ ਕਿਸੇ ਤੋਂ, ਹੈ, ਪਰ ਉਹਦੇ ਦਿਮਾਗ ਵਿੱਚ ਪਤਾ ਨਹੀਂ ਕੀ ਹੈ। ਫਿਰ ਸਾਡਾ ਦਿਮਾਗ, ਹੁਣ ਕਹਿ ਮੂੰਹ ਸੌਰੀ ਵਿੱਚੋਂ ਗੱਲ ਨਿਕਲੇ, ਪਰ ਉਹਨੂੰ ਪਤਾ ਨਹੀਂ ਉਹਦਾ ਦਿਮਾਗ ਕਿੱਧਰ ਲੱਗਾ ਆ। ਉਹਨੂੰ ਦਿਸਦਾ ਹੀ ਨਹੀਂ ਇਹ ਗੱਲਾਂ। ਉਹ ਗੱਲ ਹੀ ਨਹੀਂ ਕਰਦੇ ਇਸ ਟੌਪਿਕ ਤੇ, ਕਦੀ ਬੋਲਦਾ ਹੀ ਨਹੀਂ ਇਸ ਟੌਪਿਕ ਤੇ ਵੀ ਲਓ ਜੀ ਹਾਂ ਮੈਂ ਗਲਤ ਆ ਇੱਥੇ ਜਾਂ ਕਿੱਦਾਂ ਜਾਂ ਇੱਦਾਂ ਨਹੀਂ ਇੱਦਾਂ ਗੱਲ। ਜੇ ਉਹਨੇ ਹੱਲ ਕਰਨਾ ਹੋਵੇ ਤੇ ਕੁਛ ਵੀ ਨਹੀਂ, ਜਿੱਦਾਂ ਕਹਿੰਦੇ ਚੰਦ ਕੋਈ ਘੰਟੇ ਦਾ ਕੰਮ ਵੀ ਨਹੀਂ ਹੈਗਾ ਉਹਦੇ ਲਈ ਸੋਟ ਆਊਟ ਕਰਨਾ ਸਾਰਾ ਕੁਛ ਹੈ। ਨਹੀਂ, ਜੇ ਹੁਣ ਦੇਖਿਆ ਜਾਵੇ ਤਾਂ ਮੰਡੇਰ ਸਾਹਿਬ, ਹੁਣ ਤੱਕ ਤਕਰੀਬਨ 150-200 ਤੋਂ ਉੱਪਰ ਜਿਹੜੇ ਕਿਸਾਨ ਸ਼ਹੀਦ ਹੋ ਗਏ ਜਦ ਦਾ ਮੋਰਚਾ ਸ਼ੁਰੂ ਹੋਇਆ। ਲੇਕਿਨ ਇੱਕ ਵਾਰੀ ਵੀ ਨਾ ਮੋਦੀ ਨੇ, ਨਾ ਤੋਮਰ ਨੇ, ਨਾ ਅਮਿਤ ਸ਼ਾਹ ਨੇ, ਨਾ ਰਾਜਨਾਥ ਨੇ ਜਾਂ ਕਿਸੇ ਹੋਰ ਨੇ, ਉਹ ਜਿਹੜੇ ਬੈਠੇ ਉੱਥੇ ਕੇਂਦਰ ਦੇ ਵਿੱਚ ਚਾਹੇ ਸੂਬਿਆਂ 'ਚ ਬੈਠੇ ਨੇ, ਕੀ ਉਹਨਾਂ ਵਿੱਚ ਕਿਸਾਨ ਨੇਗੇ? ਉਹ ਕਿਸਾਨੀ ਦੇ ਕਿੱਤੇ ਨਾਲ ਹੀ ਸੰਬੰਧਿਤ। ਕਿਸੇ ਨੇ ਅੱਜ ਤੱਕ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ। ਕਿਉਂ? ਕਿਸਾਨਾਂ ਦੀ ਕੋਈ ਆਪਣੀ ਜ਼ਿੰਦਗੀ ਨਹੀਂ? ਕਿਸਾਨ ਹਿਊਮਨ ਨੇਗੇ, ਉਹਨਾਂ ਦਾ ਵੀ ਬਣਦਾ ਰਾਈਟ, ਹਨਾ। ਲੇਕਿਨ ਰੰਧਾਵਾ ਸਾਹਿਬ ਤੁਹਾਡੇ, ਹਾਂਜੀ ਕਹਿ ਰਹੀ ਹੋ ਮੰਡੇਰ ਸਾਹਿਬ। ਮੈਂ ਕਹਿਣ ਲੱਗਾ ਸੀ, ਮੈਂ ਕਿਹਾ ਵੀ ਉਹ ਜੋ ਕੁਛ ਉਹ ਮੰਗਦੇ ਆ, ਉਹ ਕੋਈ ਅਨਸੈਸਰੀ ਨਹੀਂ ਮੰਗ ਰਹੇ। ਉਹ ਜਿਹੜਾ ਉਹਨਾਂ ਦਾ ਆਪਣਾ ਹੱਕ ਹੈ ਉਹੀ ਮੰਗਦੇ। ਹੁਣ ਤੁਸੀਂ ਆ, ਤੁਹਾਡੇ ਕੋਲ ਚਾਹੇ ਅੱਧਾ ਖੇਤ ਹੈ, ਇੱਕ ਖੇਤ ਹੈ ਜਾਂ 2 ਖੇਤ ਆ, ਇਹ ਜਿਹੜੀ ਜ਼ਮੀਨ ਆ ਇਹ ਇਨਸਾਨ ਦੀ, ਜਿੱਦਾਂ ਇਹਦੇ ਕਿਸਾਨਾਂ ਦੀ ਜੜ ਆ, ਹਨਾ। ਇਹ ਜ਼ਮੀਨਾਂ ਕਿਸਾਨਾਂ ਨੇ, ਬਾਹਲੇ ਕਿਸਾਨਾਂ ਨੇ ਇਹ ਜ਼ਮੀਨਾਂ ਆਪ ਖਰੀਦੀਆਂ ਵੀ ਨਹੀਂ। ਇਹ ਉਹਨਾਂ ਨੂੰ ਜਿੱਦਾਂ ਪਿੱਛੋਂ ਚਲੀਆਂ ਆਉਂਦੀਆਂ ਉਹਨਾਂ ਦੇ ਬਜ਼ੁਰਗਾਂ ਤੋਂ, ਉਹਨਾਂ ਗਾਹਾਂ ਬਾਬਿਆਂ ਤੋਂ, ਜੱਦੀ ਜ਼ਮੀਨਾਂ ਜਿੱਦਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਇੱਕ ਨਿਸ਼ਾਨੀ ਆ। ਨਿਸ਼ਾਨੀ ਆ। ਪਹਿਲੀ ਗੱਲ ਤਾਂ ਉਹਦੇ ਸੈਂਟੀਮੈਂਟਲੀ ਅਸੀਂ ਇਹ ਚੀਜ਼ ਨੂੰ ਨਹੀਂ ਦੇ ਸਕਦੇ, ਚਾਹੇ ਸਾਨੂੰ ਅਸੀਂ ਤੰਗ ਵੀ ਹੋਈਏ, ਅਸੀਂ ਫਿਰ ਵੀ ਉਹ ਜ਼ਮੀਨ ਨੂੰ ਨਹੀਂ। ਕੋਈ ਜੱਟ ਦੇਖਿਆ ਤੁਸੀਂ ਜਿਹੜਾ ਬਿਲਕੁਲ ਕੋਈ ਬਾਹਲਾ ਮਜਬੂਰ ਹੋ ਜਾਂਦਾ ਭਾਵੇਂ ਵੇਚੇ, ਨਹੀਂ ਤਾਂ ਕੋਈ ਜ਼ਿਮੀਂਦਾਰ ਆਪਣੀ ਜ਼ਮੀਨ ਵੇਚ ਕੇ ਰਾਜੀ ਨਹੀਂ ਹੁੰਦਾ। ਉਹ ਚਾਹੁੰਦਾ ਵੀ ਜਿੰਨਾ ਚਿਰ ਵੀ ਵੱਧ ਤੋਂ ਵੱਧ ਇਹ ਮੇਰੇ ਬਜ਼ੁਰਗਾਂ ਦੀ ਹੈਗੀ ਆ ਜਾਇਦਾਦ ਹੈਗੀ ਆ, ਮੈਂ ਇਹਨੂੰ ਗਾਂਹ ਆਪਣੇ ਪੁੱਤਾਂ ਨੂੰ ਦੇ ਕੇ ਜਾਵਾਂ, ਆਪਣੇ ਧੀਆਂ ਪੁੱਤਾਂ ਨੂੰ, ਤਾਂ ਕਿ ਉਹ ਵੀ ਗਾਂਹ ਇਹਦੇ, ਜਿੱਦਾਂ ਮੈਂ ਇਹਦੇ ਤੋਂ ਆਪਣਾ ਗੁਜ਼ਾਰਾ ਕਰਦਾ ਸੀ, ਉਹ ਵੀ ਇਹ ਤੋਂ ਆਪਣਾ ਗੁਜ਼ਾਰਾ ਕਰ। ਜੇ ਉਹ ਕਿਸਾਨ ਜਿੱਦਾਂ ਇਹ ਘੜੀ ਪਿੱਛੋਂ ਕਹਿ ਦਿੰਦੇ ਆ ਜੀ ਅਸੀਂ ਤਾਂ ਕਿਸਾਨਾਂ ਦੀ ਹੈਲਪ ਕਰਦੇ ਹਾਂ, ਤੇ ਤਾਂ ਕਿ ਛੋਟੇ ਖੇਤਾਂ 'ਚੋਂ ਕੁਛ ਬਚਦਾ ਨਹੀਂ, ਇਹਨੂੰ ਸਾਰੇ ਨੂੰ ਇਕੱਠੀ ਕਰਕੇ ਵੱਡੇ ਪਲਾਟ ਬਣਾ ਦਈਏ। ਪਰ ਜਦੋਂ ਜਿਹੜੀ ਜ਼ਮੀਨ ਆ, ਜਦੋਂ ਉਹ ਹੀ ਨਹੀਂ ਚਾਹੁੰਦਾ ਵੀ ਮੈਨੂੰ ਨਹੀਂ ਚਾਹੀਦੇ, ਅਸੀਂ ਨਹੀਂ ਲੈਣੇ ਪਲਾਟ ਪਲੂਟ, ਸਾਡੇ ਕੋਲ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ, ਸਾਡੇ ਕੋਲ ਉਹੀ ਬਸ ਰਹਿਣ ਦਿਓ, ਅਸੀਂ ਇਹਦੇ ਨਾਲ ਖੁਸ਼ ਹਾਂ। ਫਿਰ ਇਹਨਾਂ ਨੂੰ ਕੀ ਤਕਲੀਫ ਹੈ? ਇਹ ਕਿਉਂ ਮੁੜ ਕੇ ਪੰਗੇ ਲੈਂਦੇ ਆ ਵੀ ਨਹੀਂ ਜੀ ਤੁਸੀਂ ਇੱਦਾਂ ਨਹੀਂ, ਇਹ ਕਾਨੂੰਨ ਬਣਾ ਦਿੱਤੇ। ਕਾਨੂੰਨ ਕਾਹਦੇ ਲਈ ਬਣਾਏ? ਉਹ ਜਿਹਨਾਂ ਲਈ ਤੁਸੀਂ ਕਾਨੂੰਨ ਬਣਾਉਣੇ ਉਹ ਤਾਂ ਕਹਿੰਦੇ ਸਾਨੂੰ ਚਾਹੀਦੇ ਨਹੀਂ,
ਅਸੀਂ ਤਾਂ ਜਿੱਦਾਂ ਇਸ ਵੇਲੇ ਹੈਗੇ ਉਦਾਂ ਹੀ ਖੁਸ਼ ਆ। હવે ਧੱਕੇ ਨਾਲ ਹੁਣ ਤੁਸੀਂ ਕਿਸੇ ਦੇ ਕੋਲ ਇਦਾਂ ਚੀਜ਼ ਪੇਸ਼ ਕਰ ਸਕਦੇ। ਰੰਧਾਵਾ ਸਾਹਿਬ ਤੁਹਾਡੇ ਨਹੀਂ ਕੋਲੋਂ ਕਰ ਜਾਣਨਾ ਚਾਹੂੰਗਾ ਕਿ ਕਿਸਦਾਂ ਇੱਕ ਹੀ ਆਪਣੇ ਮੁਲਕ ਵਿੱਚ, ਆਪਣੇ ਦੇਸ਼ ਵਿੱਚ ਕਦੀ ਇਹ ਗੱਲ ਸੁਣੀ ਸੀਗੀ ਕਿ ਇੱਕ ਸੂਬੇ ਚੋਂ ਦੂਜੇ ਸੂਬੇ ਨੂੰ ਜਾਣਾ ਹੋਵੇ, ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੋਵੇ, ਇੱਕ ਸ਼ਹਿਰ ਤੋਂ ਇੱਕ ਸ਼ਹਿਰ ਨੂੰ ਜਾਣਾ ਹੋਵੇ ਤੇ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ, ਚਾਹੇ ਉਹ ਮੁੱਖ ਮੰਤਰੀ ਹੋਵੇ ਕਿਸੇ ਸੂਬੇ ਦਾ, ਚਾਹੇ ਕੋਈ ਵੱਡੇ ਤੋਂ ਵੱਡਾ ਲੀਡਰ ਹੋਵੇ, ਚਾਹੇ ਆਪੋਜੀਸ਼ਨ ਪਾਰਟੀ ਦਾ ਕੋਈ ਲੀਡਰ ਹੋਵੇ, ਚਾਹੇ ਕੋਈ ਸਮਾਜ ਸੇਵੀ ਹੋਵੇ। ਜੋ ਆ ਘਟਨਾ ਘੜੀ ਲਖੀਮਪੁਰ ਖੀਰੀ ਵਿੱਚ, ਉਹਦੇ ਲਈ ਹਰ ਇੱਕ ਪਾਰਟੀ ਦੇ ਨੁਮਾਇੰਦਿਆਂ ਨੂੰ ਦਿੱਲੀ ਦੇ ਬਾਰਡਰਾਂ ਤੇ ਜਾਂ ਯੂਪੀ ਦੇ ਬਾਰਡਰਾਂ ਦੇ ਸੌਰੀ ਜਾਂ ਯੂਪੀ ਦੇ ਵਿੱਚ ਲਖਨਊ ਸ਼ਹਿਰ ਦੇ ਉਹਨਾਂ ਨੂੰ ਉਤਰ ਕੇ ਜਾਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਇਹਦੇ ਬਾਰੇ ਜੋ ਗੁੰਡਾਗਰਦੀ ਹੋ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਰੰਧਾਵਾ ਸਾਹਿਬ? ਬਲਿਹਾਰ ਸਿੰਘ ਜੀ, ਇਹਨਾਂ ਦੀ ਬਖਲਾਹਟ ਆ, ਜਿਹੜੀ ਇਹ ਸਰਕਾਰ ਆ ਨਾ, ਇਹਨਾਂ ਦੀ ਬਖਲਾਹਟ ਆ ਇਹ ਤੁਸੀਂ ਦੇਖੋ। ਇਹਨਾਂ ਨੇ ਹੁਣ ਮੋਦੀ ਨੇ ਆਖਰੀ ਕਿੱਲ ਜਿਹੜਾ ਆਪਣੇ ਕੱਫਣ ਦੇ ਵਿੱਚ ਗੱਡ ਲਿਆ, ਜਦੋਂ ਹੁਣ ਇਹਨੇ ਕਿਸਾਨਾਂ ਦੇ ਉੱਤੇ ਗੱਡੀਆਂ ਚਾੜਤੀਆਂ ਸਿੱਧੇ ਤੌਰ ਤੇ, ਕਿਉਂਕਿ ਕਿਸਾਨਾਂ ਤੋਂ ਬਿਨਾ ਇਹਨਾਂ ਨੂੰ ਹੁਣ ਦੀਦੀ ਆ ਵੀ ਯੂਪੀ ਅਸੀਂ ਹਾਰਦੇ ਆ, ਪੰਜਾਬ 'ਚ ਸਾਡਾ ਉਦਾਂ ਨਿਕਲ ਨਹੀਂ ਦਿੰਦੇ ਲੀਡਰ, ਹਰਿਆਣੇ 'ਚ ਉਦਾਂ ਨਹੀਂ ਪੈਰ ਲੱਗਦਾ, ਬਾਕੀ ਸਾਰੇ ਸੂਬਿਆਂ 'ਚ ਤੁਸੀਂ ਲਾਓ, ਸਾਰੇ ਸੂਬਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿਸਾਨ ਜਿਹੜੇ ਆ ਪ੍ਰੋਟੈਸਟ ਕਰਨ ਰਹੇ ਹੋ ਆ। ਇਹ ਹੁਣ ਸੋਚਦੇ ਆ ਵੀ ਅੱਗੇ ਵਾਲੀ ਗੱਲ ਉਹ ਗੱਲ ਨਹੀਂ ਰਹਿਣੀ। ਇਹਨਾਂ ਨੇ ਇਹ ਸਾਰੀ ਇਹਨਾਂ ਦੀ ਬਖਲਾਟ ਆ। ਹੁਣ ਉਹ ਜਿਹੜਾ ਮੰਤਰੀ ਵੀ ਬੋਲਦਾ ਸੀ, ਉਹਦੀ ਵੀ ਇਹ ਬਖਲਾਟ ਹੀ ਬੋਲਦੀ ਸੀ ਵੀ ਮੈਂ ਇਦਾਂ ਕਰ ਦੂੰ। ਉਹ ਸਿਰਫ ਕਿਉਂਕਿ ਆਪਣੇ ਉਹ ਹਿੰਦੂ ਸਿੱਖ ਦਾ ਬਲਿਹਾਰ ਸਿੰਘ ਜੀ ਪਾੜਾ ਇਹ ਲੜਾਈ ਝਗੜ ਬਣਾਉਣੀ ਚਾਹੁੰਦੇ ਸੀ। ਆ ਜਿਹੜਾ ਇਹਨੇ ਕੀਤਾ ਕਿਉਂਕਿ ਲਖੀਮਪੁਰ ਖੀਰੀ ਬਰੇਲੀ ਏਰੀਆ, ਜਿਹੜਾ ਦੂਆ ਤਰਾਈ ਦਾ ਏਰੀਆ, ਉਹ ਸਾਰੇ ਆਪਣੇ ਪੰਜਾਬੀ ਬੈਠੇ ਆ ਉੱਥੇ ਜਾ ਕੇ, ਸਾਰੇ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਆ। ਇਸੇ ਕਰਕੇ ਉਹਨੇ ਉੱਥੇ ਤਦੇ ਇਹ ਬੋਲਦਾ ਸੀ ਵੀ ਮੈਂ ਇਹਨਾਂ ਨੂੰ ਦੱਸ ਦੂੰਗਾ, ਇਹਨਾਂ ਨੂੰ ਮੈਂ ਚੇਤੇ ਕਰਾ ਦੂੰਗਾ, ਇਹਨਾਂ ਨੂੰ ਮੈਂ ਇਦਾਂ ਕਰ ਦਊਂਗਾ, ਮੈਂ ਇਹਨਾਂ ਨੂੰ ਨਿਕਲ ਨਹੀਂ ਦਊਂਗਾ, ਦਰੜ ਦਊਂਗਾ। ਉਹਦੇ ਮੁੰਡੇ ਨੇ ਉਹਦੀਆਂ ਗੱਲਾਂ ਸੁਣ ਕੇ ਤਾਂ ਉਹਦੇ ਤੇ ਅਸਰ ਕਰਕੇ ਤਾਂ ਆਹ ਗੱਲਾਂ ਉਹਨੇ ਕੀਤੀਆਂ। ਉਹਨੂੰ ਮੁੰਡੇ ਨੂੰ ਪਤਾ ਨਹੀਂ ਤੇ ਪੰਜਾਬੀਆਂ ਨੇ 20 ਸਾਲ ਵੇਟ ਕਰਕੇ ਲੰਡਨ ਜਾਣ ਕੇ ਬਦਲਾ ਲੈ ਲਿਆ ਸੀ। ਇਹ ਪੰਜਾਬੀ ਆ, ਇਹਨਾਂ ਨਾਲ ਪੰਗਾ ਪਾਉਣ ਡਿਆ, ਤੂੰ ਇੱਥੇ ਯੂਪੀ 'ਚ ਬੈਠਾ, ਕਿੰਨੇ ਕੁ ਦਿਨ ਤੂੰ ਰਹਿ ਲਊਂਗਾ। ਇਹ ਗੱਲਾਂ ਜਿਹੜੀਆਂ ਇਹਨੂੰ ਭੁੱਲ ਜਾਣੀਆਂ ਚਾਹੀਦੀਆਂ। ਇਹ ਪੰਜਾਬੀਆਂ ਨਾਲ ਜਾਂ ਕਿਸਾਨਾਂ ਨਾਲ ਜਿਹੜਾ ਪੰਗਾ ਪਾਉਣ ਡਿਆ, ਕਿਸਾਨਾਂ ਨੂੰ ਇੱਕ ਪਾਸੇ ਤਾਂ ਤੁਸੀਂ ਅੰਨਦਾਤਾ ਕਹਿੰਦੇ ਆ, ਤੇ ਜਦੋਂ ਤੁਸੀਂ ਅੰਨਦਾਤਾ ਕਹਿੰਦੇ ਆ, ਜਦੋਂ ਰੋਟੀ ਤਾਂ ਮੋਦੀ ਵੀ ਖਾਂਦਾ ਤਾਂ ਇਹ ਮੰਤਰੀ ਵੀ ਖਾਂਦਾ, ਮੰਤਰੀ ਦਾ ਪ੍ਰਭਾਵ ਤੁਸੀਂ ਦੇਖੋ ਵੀ ਦੂਜੇ ਪਾਸੇ ਤੂੰ ਉਹਨਾਂ ਦੇ ਉੱਤੇ ਗੱਡੀਆਂ ਚੜਾਉਣ ਡਿਆ ਆ। ਇਹ ਅੰਨਦਾਤੇ ਨੂੰ ਤੂੰ ਹੁਣ ਕਿਹੜੇ ਹਿਸਾਬ ਨਾਲ ਵਰਤਣ ਡਿਆ ਆ? ਇਹ ਗੁੰਡਾਗਰਦੀ ਬਾਹਲਾ ਚੱਲ ਨਹੀਂ ਚੱਲਦੀ ਹੁੰਦੀ। ਆਉਣ ਵਾਲੇ ਸਮੇਂ ਲਈ ਇਹਨਾਂ ਦੇ ਸਾਹਮਣੇ ਸਾਰਾ ਕੁਝ ਆ ਜਾਣਾ। ਦੇਖਿਓ ਸਹੀ ਤੁਸੀਂ ਇੱਥੇ ਹੀ ਆ 2022 ਵਾਲੀ ਇਲੈਕਸ਼ਨ 'ਚ ਦੇਖ ਲਿਓ ਬਲਿਹਾਰ ਸਿੰਘ ਜੀ, ਇਹਨਾਂ ਦਾ ਕੀ ਬਣਨਾ ਬੀਜੇਪੀ ਦਾ। ਬਿਲਕੁਲ ਬਿਲਕੁਲ। ਨਹੀਂ, ਦੂਸਰੀ ਗੱਲ ਜਿੱਦਾਂ ਰੰਧਾਵਾ ਸਾਹਿਬ ਤੁਸੀਂ ਦੱਸਿਆ ਕਿ ਇਹਨਾਂ ਦੀ ਬਖਲਾਟ, ਉਹ ਤਾਂ ਦਿਸਦੀ ਆ ਕਿ ਬਖਲਾਟ ਹੈਗੀ ਆ, ਲੇਕਿਨ ਜਿਸ ਤਰ੍ਹਾਂ ਹੁਣ ਪੰਜਾਬ ਦੀ ਧਰਤੀ ਤੇ ਬੀਜੇਪੀ ਦੇ ਕਿਸੇ ਲੀਡਰ ਨੂੰ ਬਾਹਰ ਤੱਕ ਨਹੀਂ ਜਾਣ ਦਿੱਤਾ ਜਾਂਦਾ। ਆਪਾਂ ਦੇਖਿਆ ਕਿੰਨੇ ਲੀਡਰਾਂ ਦੀਆਂ ਹੁਣ ਤੇ ਕਿਸਾਨ ਜਥੇਬੰਦੀਆਂ ਦੇ ਨੌਜਵਾਨਾਂ ਨੇ ਜਾਂ ਉਹਨਾਂ ਦੇ ਨਾਲ ਦੇ ਵਰਕਰਾਂ ਨੇ ਇੱਥੋਂ ਤੱਕ ਉਹਨਾਂ ਦੇ ਕੱਪੜੇ ਪਾੜ ਕੇ ਨੰਗਿਆਂ ਤੱਕ ਉਹਨਾਂ ਨੂੰ ਕਰ ਦਿੱਤਾ। ਇਹ ਹਾਲ ਬਿਹਾਰ ਵਿੱਚ ਵੀ ਹੋਇਆ, ਇਹ ਹਾਲ ਹੋਰ ਸੂਬਿਆਂ 'ਚ ਵੀ ਹੋ ਰਿਹਾ। ਸਾਰੀਆਂ ਆਪੋਜੀਸ਼ਨ ਪਾਰਟੀਆਂ, ਸਾਰੀਆਂ, ਕੱਲੀ ਬੀਜੇਪੀ ਤੋਂ ਛੁੱਟ ਹਰ ਇੱਕ ਪਾਰਟੀ ਅੱਜ ਦੀ ਡੇਟ ਵਿੱਚ ਬੀਜੇਪੀ ਦਾ ਵਿਰੋਧ ਕਰ ਰਹੀ ਆ, ਕਿਸਾਨਾਂ ਦੇ ਹੱਕ 'ਚ ਖੜੀ ਆ। ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਨਾ ਤਾਂ ਹੁਣ ਦੀ ਤੋਮਰ ਨੇ ਕਿਹਾ ਕਿ ਆਪਾਂ ਬੈਠ ਕੇ ਗੱਲ ਕਰ ਲੈਂਦੇ। ਮੰਡੇਰ ਸਾਹਿਬ ਜਿੱਦਾਂ ਪਹਿਲਾਂ 11 ਦੌਰ ਦੀ ਗੱਲ ਹੋਈ ਸੀ, 11 ਦੌਰਾਂ ਵਿੱਚ ਗੱਲ ਹੋਈ, ਲੇਕਿਨ ਉਹ ਕਿਸੇ ਬੰਨੇ ਨਹੀਂ ਲੱਗੀ। ਉਸ ਤੋਂ ਬਾਅਦ ਇਹਨੀ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਗਰ ਇਸੇ ਤਰ੍ਹਾਂ ਚੱਲਦਾ ਰਿਹਾ, ਅੱਜ ਇੱਕ ਬੀਜੇਪੀ ਦੇ ਇੱਕ ਵਿਧਾਇਕ ਦੇ ਮੁੰਡੇ ਨੇ ਉਹਦਾ ਸਿਰ ਫਿਰ ਗਿਆ, ਉਹਨੇ ਇਸ ਤਰ੍ਹਾਂ ਗੱਡੀਆਂ ਲਿਆ ਕੇ ਉੱਤੇ ਚਾੜਤੀਆਂ। ਕੱਲ ਨੂੰ ਇਦਾਂ ਦੇ ਇਹਨਾਂ ਕੋਲ ਗੁੰਡੇ ਹੋ ਰਹਿ ਗਏ ਆ। ਕੱਲ ਨੂੰ ਇਹ ਬਾਰਡਰਾਂ ਤੇ ਆਣ ਕੇ, ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਆਣ ਕੇ ਇਸ ਤਰ੍ਹਾਂ ਕਰਨੀਆਂ। ਕੀ ਉਹਨਾਂ ਨਾਲ ਪੰਜਾਬ ਜਾਂ ਭਾਰਤ ਦੇ ਹਾਲਾਤ ਖਰਾਬ ਨਹੀਂ ਹੋਣਗੇ ਮੰਡੇਰ ਸਾਹਿਬ? ਜ਼ਰੂਰ ਹੋਣਗੇ। ਇਹ ਗੁੰਡੇ ਹੈਗੇ ਕਿ ਇਹ ਹੈ ਹੀ ਗੁੰਡਿਆਂ ਦੀ ਸਰਕਾਰ। ਮੈਨੂੰ ਤਾਂ ਲੱਗਦਾ ਇਹਨਾਂ 'ਚ ਕੋਈ ਕੰਮ ਦਾ ਤਾਂ ਕੋਈ ਬੰਦਾ ਮੈਂ ਦੇਖਿਆ ਨਹੀਂ ਹਾਲੇ ਤੱਕ। ਜਿੰਨੇ ਵੀ ਸਭ ਡਿਕਟੇਟਰ ਹੀ ਹੈ। ਕੋਈ ਆਪਾਂ ਕਹਿੰਦੇ ਨੇ ਵੀ ਇਹਦੇ ਵਿੱਚ ਰਿਪਬਲਿਕ ਦਾ ਰਾਜ ਨਹੀਂ ਇਸ ਵੇਲੇ ਹੈਗਾ, ਇਹ ਡਿਕਟੇਟਰਸ਼ਿਪ ਚੱਲ ਰਹੀ ਹੈ ਇਸ ਵੇਲੇ। ਇੱਕ ਬੰਦੇ ਦੇ ਕਹੇ ਤੇ ਜੋ ਕੁਛ ਹੋਣਾ ਸਾਰਾ ਕੁਛ ਹੋ ਹੀ ਜਾਂਦਾ। ਪਰ ਇੱਦਾਂ ਦੇ ਜਿਹੜੇ ਕੰਮ ਹੁੰਦੇ ਬਾਹਲੀ ਚਿਰ ਨਹੀਂ ਹੁੰਦੇ। ਇੱਦਾਂ ਕੋਈ ਨਾ ਕੋਈ ਦਿਨ ਆ ਜਾਊਗਾ ਤੇ ਫਿਰ ਜਿੱਦਾਂ ਕਹਿੰਦੇ ਅੱਤ ਖੁਦਾ ਤੇ ਅੱਤ ਦਾ ਬਹਿਰ ਹੁੰਦਾ। ਜਾਂ ਅਸੀਂ ਕੋਈ ਮਾੜਾ ਕੰਮ ਮਤਲਬ ਕਰੀ ਜਾਂਦੇ ਫਿਰ ਕੋਈ ਪਰਮਾਤਮਾ ਨੂੰ ਵੀ ਭੁੱਲ ਜਾਂਦੇ ਆ। ਤੇ ਫਿਰ ਉਹ ਇਹੋ ਜਿਹੀ ਠੋਕਰ ਮਾਰਦਾ ਕਿ ਮੁੜ ਕੇ ਇਨਸਾਨ ਨੂੰ ਉਹਦਾ ਚੇਤਾ ਵੀ ਕਰਾ ਦਿੰਦਾ ਵੀ ਤੂੰ ਆ ਜਿੱਦਾਂ ਕੰਮ ਜਿਹੜੇ ਕੀਤੇ ਇਹ ਗਲਤ ਕੀਤੇ। ਪਰ
ਗੱਲ ਤਾਂ ਇਹ ਵੀ ਹਰ ਇੱਕ ਇਨਸਾਨ ਨੂੰ ਚੇਤਾ ਭੁੱਲ ਜਾਂਦਾ ਵੀ ਮੈਂ ਕੀ ਕੀਤਾ ਸੀ, ਮੈਂ ਕੀ ਕਰ ਰਿਹਾ। ਪਰ ਇਹ ਮੋਦੀ ਨੂੰ ਬੜਾ ਦੇਖੋ, ਇਦਾਂ ਨਹੀਂ ਹੈਗਾ ਵੀ ਅਸੀਂ ਆਪਣੇ ਜੋ ਵੀ ਸਰਕਾਰ ਬਣੀ, ਜੋ ਵੀ ਹੈਗਾ ਮੋਦੀ ਪ੍ਰਧਾਨ ਮੰਤਰੀ ਬਣਿਆ, ਵੀ ਅਸੀਂ ਮੋਦੀ ਨੂੰ ਉਹਦੇ ਨਾਲ ਵੀ ਨਫ਼ਰਤ ਕਰਦੇ ਹਾਂ। ਪਰ ਲੇਕਿਨ ਜਿਹੜੇ ਉਹ ਕੰਮ ਕਰ ਰਿਹਾ, ਉਹ ਨੈਚੁਰਲੀ ਉਹਨਾਂ ਕੰਮਾਂ ਦੇ ਕਰਕੇ ਸਾਨੂੰ ਨਫ਼ਰਤ ਆਉਂਦੀ ਆ, ਬਿਲਕੁਲ ਤਾਂ ਹੀ ਅਸੀਂ ਉਹਦੇ ਨਾਲ ਨਫ਼ਰਤ ਕਰਦੇ ਹਾਂ। ਨਹੀਂ ਤਾਂ ਉਹਨੂੰ ਚਾਹੀਦਾ ਬਲਕਿ ਕਿ ਆਪਣੇ ਦੇਸ਼ ਨੂੰ ਚੰਗੀ ਤਰ੍ਹਾਂ ਚਲਾਵੇ। ਮੈਂ ਆਪਣੇ ਸੀਐਮ ਦੀ ਚੰਨੀ ਸਾਹਿਬ ਦੀ ਸਪੀਚ ਸੁਣ ਰਿਹਾ ਸੀ, ਤਾਂ ਉਹ ਕਹਿੰਦੇ ਵੀ ਦੋ ਤਰ੍ਹਾਂ ਰਾਜ ਹੋ ਸਕਦਾ, ਇੱਕ ਡਿਕਟੇਟਰਸ਼ਿਪ ਦੇ ਨਾਲ ਤੇ ਇੱਕ ਪਿਆਰ ਦੇ ਨਾਲ। ਕਿ ਉਸੇ ਕੰਮ ਨੂੰ ਤੁਸੀਂ ਪਿਆਰ ਦੇ ਨਾਲ ਕਰ ਲਓ, ਸਲਾਹ ਦੇ ਨਾਲ ਕਰ ਲਓ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਜੇ ਤੁਸੀਂ ਡਿਕਟੇਟਰਸ਼ਿਪ ਕਿੰਨਾ ਕੁ ਚਿਰ ਚਲਾ ਲਓਗੇ, ਕਿੰਨਾ ਕੁ ਚਿਰ ਕਿਸੇ ਨੂੰ ਡਰਾ ਲਓਗੇ, ਕਿੰਨਾ ਕੁ ਚਿਰ ਕਿਸੇ ਨੂੰ ਧਮਕਾ ਲਓਗੇ ਤੁਸੀਂ। ਤੇ ਇਸ ਕਰਕੇ ਵੀ ਮੋਦੀ ਸਾਹਿਬ ਨੂੰ ਚਾਹੀਦਾ ਵੀ ਇਹ ਸਾਰੇ ਕੁਝ ਛੱਡ ਕੇ, ਹਾਲੇ ਵੀ ਟਾਈਮ ਹੈਗਾ, ਕਿਸਾਨਾਂ ਨੂੰ ਮਤਲਬ ਜੋ ਮੰਗਦੇ ਆ ਕਾਨੂੰਨ ਜਿਹੜੇ 3 ਹੈਗੇ ਇਹਨਾਂ ਨੂੰ ਖਤਮ ਕਰ ਦੇਵੇ। ਤੇ ਮੰਗਦੇ ਜੋ ਹੈ ਹੀ ਕੋਈ ਨਹੀਂ, ਕੁਛ ਨਹੀਂ ਮੰਗਦੇ ਉਹ। ਬਿਲਕੁਲ ਜ਼ਿਆਦਾ ਕਹਿਣ ਵੀ ਕੋਈ ਇਸ ਚੀਜ਼ ਦਾ ਮੁਆਵਜ਼ਾ ਮੰਗਦੇ ਜਾਂ ਕੀ ਮੰਗਦੇ, ਉਹ ਤਾਂ ਕਹਿੰਦੇ ਵੀ ਸਾਡੀ ਜਿਹੜੀ ਜ਼ਮੀਨ ਹੈ ਉਹ ਸਾਡੇ ਕੋਲ ਰਹਿਣ ਦਿਓ, ਬਸ ਆਹੀ ਰੌਲਾ ਤੇ ਬਸ ਆਹੀ ਹੈ। ਪਰ ਇਹ ਜਿੱਦਾਂ ਕਹਿੰਦੇ ਪਹਿਲਾਂ ਨਹੀਂ, ਅਸੀਂ ਚੱਲਿਆ ਹੁੰਦਾ ਤੁਹਾਡੇ ਉਦਾਂ ਜ਼ਮੀਨ, ਚੱਲੀ ਜਾਣ ਦਿਓ, ਹਾਂ, ਤੇ ਜਿੱਦਾਂ ਇਹ ਪਹਿਲਾਂ ਦੂਸਰੇ ਚੱਲਿਆ ਪਾਸੇ ਹੁੰਦਾ। ਲੱਗੇ ਹੋਏ ਵੀ ਅਸੀਂ ਜੀ ਤੁਹਾਡੀ ਹੈਲਪ ਕਰ ਰਹੇ ਹਾਂ, ਤੁਹਾਡੇ ਹੱਕ 'ਚ ਕਰ ਰਹੇ ਹਾਂ। ਪਰ ਜਿਹੜਾ ਅਸੀਂ ਚਾਹੁੰਦੇ ਹੀ ਨਹੀਂ ਵੀ ਸਾਡੇ ਹੱਕ 'ਚ ਤੁਸੀਂ ਕਰੋ, ਵੀ ਤੁਹਾਨੂੰ ਕੀ ਬਖਸ਼ ਪਿਆ ਤੇ ਜ਼ਰੂਰ ਦੱਸ। ਮੁੜ ਉਹੀ ਗੱਲ ਕਰੀ ਬਿਲਕੁਲ ਜਾਂਦੇ ਵੀ ਬਿਲਕੁਲ ਅਸੀਂ ਤੁਹਾਡੇ ਬਿਲਕੁਲ। ਹੱਕ ਲਈ ਕਰਦੇ ਹਾਂ। ਇਹਦੇ ਹਾਂਜੀ ਵਿੱਚੋਂ ਰੰਧਾਵਾ ਸਾਫ਼ ਸਾਹਿਬ, ਚੇਤਾ ਵੀ ਇਹਦੇ ਵਿੱਚ ਦਿੱਕਤ ਹੈ। ਹਾਂਜੀ ਰੰਧਾਵਾ ਸਾਹਿਬ, ਇੱਥੇ ਇੱਕ ਮੈਨੂੰ ਹੋਰ ਗੱਲ ਚਿੱਤੇ, ਕਿਉਂਕਿ ਤੁਸੀਂ ਵੀ ਸੁਣਿਆ ਹੋਣਾ, ਵੀਡੀਓ ਵੀ ਤੁਸੀਂ ਵਾਇਰਲ ਹੋਈ ਦੇਖੀ ਆ, ਹਰਿਆਣੇ ਦੇ ਮੁੱਖ ਮੰਤਰੀ ਖੱਟੜ ਨੇ ਜੋ ਕਿਹਾ, ਇੱਕ ਸੀਐਮ ਹੋਣ ਦੇ ਬਾਵਜੂਦ ਬੰਦਾ ਇਹੋ ਜੀ ਗੱਲ ਕਰੇ, ਉਹਨੂੰ ਸੋਭਾ ਨਹੀਂ ਦਿੰਦੀ। ਕਿ ਮੈਂ ਆਪਣੇ ਵਰਕਰਾਂ ਨੂੰ ਕਹਿਣਾ, ਮੈਂ ਆਪਣੇ ਜਿਹੜੇ ਇਹਨਾਂ ਨੂੰ ਕਿਸਾਨਾਂ ਨੂੰ ਨਫ਼ਰਤ ਕਰਦੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਵੀ ਆਪਣੀਆਂ ਡਾਂਗਾ ਲੈ ਕੇ ਜਾਓ। ਚਲੋ ਮੈਨੂੰ ਹਰਿਆਣਵੀ ਵਿੱਚ ਕਹਿਣਾ ਨਹੀਂ ਆਉਂਦਾ ਜਿੱਦਾਂ ਉਹਨੇ ਕਿਹਾ ਕਿ ਉਹ ਲੱਠ ਕੀ ਕਹਿੰਦੇ ਹੁੰਦੇ ਉਹ, ਲੇਕਿਨ ਉਹਨੇ ਕਿਹਾ ਕਿ ਤੁਸੀਂ ਆਪਣੀਆਂ ਡਾਂਗਾ ਜਾਓ, ਕਿਸੇ ਤੇ ਕੋਈ ਪਰਚਾ ਦਰਜ ਨਹੀਂ ਹੋਊਗਾ। ਕੀ ਇਹ ਸੋਭਾ ਦਿੰਦਾ ਹਰਿਆਣੇ ਦੇ ਮੁੱਖ ਮੰਤਰੀ ਇਸ ਤਰ੍ਹਾਂ ਕਹਿਣਾ? ਰੰਧਾਵਾ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਬਲਿਹਾਰ ਸਿੰਘ ਜੀ, ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉੱਥੇ ਹਰੇਕ ਥਾਂ ਹੀ ਇਹਨਾਂ ਦੇ ਮੁੱਖ ਮੰਤਰੀ ਜਿਹੜੇ ਆ ਨਾ ਉਹ ਗੁੰਡਾਗਰਦੀ ਤੇ ਉਤਰੇ ਹੋ ਆ। ਜੇ ਜੋਗੀ ਨੇ ਇਹ ਕੰਮ ਕੀਤਾ ਤਾਂ ਉਹ ਖੱਟੜ ਵੀ ਇਹੀ ਕੰਮ ਕਰ ਰਿਹਾ। ਖੱਟੜ ਨੇ ਬਿਲਕੁਲ ਨਕਲੀ ਕਿਸਾਨ ਜਥੇਬੰਦੀਆਂ ਬਣਾ ਕੇ ਉਹਨਾਂ ਨਾਲ ਮੀਟਿੰਗ ਕੀਤੀ, 70-80 ਬੰਦੇ ਸੀ। ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਲੱਠ ਲੈ ਕੇ ਜਾਓ, ਗੜਾਸੇ ਲੈ ਕੇ ਜਾਓ, ਜੇ ਤੁਹਾਡਾ ਕੋਈ ਮੂਹਰੇ ਅੜਦਾ ਤਾਂ, ਜੇ ਤੁਹਾਡੇ ਨਾਲ ਮੂਹਰੇ ਅੜਦਾ ਤਾਂ ਤੁਸੀਂ ਉਹਨਾਂ ਨਾਲ ਲੜਾਈ ਕਰੋ। ਜੇ ਤੁਸੀਂ ਕਹਿੰਦਾ ਜੇਲ੍ਹ ਚਲੇ ਗਏ ਤਾਂ ਜੇਲ੍ਹ ਦੇ ਵਿੱਚੋਂ ਮੰਤਰੀ ਬਣ ਕੇ ਨਿਕਲੋਗੇ। ਇਦਾਂ ਦੀਆਂ ਗੱਲਾਂ ਦੱਸੀਆਂ ਉਹਨਾਂ ਨੂੰ। ਕਹਿੰਦੇ ਤੁਸੀਂ ਲੀਡਰ ਬਣ ਕੇ ਅੱਛਾ ਆਓਗੇ ਇੱਥੇ ਹਰਿਆਣੇ ਦੇ ਵਿੱਚ। ਇਹ ਗੱਲਾਂ ਜਿਹੜੀਆਂ, ਇਹ ਜੇ ਮੁੱਖ ਮੰਤਰੀ ਇੱਕ ਇਦਾਂ ਦੀਆਂ ਗੱਲਾਂ ਕਰਨ ਲੱਗਾ ਬਲਿਹਾਰ ਸਿੰਘ ਜੀ, ਆਮ ਪਬਲਿਕ ਤਾਂ ਚਾਹੁੰਦੀ ਹੁੰਦੀ ਆ ਵੀ ਮਾੜੀ ਜਿਹੀ ਤੀਲੀ ਲੱਗੇ ਤਾਂ ਪੜਾਂਪੜ ਤਾਂ ਫਿਰ ਉਹਨੂੰ ਲਾਈ ਦੇਣੇ ਆ, ਹਨਾ। ਬਿਲਕੁਲ ਬਿਲਕੁਲ ਬਿਲਕੁਲ। ਪਰ ਇਹ ਮਾੜੀ ਗੱਲ ਆ ਨਾ, ਇੱਕ ਜ਼ਿੰਮੇਵਾਰ ਬਹੁਤ ਵਿਅਕਤੀ ਨੂੰ ਇਸ ਬਹੁਤ ਤਰ੍ਹਾਂ ਦੇ ਬਿਆਨ ਦੇਣੇ, ਹਨਾ। ਦੇਖੋ, ਜੇ ਤੇ ਜੇ ਜਿਹੜਾ ਮੁੱਖ ਹੁਣ, ਮੰਤਰੀ ਹਾਂਜੀ ਪਬਲਿਕ ਨੂੰ ਕਹਿ ਰਿਹਾ ਇਕੱਠੇ ਕਰਕੇ, ਜਾਂ ਨਕਲੀ ਜਥੇਬੰਦੀਆਂ ਬਣਾ ਕੇ ਉਹਨਾਂ ਨੂੰ ਕਹਿਣ ਡਿਆ ਆ ਵੀ ਤੁਸੀਂ ਆਪਣੇ ਲੱਠ ਲੈ ਜਾਓ, ਗੜਾਸੇ ਲੈ ਜਾਓ, ਤੇ ਜੇ ਤੁਸੀਂ ਜੇਲ੍ਹ ਚੋਂ ਨਿਕਲੋਗੇ ਤਾਂ ਤੁਸੀਂ ਲੀਡਰ ਬਣ ਕੇ ਨਿਕਲੋਗੇ, ਤੁਹਾਨੂੰ ਜੇਲ੍ਹ ਦੇ ਵਿੱਚ ਪੂਰੀਆਂ ਸਹੂਲਤਾਂ ਮਿਲਣਗੀਆਂ। ਇਹ ਗੱਲਾਂ ਜੇ ਇੱਕ ਮੁੱਖ ਮੰਤਰੀ ਕਹੇ ਆਪਣੀ ਜਨਤਾ ਨੂੰ, ਤਾਂ ਮੈਨੂੰ ਦੱਸੋ ਕਿੱਧਰ ਨੂੰ ਮੁਲਕ ਜਾਣ ਡਿਆ, ਕਿੱਧਰ ਨੂੰ ਬੀਜੇਪੀ ਦੀ ਸੋਚ ਆ, ਕੀ ਕਰਨ ਲੱਗੇ ਹੋ ਆ ਇਹ ਤਾਂ ਜੀ ਇਹਨਾਂ ਨੇ ਮੁਲਕ ਬਲਿਹਾਰ ਸਿੰਘ ਜੀ ਅੱਧਾ ਤਾਂ ਵੇਚਤਾ। ਹੁਣ ਜਿਹੜਾ ਥੋੜਾ ਜਿਹਾ ਰਹਿੰਦਾ ਆ ਖੂੰਜੇ ਖਾਂਜੇ ਜਿਹਾ, ਉਹ ਵੀ ਨਹੀਂ ਕਰ ਜਾਣੇ ਜਾਂਦੇ ਹੀ। ਮਤਲਬ ਗੱਲ ਇਹ ਆ ਵੀ ਇਹਨਾਂ ਦਾ ਗੁੰਡਾ ਰਾਜ ਆ, ਗੁੰਡੇ ਆਇਓ ਆ ਇਕੱਠੇ ਹੋਏ। ਇਹ ਸਾਰਾ ਕੁਝ ਇਹ ਬੋਲਦਾ ਤਦੇ ਨਹੀਂ ਕਿਉਂਕਿ ਇਹਦੇ ਪਿੱਛੋਂ ਵੀ ਛਿੱਤਰ ਪੈਂਦੇ। ਹੁਣ ਇਹ ਗੱਭੇ ਫਸਿਆ ਆ, ਇਧਰ ਕਿਸਾਨਾਂ ਨੇ ਛਿੱਤਰ ਫੇਰਨਾ, ਬਿਲਕੁਲ ਉਧਰ ਮਗਰ ਪੈਸੇ ਜਿਨ੍ਹਾਂ ਤੋਂ ਲੈ ਕੇ ਇਲੈਕਸ਼ਨਾਂ ਲੜੀਆਂ ਜਾਂ ਇਲੈਕਸ਼ਨਾਂ ਤੇ ਪੈਸੇ ਲਾਏ ਆ ਉਹ ਨਹੀਂ ਬੋਲਣ ਦਿੰਦੇ। ਇਹ ਇਸੇ ਕਰਕੇ ਨਹੀਂ ਇਹ ਬੋਲਦਾ, ਤਦੇ ਇਹ ਕਦੀ ਕਿਸੇ ਨੂੰ ਭੇਜਦਾ, ਕਦੀ ਕਿਸੇ ਨੂੰ ਭੇਜਦਾ। ਨਹੀਂ ਤਾਂ ਕੋਈ ਨਾ ਕੋਈ ਤਾਂ ਹੱਲ ਕੋਈ ਬੰਦਾ ਕੱਢ ਹੀ ਸਕਦਾ। ਇੰਨਾ ਚਿਰ ਹੋ ਗਿਆ, ਤੁਸੀਂ ਲਾਓ 700 ਤੋਂ ਵੱਧ ਕਿਸਾਨ ਉੱਥੇ ਸ਼ਹੀਦ ਹੋ ਗਏ, ਤੇ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੇ ਮੁਲਕ ਦੇ ਜਿਹੜੇ ਕਿਸਾਨ ਆ ਉਹ ਇਸ ਵੇਲੇ ਬਾਰਡਰਾਂ ਤੇ ਬੈਠੇ ਆ, ਇੰਨੇ ਸ਼ਹੀਦ ਹੋ ਗਏ। ਉਹਨਾਂ ਲਈ ਵੀ ਮੈਂ ਕਦੀ ਹਾਰਾ ਨਾਰਾ ਮਾਰਿਆ ਨਹੀਂ, ਕਦੀ ਵੀ ਨਾ ਇਹ ਜੀ। ਕਿਸੇ ਵੀ ਗੱਲ ਵਿੱਚ ਬੋਲਿਆ ਹੀ ਨਹੀਂ। ਤੁਸੀਂ ਦੇਖੋ ਵੀ ਆਉਣ ਵਾਲਾ ਸਮਾਂ, ਬਲਿਹਾਰ ਸਿੰਘ ਜੀ ਜਿੱਦਾਂ ਆਪਣੇ ਮੰਡੇਰ ਸਾਹਿਬ ਨੇ ਕਿਹਾ ਵੀ ਸਮਾਂ ਜਿਹੜਾ ਨਾ ਇਹਦੀ ਥੋੜੀ ਜਿਹੀ ਸੱਟ ਪੈਂਦੀ ਆ, ਪਰ ਇਹਦੀ ਜਿਹੜੀ ਲਾਠੀ ਮਹਾਰਾਜ ਦੀ ਹੁੰਦੀ ਉਹਦੀ ਆਵਾਜ਼ ਨਹੀਂ ਪੈਂਦੀ। ਜਿੱਦਣ ਇਹਨਾਂ ਦੇ ਉਹ ਲਾਠੀ ਪੈਣੀ ਆ ਨਾ, ਤਾਂ ਇਹਨਾਂ ਦੀ ਸੁਰਤ ਵੀ ਟਿਕਾਣੇ ਆ ਜਾਣੀ। ਤੁਸੀਂ ਦੇਖ ਲਿਓ ਆ, ਬਸ ਥੋੜੇ ਚਿਰ ਦੀ ਵੇਟ ਹੀ ਆ ਹੁਣ, ਬਸ ਆਉਣ ਵਾਲੇ ਸਮੇਂ 'ਚ ਪਤਾ ਲੱਗ ਬਿਲਕੁਲ ਜਾਊ। ਬਿਲਕੁਲ। ਲੇਕਿਨ ਇੱਥੇ ਰੰਧਾਵਾ ਸਾਹਿਬ, ਮੈਂ ਇੱਕ ਗੱਲ ਹੋਰ ਦੱਸਦਾ ਜਾਵਾਂ,
ਜਿਸ ਤਰ੍ਹਾਂ ਉਹਨੂੰ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਖੱਟਰ ਨੂੰ ਕਿ ਤੂੰ ਬਾਕੀਆਂ ਨੂੰ ਕਾਹਤੇ ਲੜਾਉਣਾ ਚਾਹੁੰਦਾ, ਵੀ ਤੂੰ ਵੀ ਆਪਣੀ ਡਾਂਗ ਲੈ ਆ ਤੇ ਮੈਂ ਵੀ ਆਪਣੀ ਲੈ ਆਉਣਾ, ਆਪਾਂ ਦੋਨੇ ਲੜ ਲਏ, ਜਿਹੜਾ ਜਿੱਤ ਜੂਗਾ ਉਹ ਜਿੱਤ ਜੂਗਾ, ਚਾਹੇ ਤੂੰ ਜਿੱਤ ਗਿਆ ਅਸੀਂ ਕਾਨੂੰਨ ਮੰਨ ਲਵਾਂਗੇ, ਅਗਰ ਮੈਂ ਜਿੱਤ ਗਿਆ ਤੇ ਠੀਕ ਆ, ਤੂੰ ਫਿਰ ਕਾਨੂੰਨ ਵਾਪਸ ਲੈ ਲਿਓ। ਲੇਕਿਨ ਉਹਦੇ ਮੂਹਰੇ ਉਹਨੂੰ ਕੋਈ ਜਵਾਬ ਨਹੀਂ ਆਇਆ। ਇਸ ਤਰ੍ਹਾਂ ਦੀਆਂ ਕਈ ਹਰਕਤਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ, ਕਿਉਂਕਿ ਜੇ ਹੁਣ ਤੂੰ ਬੜਕ ਮਾਰਦਾ ਤੇ ਮੂਹਰੇ ਵੀ ਬੜਕ ਸਹਿਣੀ, ਅਗਲਾ ਮਾਰਦਾ, ਉਹਦੀ ਫਿਰ ਜਾਂ ਤਾਂ ਉਹਦਾ ਜਵਾਬ ਦੇ ਕਿ ਨਹੀਂ, ਲੇਕਿਨ ਉਹਦੇ ਕੋਲੋਂ ਫਿਰ ਕੁਛ ਜਵਾਬ ਨਹੀਂ ਦੇ ਸਕਿਆ ਕਿ ਚਡੂਨੀ ਨੂੰ ਮੈਂ ਕੀ ਕਵਾਂ। ਚਡੂਨੀ ਵੀ ਹੁਣ ਇਹਦੀ ਉਮਰ ਦਾ ਹੀ ਬੰਦਾ, ਉਹ ਕਿਹੜਾ ਵਿਚਾਰਾ ਜੰਗ ਆਪਣੇ ਵਾਂਗੂ ਜਾਂ ਕਿੱਦਾਂ, ਇਹਦੀ ਉਮਰ ਦਾ ਹੈਗਾ ਨਾ। ਮੰਡੇਰ ਸਾਹਿਬ, ਦੂਸਰੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਜੇ ਮੈਂ, ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਇਸ ਕਰਕੇ ਪੁੱਛਣ ਲੱਗਾ ਕਿ ਕਿਉਂਕਿ ਤੁਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ, ਕਿ ਪ੍ਰਿਯੰਕਾ ਗਾਂਧੀ ਉਹ ਰਾਤੋਂ ਰਾਤ ਉੱਠ ਕੇ ਸੀਤਾਪੁਰ ਕੀ ਪਿੰਡ ਦਾ ਨਾਂ, ਉੱਥੇ ਤੱਕ ਪਹੁੰਚ ਗਈ, ਲੇਕਿਨ ਉਹਨੂੰ ਫੜ ਕੇ ਰੈਸਟ ਹਾਊਸ ਵਿੱਚ ਉਹਨੂੰ ਉੱਥੇ ਸਿਕਿਉਰਿਟੀ ਲਾ ਕੇ ਕਹਿੰਦਾ ਉੱਥੇ ਕੈਦ ਕਰ ਲਿਆ। ਉਹਨੂੰ ਤਕਰੀਬਨ 32-33 ਘੰਟੇ ਹੋ ਗਏ ਹੁਣ ਤੱਕ ਉਹਨੂੰ ਕੈਦ ਵਿੱਚ ਰੱਖੀ ਨੂੰ, ਉਹਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਦਰਅਸਲ ਜਿੱਦਾਂ ਨਾ ਕਹਿੰਦੇ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਤੇ ਜਿੱਦਾਂ ਰੰਧਾਵਾ ਸਾਹਿਬ ਨੇ ਵੀ ਕਿਹਾ ਨਾ ਵੀ ਇਹ ਬਖਲਾਏ ਆ, ਸੋ ਹੀ ਹਿਸਾਬ ਹੈ। ਉਹ ਇਹ ਚਾਹੁੰਦੇ ਆ ਵੀ ਜੇ ਹੁਣ ਜਿਹੜੇ ਲੀਡਰਸ਼ਿਪ, ਜਿੱਦਾਂ ਹੁਣ ਆਪਣੇ ਸਿੱਧੂ ਸਾਹਿਬ ਵੀ ਗਏ ਆ, ਆਪਣੇ ਚੰਨੀ ਵੀ, ਸਾਰੇ ਤਿਆਰ ਸੀ, ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚਿਆ, ਮਤਲਬ ਨਹੀਂ, ਉਹਨੂੰ ਵੀ ਨਹੀਂ ਲਾਗੇ ਜਾਣ ਦਿੱਤਾ। ਇਹ ਚਾਹੁੰਦੇ ਨਹੀਂ ਵੀ ਇਹ ਡਰਦੇ ਆ ਹੁਣ ਵੀ ਇਸ ਵੇਲੇ ਵੀ ਇਹ ਗੱਲ ਜਿਹੜੀ ਹੈ ਵੀ ਬਹੁਤ ਗਾਂਹ ਦੀ ਗਾਂਹ ਵੱਧ ਜਾਣੀ ਆ ਜੇ ਅਸੀਂ ਇਹਨਾਂ ਸਾਰਿਆਂ ਬੰਦਿਆਂ ਨੂੰ ਅਲਾਓ ਕਰ ਦਿੱਤਾ ਵੀ ਤੁਸੀਂ ਵੀ ਆਓ, ਹੈ ਨਾ। ਤੇ ਪਰ ਇਸ ਕਰਕੇ ਕੋਸ਼ਿਸ਼ ਕਰਦਾ, ਪਰ ਇਹ ਕਿਹੜਾ ਹੈਗਾ ਵੀ ਜਾਣਾ ਕਿਸੇ ਫਰਾਂਸ ਨੂੰ ਜਾਂ ਹੋਰ ਕਿਸੇ ਮੁਲਕ ਨੂੰ ਜਾਣਾ, ਕੈਨੇਡਾ ਨੂੰ ਜਾਣਾ। ਆਪਣਾ ਮੁਲਕ ਆ, ਆਪਣੇ ਮੁਲਕ ਦੇ ਵਿੱਚ ਕੋਈ ਰਿਸਟ੍ਰਿਕਸ਼ਨ ਤਾਂ ਹੋਣੀ ਚਾਹੀਦੀ ਸੀ। ਮੈਂ ਇੱਥੋਂ ਹੁਣ ਪਟਿਆਲੇ ਜਾਣਾ ਜੀ ਦਿੱਲੀ ਨੂੰ, ਤਾਂ ਮੈਨੂੰ ਇੱਥੋਂ ਪਾਸਪੋਰਟ ਲੈਣਾ ਪੈਣਾ ਜਾਂ ਪਰਮਿਸ਼ਨ ਲੈਣ ਦੀ ਲੋੜ ਹੈ, ਜਾਂ ਆਪਣੇ ਪਰਮਿਸ਼ਨ ਲੈਣ ਦੀ ਲੋੜ ਹੈ। ਹਾਂਜੀ, ਅੱਜ ਕੱਲ੍ਹ ਵਡੇਰ ਸਾਹਿਬ ਹੁਣ ਡਰੇ ਹੋਏ ਆ, ਬਾਰਡਰਾਂ ਤੇ ਲੀਡਰ ਰੋਕੇ ਆ ਇਹਨਾਂ ਨੇ, ਬਾਰਡਰਾਂ ਤੇ ਬੈਰੀਕੇਡ ਲਾ ਕੇ ਰੋਕੇ, ਕਹਿੰਦੇ ਕੋਈ ਸਿੱਖ ਬੰਦਾ ਯੂਪੀ 'ਚ ਐਂਟਰ ਨਹੀਂ ਹੋਣਾ ਚਾਹੀਦਾ। ਇਹਨਾਂ ਨੇ ਇਹ ਗੱਲ ਕਹੀ ਆ ਵੀ ਕੋਈ ਸਿੱਖ ਐਂਟਰ ਨਹੀਂ ਹੋਣਾ ਚਾਹੀਦਾ ਯੂਪੀ ਦੇ ਵਿੱਚ। ਦੱਸੋ, ਜਿਹੜੇ ਸਾਡੇ ਭਰਾ ਉੱਥੇ ਬੈਠੇ, ਸਾਡੀਆਂ ਰਿਸ਼ਤੇਦਾਰੀਆਂ ਉੱਥੇ ਆ, ਸਾਰੇ ਸਾਡੇ ਬੰਦੇ ਜਿੰਨੇ ਸਿੱਖ ਉੱਥੇ ਬੈਠੇ, ਉਹਨਾਂ ਨਾਲ ਅਸਾਹੀ ਮਿਲਦੇ ਗਿਲਦੇ ਆ, ਕਿਉਂ ਨਹੀਂ ਅਸੀਂ ਜਾਵਾਂਗੇ ਆਪਣੇ ਭਰਾਵਾਂ ਦੇ ਮਗਰ? ਜਾਵਾਂਗੇ, ਹੁਣ ਮਤਲਬ ਜੋ ਮਰਜ਼ੀ ਕਰੀ ਜਾਵੇ। ਡਰੇ ਪਏ ਆ ਵੀ ਮਤਲਬ ਵੀ ਛਿੱਤਰ ਤਾਂ ਪੈਣੇ ਉਹ ਤਾਂ ਪਤਾ ਹੀ, ਨਹੀਂ ਉਹਦਾ ਹੱਲ ਹੋਣਾ। ਉਹ ਤਾਂ ਹੁਣ ਚਾਹੁੰਦੇ ਆ ਵੀ ਜਿੰਨਾ, ਹਾਂ ਉਹ ਇਹ ਚਾਹੁੰਦੇ ਆ ਵੀ ਅਸੀਂ ਜਿੱਦਾਂ ਏਦਾਂ ਦੱਬ ਘੁੱਟ ਕੇ ਜਿਹੜਾ ਇਹ ਟਾਈਮ ਜਿਹੜਾ। ਪਰ ਮੰਡੇਰ ਸਾਹਿਬ, ਜਿੱਦਾਂ ਮੰਡੇਰ ਸਾਹਿਬ ਹੁਣ ਆਹ ਵਾਕਿਆ ਹੋਇਆ ਲਖੀਮਪੁਰ ਖੀਰੀ ਵਿੱਚ ਹੋਇਆ, ਲੇਕਿਨ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ, ਇਹਦਾ ਹੱਲ ਕੀ ਹੋਣਾ ਚਾਹੀਦਾ? ਕੱਲਾ ਇਹ ਨਹੀਂ, ਜਿਹੜਾ ਬਾਕੀ ਵੀ ਜੋ ਕਿਤੇ ਕੱਲ ਨੂੰ ਕਿਤੇ ਹੋਰ ਨਾ ਇਹੋ ਜਿਹੀ ਘਟਨਾ ਵਾਪਰਵੇ, ਕਿਉਂਕਿ ਕਿਸਾਨ ਜਿੱਥੇ ਵੀ ਮੋਰਚੇ 'ਚ ਬੈਠੇ ਆ, ਉਹ ਵਿਚਾਰੇ ਆਲੇ ਦੁਆਲੇ ਕੰਧਾਂ ਕਰਕੇ ਤਾਂ ਬੈਠੇ ਨਹੀਂ, ਆਲੇ ਦੁਆਲੇ ਪੱਕੇ ਮੋਰਚੇ ਬਣਾ ਕੇ ਤਾਂ ਬੈਠੇ ਨਹੀਂ, ਉਹ ਤਾਂ ਵਿਚਾਰੇ ਪੱਕੀਆਂ ਸੜਕਾਂ ਤੇ, ਰੇਲਵੇ ਟਰੈਕਾਂ ਤੇ, ਜਾਂ ਜਿੱਥੇ ਵੀ ਉਹ ਬੈਠੇ। ਹੁਣ ਅੱਜ ਤੱਕ ਗੱਡੀ ਲਿਆਂਦੀ, ਕੱਲ ਨੂੰ ਕੋਈ ਟਰੱਕ ਲੈ ਆਉਣਗੇ, ਕੋਈ ਹੋਰ ਚੀਜ਼ਾਂ ਲੈ ਆਉਣਗੇ ਵੱਡੀਆਂ, ਤੇ ਇਹਦਾ ਹੱਲ ਹੁਣ ਕੀ ਹੋਣਾ ਚਾਹੀਦਾ? ਕੰਟਰੀਆਂ ਵਿੱਚ ਹੁੰਦਾ ਹੱਲ, ਦੇਖੋ ਤੁਹਾਡੇ ਸਾਹਮਣੇ ਹੀ ਹੁੰਦਾ, ਹੈ ਨਾ। ਜੇ ਕਿਸੇ ਨੇ ਕੋਈ ਬੰਦਾ ਮਾਰਿਆ ਤਾਂ ਅਗਲੇ ਨਾਲ ਹੀ ਉਹਨੂੰ ਵੀ ਨਾਲ ਹੀ ਟੰਗਦੇ। ਜਿਸ ਬੰਦੇ ਨੇ ਇੰਨਾ ਕੁਛ ਕੀਤਾ, 4 ਕਿਸਾਨ ਮਾਰ ਦਿੱਤੇ ਗੱਡੀ ਚੜਾ ਕੇ ਉੱਪਰ, ਇਹੋ ਜਿਹੇ ਨੂੰ ਬਖਸ਼ਣ ਦੀ ਤਾਂ ਕੋਈ, ਮੇਰਾ ਖਿਆਲ ਤਾਂ ਕੋਈ ਨਾ ਵਾਲਾ ਸੋਚਣ ਦੀ, ਤੇ ਨਾ ਕੁਛ ਇਹੋ ਜਿਹੇ ਨੂੰ ਸਾਰਿਆਂ ਦੇ ਸਾਹਮਣੇ ਟੰਗਣਾ ਚਾਹੀਦਾ, ਤਾਂ ਕਿ ਆਉਣ ਵਾਲੇ ਬਾਕੀ ਜਨਰੇਸ਼ਨ ਨੂੰ ਵੀ ਥੋੜ੍ਹੇ ਜਿਹਾ ਸਬਕ ਮਿਲੇ, ਹਾਂ ਵੀ ਇਹਨੇ ਏਦਾਂ ਕੀਤੀ ਤਾਂ ਹੋਇਆ। ਪਰ ਗੱਲ ਤਾਂ ਫਿਰ ਉਹੀ ਕੰਮ ਆ ਗਈ, ਉਹ ਜਿਹੜਾ ਮਿਨਿਸਟਰ ਦਾ ਮੁੰਡਾ ਆ, ਉਹਨੂੰ ਸਾਲੇ ਉਹਨੇ ਇਹਦੀ ਹੈਲਪ ਕਰਨੀ ਹੈ। ਇਹਦੇ ਆਹ ਹੀ ਕੁਛ ਹੁੰਦਾ ਕਰਕੇ ਤਾਂ ਵੜ ਨਹੀਂ ਦਿੰਦੇ ਲੋਕਾਂ ਨੂੰ, ਅੰਦਰ ਨਹੀਂ ਜਾਣ ਦਿੰਦੇ, ਕੋਈ ਲਾਗੇ ਨਹੀਂ ਜਾਣ ਦਿੰਦੇ ਕਿਸੇ ਨੂੰ, ਵੀ ਤਾਂ ਕਿ ਜਿਹੜੀ ਗੱਲ ਇਹ ਵਧੇ ਨਾ, ਇੱਥੇ ਕੀ ਖਤਮ ਹੋ ਜਾਏ। ਪਰ ਦੇਖੋ, ਜਿਹੜੇ ਹੁਣ ਆਪਣੇ ਨਵੇਂ ਯੰਗ, ਜਿੱਦਾਂ ਹੁਣ ਕਾਂਗਰਸ ਪਾਰਟੀ ਤੁਸੀਂ ਗੱਲ ਕੀਤੀ ਹੈ ਵੀ ਨਵੇਂ ਮੁੰਡੇ ਆਏ ਆ, ਸਿੱਧੂ ਆਇਆ ਮੋਹਰੇ, ਚਰਨਜੀਤ ਚੰਨੀ ਬੜਾ ਸੋਝਾ ਇਨਸਾਨ ਲੱਗਦਾ, ਤੇ ਹੋਰ ਵੀ ਜਿਹੜੇ ਸੁਖਜਿੰਦਰ ਰੰਧਾਵਾ, ਉਹ ਤਾਂ ਪਹਿਲਾਂ ਹੀ ਆ, ਤੇ ਮਤਲਬ ਕਾਫੀ ਡਿਫਰੈਂਟ ਤਰ੍ਹਾਂ ਵਿਚਾਰਾਂ ਵਾਲੇ ਬੰਦੇ ਮੋਹਰੇ ਆ ਰਹੇ ਆ। ਦੇਖੋ ਇਹਨਾਂ ਕੁਛ ਨਾ ਕੁਛ ਤਾਂ ਕਰੂਗੇ, ਕੰਟਰੋਲ ਕਰੂਗੇ। ਰੰਧਾਵਾ ਸਾਹਿਬ, ਇੱਕ ਗੱਲ ਹੋਰ, ਕਿਉਂਕਿ ਜਿਹੜਾ ਜਿੱਥੇ 4 ਆਪਣੇ ਕਿਸਾਨ ਸ਼ਹੀਦ ਹੋ ਗਏ, ਕਿਸੇ ਨੇਤਾ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ, ਕਿਸੇ ਜੇ ਆਪਣੇ ਕਿਸਾਨ ਮੋਰਚੇ ਦੇ ਕਿਸੇ ਆਗੂ ਨੂੰ, ਇੱਕ ਸਿਰਫ ਤੇ ਸਿਰਫ ਰਕੇਸ਼ ਟਕੈਤ ਤੋਂ ਛੁੱਟ, ਰਕੇਸ਼ ਟਕੈਤ ਨੂੰ ਉੱਥੇ ਜਾਣ ਦਿੱਤਾ ਗਿਆ। ਪਹਿਲਾਂ ਉਹਨੂੰ ਰੋਕਿਆ ਗਾਜੀਪੁਰ ਦੇ ਲਾਗੇ, ਲੇਕਿਨ ਫਿਰ ਉਹਨੂੰ ਰਾਤੋਂ ਰਾਤ ਹੀ ਉੱਥੇ ਪਹੁੰਚਾ ਵੀ ਦਿੱਤਾ ਗਿਆ। ਫਿਰ ਉਹਦੇ ਨਾਲ ਬੈਠ ਕੇ ਸਮਝੌਤਾ ਵੀ ਕਰ ਲਿਆ ਗਿਆ ਕਿ 45 ਲੱਖ ਰੁਪਈਆ ਇੱਕ ਪਰਿਵਾਰ ਨੂੰ ਦੇਵਾਂਗੇ ਜਿਨ੍ਹਾਂ ਦਾ ਬੰਦਾ ਮਰ ਗਿਆ ਜਾਂ ਸ਼ਹੀਦ ਹੋ ਗਿਆ ਕਹਿ ਲਈਏ, ਇੱਕ ਸਰਕਾਰੀ ਨੌਕਰੀ ਦੇਵਾਂਗੇ, 10 ਲੱਖ ਰੁਪਈਆ ਉਹਨੂੰ ਦੇਵਾਂਗੇ ਜਿਹੜੇ ਜ਼ਖਮੀ ਹੋਏ ਆ। ਲੇਕਿਨ
ਇੱਕ ਬੰਨੇ ਤਾਂ ਸਰਕਾਰ ਉੱਥੇ ਕਿਸੇ ਨੂੰ ਜਾਣ ਨਹੀਂ ਦੇ ਰਹੀ, ਫਿਰ ਰਕੇਸ਼ ਟਕੈਤ ਨੂੰ ਕਿਉਂ ਜਾਣ ਦਿੱਤਾ ਗਿਆ ਰੰਧਾਵਾ ਸਾਹਿਬ? ਦੇਖੋ ਬਲਿਹਾਰ ਸਿੰਘ ਜੀ, ਸਿੱਖਾਂ ਤੋਂ ਸਿੱਖ ਤਾਂ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਆ। ਪਹਿਲੀ ਗੱਲ ਤਾਂ ਆਪਾਂ ਦੇਖੋ 84 ਦੇ ਵਿੱਚ ਇਹਨਾਂ ਨੇ ਕੀ ਕੁਛ ਕੀਤਾ। ਉਹ ਵੀ ਬਿਲਕੁਲ। ਤਾਂ ਉਹ ਵੀ ਤਾਂ ਚਲੋ ਜਿਨ੍ਹਾਂ ਬੰਦਿਆਂ ਨੇ ਕੀਤਾ ਸੀ, ਤੁਸੀਂ ਉਹ 2 ਬੰਦੇ ਤਾਂ ਫਾਂਸੀ ਚੜਾਤੇ, 3 ਜਿਹੜੇ ਸੀਗੇ ਉਹਨਾਂ ਨੂੰ ਤਾਂ ਚੜਾਤਾ। ਬਾਕੀ ਜਿਹੜੇ ਵਿਚਾਰੇ ਮਾਤੜ ਘਰਾਂ ਦੇ ਵਿੱਚ ਬੈਠੇ ਸੀ, ਜਿਨ੍ਹਾਂ ਨੂੰ ਲਿਆ ਕੇ ਅੱਗਾਂ ਲਾਤੀਆਂ, ਘਰਾਂ ਦੇ ਵਿੱਚੋਂ ਕੱਢ ਮਾਰੇ। ਇਹ ਗੱਲ ਇਹ ਯੂਪੀ ਦੇ ਵਿੱਚ ਬਣਾਉਣੀ ਚਾਹੁੰਦੇ ਸੀ। ਇਸੇ ਕਰਕੇ ਇਹਨਾਂ ਨੇ ਸਿੱਖਾਂ ਨੂੰ ਰੋਕਿਆ ਵੀ ਤੁਸੀਂ ਨਹੀਂ ਐਂਟਰ ਹੋ ਸਕਦੇ, ਨਾ ਕੋਈ ਮੰਤਰੀ ਐਂਟਰ ਹੋ ਸਕਦਾ ਦੂਜੇ ਸੂਬੇ ਦਾ। ਇਹ ਤਾਂ ਰਕੇਸ਼ ਟਕੈਤ ਨੂੰ ਵੀ ਉਹਨਾਂ ਨੇ ਤਾਂ ਜਾਣ ਲਗਾਏ ਆ ਮਗਰੋਂ, ਜਦੋਂ ਕਿ ਉਹਨਾਂ ਨੇ ਫੈਸਲਾ ਕਰਨਾ ਸੀ, ਨਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਅਸੀਂ ਲਿਜਾਣਾ। ਤੁਸੀਂ ਦੇਖੋ ਜੀ, ਜਦੋਂ ਬਲਿਹਾਰ ਸਿੰਘ ਜੀ ਉਹ ਮੰਤਰੀ ਦਾ ਮੁੰਡਾ ਗੱਡੀ ਚੜਾਉਂਦਾ, ਉਹਨੇ ਗੱਡੀ ਦੇ ਵਿੱਚੋਂ ਪਹਿਲਾਂ ਤਾਂ ਇੱਕ ਸਾਡੇ ਕਿਸਾਨ ਦੇ ਗੋਲੀ ਮਾਰ ਕੇ ਉਹ ਮਾਰਿਆ ਮੁੰਡਾ, ਜਿਹੜਾ ਜੰਗ ਸੀ ਹਲੇ 23 24 25 ਸਾਲਾਂ ਦਾ ਸੀ। ਤੇ ਫਿਰ ਇੱਕ ਪੱਤਰਕਾਰ ਵੀ ਮਾਰਿਆ। ਹੁਣ ਉਹ ਪੱਤਰਕਾਰ ਦਾ ਪਰਿਵਾਰ ਕਹਿੰਦਾ ਸੀ ਵੀ ਸਾਡਾ ਜਿਹੜਾ ਮੁੰਡਾ ਸਾਡਾ ਮੁੰਡਾ ਜਿਹੜਾ ਮਾਰਿਆ, ਉਹ ਅਸੀਂ ਉੱਥੇ ਲਿਜਾਣਾ ਜਿੱਥੇ ਟਿੱਕਰੀ ਬਾਰਡਰ ਤੇ, ਜਿੱਥੇ ਅਸੀਂ ਉੱਥੇ ਰੱਖਣੀ ਇਹਦੀ ਬੋਡੀ। ਤਾਂ ਇਹਨਾਂ ਨੇ ਦੇਖੋ ਉਹਨੂੰ ਵੀ ਨਹੀਂ ਯੂਪੀ ਚੋਂ ਨਿਕਲਣ ਦਿੱਤਾ। ਇਹ ਗੁੰਡਾਗਰਦੀ ਕਰਦੇ ਆ ਬਲਿਹਾਰ ਸਿੰਘ ਜੀ। ਇਹਨਾਂ ਦਾ ਤਾਂ ਮਤਲਬ ਇਸ ਗੱਲ ਨਾਲ ਕੋਈ ਹੈ ਹੀ ਨਹੀਂ। ਇਹ ਕੋਈ ਰਾਜਨੀਤੀ ਥੋੜੀ ਆ, ਇਹ ਕੋਈ ਪੋਲੀਟਿਕਸ ਥੋੜੀ ਆ। ਇਹ ਤਾਂ ਗੁੰਡੇ ਆ। ਇਹ ਤਾਂ ਕਹਿੰਦੇ ਵੀ ਅਸੀਂ ਛਿੱਤਰ ਨਾਲ ਰਾਜ ਕਰਨਾ। ਹੁਣ ਤੁਸੀਂ ਦੇਖੋ ਕਦ ਆ ਇਹ ਰੌਲਾ ਪਾਉਣ ਡਿਆ ਜੀ, ਅਸੀਂ ਭਗਵਾਂ ਰਾਜ ਲਿਆਉਣਾ ਜੀ, ਅਸੀਂ ਇੱਕੋ ਹੀ ਰਾਜ ਲਿਆਉਣਾ ਜੀ। ਤੁਸੀਂ ਭਗਵਾਂ ਬਣਾ ਲਓ, ਪਰ ਭਗਵੇਂ ਦੇ ਅਰਥ ਤਾਂ ਦੇਖੋ ਕੀ ਆ। ਭਗਵਾਂ ਇਹ ਗੱਲ ਕਹਿੰਦਾ ਵੀ ਲੋਕਾਂ ਨੂੰ ਮਾਰੋ, ਭਗਵਾਂ ਇਹ ਗੱਲ ਕਹਿੰਦਾ ਗੋਲੀਆਂ ਚਲਾਓ, ਭਗਵਾਂ ਇਹ ਗੱਲ ਕਹਿੰਦਾ। ਇਹ ਤਾਂ ਪੁੱਠੇ ਪਾਸੇ ਨੂੰ ਤੁਰਿਓ ਆ। ਇਹਨਾਂ ਨੂੰ ਹੁਣ ਇਸ ਵੇਲੇ ਦੀਦਾ ਕੁਛ ਨਹੀਂ। ਇਹ ਬਸ ਇਹਨਾਂ ਨੇ ਇਹੀ ਕੰਮ ਲੜਾਈ ਝਗੜਾ ਹੁਣ ਇਹ ਚਾਹੁੰਦੇ ਆ ਵੀ ਇਦਾਂ ਕਿਤੇ ਖੱਪਖਾਨਾ ਪੈ ਜਾਵੇ ਤਾਂ ਕਿਸਾਨ ਮੋਰਚਾ ਫੇਲ ਹੋ ਜਾਵੇ। ਕਿਸਾਨ ਜਿਹੜੇ ਆ ਸ਼ਾਂਤਮਈ ਬੈਠੇ ਆ। ਕਿੰਨੀਆਂ ਮੌਤਾਂ ਹੋ ਗਈਆਂ। 4 ਮੁੰਡੇ ਆ ਜਿਹੜੇ ਹੁਣ ਬੰਦੇ ਮਾਰਤੇ, ਤੇ 2 ਬੰਦੇ ਨਾਲ ਇੱਕ ਪੱਤਰਕਾਰ ਮਾਰਿਆ, ਇੱਕ ਉਹ ਮੁੰਡਾ ਕਿਸਾਨ ਜਿਹੜਾ 24 25 ਸਾਲਾਂ ਦਾ ਮਾਰਿਆ। ਤੁਸੀਂ ਦੇਖੋ ਵੀ ਜੇ ਹੁਣ ਤੁਸੀਂ 45 ਲੱਖ ਰੁਪਈਆ ਦੇਣਾ ਵੀ ਆ ਬਲਿਹਾਰ ਸਿੰਘ ਜੀ, 45 ਲੱਖ, ਹਾਲੇ ਉਹ ਮੁੰਡੇ ਦੀ ਉਮਰ ਵਿਚਾਰੇ ਦੀ 25 ਸਾਲਾਂ ਦੀ, 45 ਲੱਖ ਰੁਪਈਆ ਕੀ ਚੀਜ਼ ਆ? ਬਿਲਕੁਲ। ਉਹਦੀ ਭੈਣ ਨੇ ਰੋ ਕੇ ਇਹ ਗੱਲ ਕਹੀ ਆ, ਕਹਿੰਦੀ ਸਾਨੂੰ ਪੈਸੇ ਨਹੀਂ ਚਾਹੀਦੇ, ਸਾਨੂੰ ਬਦਲਾ ਚਾਹੀਦਾ ਇਸ ਗੱਲ ਦਾ। ਤੇ ਮੇਰਾ ਭਰਾ ਮਾਰਿਆ, ਇਹਨੂੰ ਵੀ ਟੰਗਣਾ ਚਾਹੀਦਾ ਜਿਹੜਾ ਮੰਤਰੀ ਦਾ ਮੁੰਡਾ ਆ। ਉਹਦੀ ਭੈਣ ਦੇ ਅੱਜ ਬਿਆਨ ਸੀ ਇਹ। ਬਿਲਕੁਲ ਬਿਲਕੁਲ। ਮੰਡੇਰ ਸਾਹਿਬ, ਇੱਕ ਗੱਲ ਹੋਰ ਤੁਸੀਂ ਦੇਖੋ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਜੇ ਕਾਨੂੰਨ ਜਿਹੜਾ ਹੁੰਦਾ, ਚਾਹੇ ਕੋਈ ਵੀ ਦੇਸ਼ ਹੋਵੇ ਦੁਨੀਆ ਦਾ, ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ। ਲੇਕਿਨ ਆਹ ਦੇਖੋ, ਇੱਕ ਬੰਦੇ ਦਾ ਰਕੇਸ਼ ਟਕੈਤ ਨੂੰ ਲਿਜਾ ਕੇ ਫੈਸਲਾ ਹੋ ਗਿਆ। ਉਹਨੇ ਜਾ ਕੇ ਗੁਰਦੁਆਰਾ ਸਾਹਿਬ, ਜਿੱਥੇ ਉਹਨੇ 4 ਬੰਦਿਆਂ ਦੀਆਂ ਲਾਸ਼ਾਂ ਰੱਖੀਆਂ ਸੀ ਕਿਸਾਨਾਂ ਦੀਆਂ, ਉੱਥੇ ਜਾ ਕੇ ਉਹਨਾਂ ਦੇ ਕਿਸਾਨਾਂ ਦੀਆਂ ਆਗੂਆਂ ਨੂੰ ਮਿਲੇ, ਸਾਰਿਆਂ ਨਾਲ ਗੱਲਬਾਤ ਕੀਤੀ। ਉਹ ਕਰੋੜ ਰੁਪਏ ਦੀ ਪਹਿਲਾਂ ਮੰਗ ਉੱਠੀ ਸੀ ਕਿ ਕਰੋੜ ਰੁਪਇਆ ਚਾਹੀਦਾ, ਚਲੋ 45 ਲੱਖ ਰੁਪਏ ਤੇ ਗੱਲ ਮੁੱਕ ਗਈ। ਵੱਡੇ ਅਫਸਰ ਉੱਥੇ ਬਹਿ ਗਏ। ਯੂਪੀ ਦਾ DGP ਜਾ ਕੇ ਉੱਥੇ ਜਾ ਕੇ ਬੈਠਾ ਉਹਨਾਂ ਨਾਲ ਸਮਝੌਤਾ ਕਰਨ ਦੀ। ਲੇਕਿਨ ਜਿਹੜਾ ਸਮਾਂ ਲਿਆ ਕਿ ਅਸੀਂ ਉਹਨੂੰ FRI ਦਰਜ ਕਰ ਲੈਂਦੇ ਆ, ਲੇਕਿਨ ਉਹ ਮੁੰਡੇ ਨੂੰ ਜਿੱਥੇ ਵੀ FIR ਦਰਜ ਹੋਣੀ, ਨਾ ਉਹਦਾ ਮੁੰਡੇ ਦਾ ਲਿਖ ਹੋ ਗਿਆ ਵਿੱਚ, ਮਿਨਿਸਟਰ ਦੇ ਮੁੰਡੇ ਦਾ ਨਾਂ ਲਿਖ ਹੋ ਗਿਆ, ਮਿਸ਼ਰੇ ਦਾ, ਲੇਕਿਨ 10 ਦਿਨ ਦਾ ਸਮਾਂ ਮੰਗਿਆ ਪੁਲਿਸ ਨੇ ਉਹਨੂੰ ਫੜਨ ਲਈ। ਇਹ ਕੀ ਇਹ ਨਾ ਬੇਇਨਸਾਫੀ ਨਹੀਂ ਗਈ ਇਹ? ਕਿਉਂਕਿ ਤੁਹਾਨੂੰ ਪਤਾ, ਅੱਗਾ ਗੱਡੀ 'ਚ ਚਲਾਉਂਦਾ ਬੈਠਾ ਨਾਲ ਦਿਖਦਾ, ਜਿੱਦਾਂ ਰੰਧਾਵਾ ਸਾਹਿਬ ਨੇ ਕਿ ਗੋਲੀ ਚਲਾਉਂਦਾ ਦਿਖਦਾ, ਵੀਡੀਓ ਵਾਇਰਲ ਹੋ ਗਈਆਂ, ਸਾਰਾ ਕੁਝ ਹੋ ਗਿਆ। ਤੁਸੀਂ ਉਹਨੂੰ ਸਟੇਟਵੇ ਕਿਉਂ ਨਹੀਂ ਫੜ ਸਕਦੇ? ਪਤਾ ਨਹੀਂ ਇਹਦੇ ਬਾਰੇ। ਹੁਣ ਇਹਦਾ ਰੰਮੇਵਾਲ ਸਾਹਿਬ ਡਿਪੈਂਡ ਕਰਦਾ ਵੀ ਉਹ ਕਿੱਥੇ ਬੰਦਾ ਹੈਗਾ, ਉਹਨੂੰ ਫੜਨ ਲਈ ਵੀ ਟਾਈਮ ਚਾਹੀਦਾ ਨਾ। ਉਹਨੇ ਕਿਹੜਾ ਵੀ ਉੱਥੇ ਸਾਹਮਣੇ ਭਾਗ ਰੱਖਿਆ ਉਹਨੂੰ ਬਿਠਾ ਕੇ, ਲਓ ਜੀ ਆ ਬੈਠਾ ਦੇਖ ਲਓ ਉਹਦੇ ਨਾ। ਤੇ ਨਹੀਂ, ਪਰ ਉਹ ਜ਼ਿੰਮੇਵਾਰ ਵਿਅਕਤੀ ਦਾ ਬੰਦਾ, ਰਾਜ ਗ੍ਰਹਿ ਮੰਤਰੀ ਆ ਉਹ ਭਾਰਤ ਦਾ, ਜਿਹਦਾ ਉਹ ਮੁੰਡਾ, ਜੇ ਜ਼ਿੰਮੇਵਾਰ ਵਿਅਕਤੀ ਦਾ ਬੰਦਾ ਏਦਾਂ ਲੁਕ ਸਕਦਾ, ਤੇ ਜਿਹੜੇ ਬਦਮਾਸ਼ੀਆਂ ਕਰਕੇ ਯੂਪੀ ਚੋਂ ਪੰਜਾਬ ਜਾ ਜਾਂਦੇ, ਪੰਜਾਬ ਚੋਂ ਕਿਸੇ ਹੋਰ ਸੂਬੇ ਚਲ ਜਾਂਦੇ ਆ, ਉਹਦਾ ਫਿਰ ਇਹਨਾਂ ਨੂੰ ਸਾਲਾਂ ਤੱਕ ਲੱਗ ਜਾਣਗੇ ਫੜਨ ਨੂੰ। ਜੇ ਤੁਸੀਂ ਆ ਗੱਲ ਕਰਦੇ ਨਾ ਵੀ ਜ਼ਿੰਮੇਵਾਰ ਬੰਦਾ, ਉਹਦੇ ਜ਼ਿੰਮੇਵਾਰ ਤਾਂ ਉਹ ਹੁੰਦਾ ਜਿਹੜਾ ਕੀ ਜ਼ਿੰਮੇਵਾਰੀ ਨਿਭਾ ਰਿਹਾ ਉਹ ਆਪਣੀ। ਉਹ ਤਾਂ ਸਾ ਮੋਰੇ ਹੋ ਗਏ ਤਾਂ ਸਾਰਾ ਕੁਝ ਕਰਾ ਰਿਹਾ। ਹਾਂਜੀ, ਹੁਣ ਤੁਸੀਂ ਜ਼ਿੰਮੇਵਾਰੀ ਨੂੰ ਜਿੱਦਾਂ ਰੰਧਾਵਾ ਸਾਹਿਬ ਕਹਿੰਦੇ, ਸਭ ਗੁੰਡਾ ਰਾਜ ਹੀ ਗੁੰਡਾ ਰਾਜ। ਜਦੋਂ ਦੁੱਬੇ ਨੇ 4 ਪੁਲਿਸ ਵਾਲੇ 5 ਮਾਰੇ, ਉਹਨੂੰ 5ਵੇਂ 6ਵੇਂ ਦਿਨ ਟੋਲ ਕੇ ਉਹਦਾ ਐਨਕਾਊਂਟਰ ਕਰ ਦਿੱਤਾ। ਕੀ ਗੱਲ ਇਹ ਨਹੀਂ ਲੱਭ ਸਕਦਾ? ਇਹ ਵੀ ਤਾਂ ਲੱਭੇ ਹੀ ਸਕਦਾ। ਇਹਨਾਂ ਨੂੰ ਲੱਭਣ ਨੂੰ ਪੁਲਿਸ ਵਾਲਿਆਂ ਕੋਲ ਰਾਤੋਂ ਰਾਤ ਹੀ ਲੱਭ ਜਦੋਂ ਨਹੀਂ ਲੱਭਣਾ ਹੁੰਦਾ ਪੁਲਿਸ ਵਾਲੇ ਤਾਂ ਲੈ ਕੇ ਗਏ ਉੱਥੋਂ, ਨਹੀਂ ਤਾਂ ਕਿਸਾਨਾਂ ਨੇ ਉਦੋਂ ਹੀ ਅਗਲੇ ਨਾਲ ਬਦਲਾ ਉਦੋਂ ਹੀ ਆਪਣਾ ਲੈ ਲੈਣਾ ਸੀਗਾ। ਕਿਸਾਨਾਂ ਦੇ ਕੋਲੋਂ ਚੁਗਲ ਚੋਂ ਛੜਾ ਕੇ ਪੁਲਿਸ ਵਾਲੇ ਗੰਨਾਂ ਦੀ ਛਤਰ ਛਾਂ ਥੱਲੇ ਉਹਨੂੰ ਲੈ ਕੇ ਨੱਠ ਕੇ ਗਏ ਆ। ਪੁਲਿਸ ਨੂੰ ਤਾਂ ਪਤਾ ਕਿੱਥੇ ਉਹ, ਪੁਲਿਸ ਨੂੰ ਪਤਾ ਕਿਹੜੀ ਕੋਠੀ 'ਚ ਬੈਠਾ।
ਮੇਰੇ ਕਹਿਣ ਦਾ ਭਾਵ ਆ ਵੀ ਉੱਥੇ ਮੋਦੀ ਵੀ ਨਹੀਂ ਬੋਲਿਆ, ਉੱਥੇ ਭਾਰਤ ਦਾ ਗ੍ਰਹਿ ਮੰਤਰੀ ਵੀ ਨਹੀਂ ਬੋਲਿਆ, ਉੱਥੇ ਕੋਈ ਵੀ ਨਹੀਂ ਬੋਲਿਆ, ਨਾ ਰਾਜਨਾਥ ਬੋਲਿਆ ਜਾਂ ਅਮਿਤ ਸ਼ਾਹ ਬੋਲਿਆ। ਕੀ ਉਹਨਾਂ ਨੂੰ ਇਹ ਗੱਲ ਤੇ ਕਹਿਣਾ ਨਹੀਂ ਚਾਹੀਦਾ ਸੀ ਹਾਂਜੀ ਇਹਨੂੰ ਸਟੇਟ ਵੇ ਫੜਨਾ ਚਾਹੀਦਾ? ਜੋਗੀ ਵੀ ਕਹਿੰਦਾ ਜੀ ਚਲੋ ਕਿਸਾਨ ਨਾਲ ਸਮਝੌਤਾ ਹੋ ਗਿਆ, 10 ਦਿਨ ਦੇ ਵਿੱਚ ਜਿਹੜਾ ਵੀ ਦੋਸ਼ੀ ਹੋਇਆ ਉਹਨਾਂ ਨੂੰ ਫੜ ਲਿਆ ਜਾਊਗਾ। 10 ਦਿਨ ਦਾ ਕਿਉਂ ਸਮਾਂ ਲਿਆ? ਮੈਂ ਤਾਂ ਇਹ ਕਹਿਣਾ ਚਾਹੁੰਦਾ, ਤੁਹਾਡੇ ਕੋਲ ਜਾਣਨਾ ਚਾਹੁੰਦਾ ਇਹਦੇ ਕੀ ਕਾਰਨ ਨੇ ਮੰਡੇਰ ਸਾਹਿਬ? ਕਾਰਨ ਤਾਂ ਇਹ ਆ ਵੀ ਉਹਨੂੰ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕੋਈ ਉਰੇ ਪਰੇ ਕਰੀਏ, ਇਹਨੂੰ ਬਚਾ ਲਈਏ, ਹੋਰ ਕੀ ਹੋਣਾ। ਤੇ ਮੋਦੀ ਸਾਹਿਬ ਉਹਨੂੰ ਤਾਂ ਸ਼ੈਲਟਰ ਦੇ ਰਹੇ ਆ, ਸ਼ੈਲਟਰ ਉਹਦੀ ਸਹਾਇਤਾ ਕਰ ਰਹੇ ਆ ਵੀ ਤੂੰ ਮੋਦੀ ਸਾਹਿਬ ਤਾਂ ਆਪਣੀ ਮਨ ਕੀ ਬਾਤ ਹਲੇ ਬਣਾ ਰਹੇ ਨਾ, ਵੀ ਮਨ ਕੀ ਬਾਤ ਬਣਾ ਕੇ ਫਿਰ ਅਨਾਉਂਸ ਕਰੂਗੇ ਨਾ ਕੀ। ਯਾਰ ਆਵਾ ਹੀ ਉੱਤਿਆ ਰੱਬੇਵਾਲ ਸਾਹਿਬ, ਕੀ ਕਿਹਨੂੰ ਕਿਸੇ ਨੂੰ ਕੀ ਕਹਿਣਾ ਤੇ ਕੀ ਨਹੀਂ। ਵੀ ਸਾਰੇ ਇਹ ਬੀਜੇਪੀ ਵਾਲਿਆਂ ਦਾ ਬਿਲਕੁਲ ਜਿੱਦਾਂ ਕਹਿੰਦੇ ਹੁੰਦੇ ਨਾ ਸਾਰੇ ਹਿੰਦੁਸਤਾਨ ਨੇ ਬਦਨਾਮ ਕੀਤਾ। ਹੁਣ ਇਹ ਦੇਖਿਆ ਜਾਵੇ ਤੇ ਇਹਨੂੰ ਕਿਹੜੇ ਬਹੁਤ ਹੁਣ ਅਮਰੀਕਾ ਗਿਆ ਸੀ, ਇਹ ਕਿੰਨੀ ਕੁੱਤੇ ਖਾਣੀ ਕੀਤੀ ਆਪਣੇ ਸਿੰਘਾਂ ਨੇ ਉੱਥੇ, ਕਿੱਦਾਂ ਮੁੜਿਆ ਉੱਥੋਂ ਜਿੱਦਾਂ ਬਰੰਗ ਲਿਫਾਫੇ ਨੂੰ। ਇਹਨੂੰ ਆਪ ਨੂੰ ਵੀ ਸ਼ਰਮ ਚਾਹੀਦੀ ਥੋੜੀ ਜਿਹੀ ਵੀ ਮੈਂ ਕਿਹੜੇ ਕੰਮ ਕਰਨ ਲੱਗਿਆ। ਕਿੱਦਾਂ ਬੜੀ ਸੋਹਣੀ ਤੇਰੀ ਸੋਭਾ ਬਣੀ ਹੋਈ ਸੀ, ਬੜਾ ਸੋਹਣਾ ਤੈਨੂੰ ਸਾਰੇ ਮਤਲਬ ਲਾਈਕ ਕੀਤਾ, ਸਾਰਿਆਂ ਨੇ ਤਦੇ ਪ੍ਰਧਾਨ ਮੰਤਰੀ ਬਣਾਇਆ ਵੀ ਤੈਨੂੰ ਇਸ ਕਰਕੇ ਥੋੜੀ ਬਣਾਇਆ ਸੀ ਵੀ ਸਾਰੇ ਮੁਲਕ ਦਾ ਪੱਠਾ ਹੀ ਬਿਠਾ ਦੇ। ਅੱਧੇ ਤੋਂ ਜ਼ਿਆਦਾ ਤੈਨੂੰ ਵੇਚ ਹੀ ਦਿੱਤਾ। ਕੁਛ ਅੱਧਾ ਜਿਸ ਤਰ੍ਹਾਂ ਮੰਡੇਰ ਸਾਹਿਬ ਤੁਸੀਂ ਅਮਰੀਕਾ ਦੀ ਗੱਲ ਕੀਤੀ ਆ, ਅਮਰੀਕਾ ਦੁਨੀਆ ਦੀ ਪਾਵਰ ਮੰਨਿਆ ਜਾਂਦਾ। ਉਹਨਾਂ ਦੀਆਂ ਜੇ ਗੱਡੀਆਂ ਇੰਨੀਆਂ ਸਟਰੋਂਗ ਨਾ ਹੁੰਦੀਆਂ, ਜੇ ਗੱਡੀਆਂ ਆਪਣੀਆਂ ਪੰਜਾਬ ਪੁਲਿਸ ਵਾਲੀਆਂ ਜਾਂ ਭਾਰਤ ਦੀ ਪੁਲਿਸ ਵਾਲੀਆਂ ਗੱਡੀਆਂ ਹੁੰਦੀਆਂ ਨਾ, ਤੇ ਉਦਣ ਇਹਦਾ ਉੱਥੇ ਕੰਮ ਹੋ ਜਾਣਾ ਸੀਗਾ ਜਿਸ ਤਰ੍ਹਾਂ ਦੀ ਉਹ ਹਾਲਾਤ ਬਣੇ ਸੀ ਅਮਰੀਕਾ ਦੇ ਵਿੱਚ। ਲੇਕਿਨ ਉਹਨਾਂ ਦੀ ਗੱਡੀਆਂ ਬੜੀਆਂ ਪਾਵਰਫੁਲ ਸੀ। ਦੇਖੋ ਕਿੱਦਾਂ ਫੁੱਟਪਾਥਾਂ ਦੇ ਉੱਪਰ ਦੀ ਉਹਦੀ ਐਨ ਫੁੱਟਬਾਲਾਂ ਵਾਂਗੂ ਉੱਭਰ ਕੇ ਗੱਡੀਆਂ ਉਹਨਾਂ ਦੀ ਗਈਆਂ, ਲੇਕਿਨ ਉਹਨੇ ਇਹਨੂੰ ਬਚਾ ਲਿਆ। ਇਹਨੂੰ ਫੇਰ ਹੀ ਸ਼ਰਮ ਹੋਣੀ ਚਾਹੀਦੀ ਕਿ ਮੈਂ ਕਿਸਾਨਾਂ ਨਾਲ ਜਾ ਕੇ ਸਮਝੌਤਾ ਕਰ ਲਾਂ, ਜਿਹੜੇ ਉਹ ਕਾਨੂੰਨ ਕਹਿੰਦੇ ਅਸੀਂ ਨਹੀਂ ਲੈਣੇ ਮੈਂ ਨਾ ਦੇਵਾਂ, ਲੇਕਿਨ ਫਿਰ ਵੀ ਹਟਦੇ ਨੇ। ਰੰਧਾਵਾ ਸਾਹਿਬ ਇਹਦੇ ਕੀ ਹੱਲ ਕਰਨੇ ਚਾਹੀਦੇ? ਕੀ ਗਾਂਹ ਆਉਣ ਵਾਲੇ, ਕਿਉਂਕਿ ਇਹਦਾ ਨੁਕਸਾਨ ਆਪਾਂ ਸਿੱਖ ਕੌਮ ਨੂੰ ਵੀ ਹੋ ਰਿਹਾ ਕਿ ਜਦੋਂ ਇਹ ਗੌਰਮੈਂਟਾਂ ਨਾਲ ਸਮਝੌਤੇ ਕਰਨੇ ਆ ਤੇ ਉੱਥੇ ਸਿੱਖਾਂ ਦੀਆਂ ਤਰੱਕੀਆਂ ਰੁਕ ਜਾਂਦੀਆਂ, ਉੱਥੇ ਸਿੱਖਾਂ ਦੇ ਹੋਰ ਕੰਮ ਹੋਣ ਵਾਲੇ ਰੁਕ ਜਾਂਦੇ ਆ। ਕਿ ਤੁਸੀਂ ਕੀ ਕਹਿਣਾ ਚਾਹੁੰਦੇ ਰੰਧਾਵਾ ਸਾਹਿਬ? ਬਲਿਹਾਰ ਸਿੰਘ ਜੀ, ਦੇਖੋ ਪਹਿਲਾਂ ਤਾਂ ਇਹਨਾਂ ਨੇ ਜੋ ਕੁਝ ਅੱਜ ਤੱਕ ਕੀਤਾ ਜਾਂ ਵੇਚਿਆ, ਤੁਸੀਂ ਲਾਓ ਰੇਲਵੇ ਸਟੇਸ਼ਨ ਵੇਚ ਦਿੱਤੇ, ਲਾਲ ਕਿਲ੍ਹਾ ਗਹਿਣੇ ਕਰਤਾ, ਬੰਦਰਗਾਹਾਂ ਵੇਚਦੀਆਂ। ਹੁਣ ਇਹ ਆਪਾਂ ਰੌਲੀ ਤਾਂ ਪਾਉਂਦੇ ਆ ਪੰਜਾਬ ਦੇ ਵਿੱਚ ਚਿੱਟਾ ਬੜਾ ਆ। ਹੁਣ ਚਿੱਟਾ ਇਹਨਾਂ ਕੋਲ, ਇਹਦੀ ਅਡਾਨੀ ਦੇ ਆ ਟੈਂਕਰ, ਕਿੰਨਾ ਟੈਂਕਰ ਚੋਂ ਫੜ ਹੋਇਆ 25,000 ਕਰੋੜ ਦਾ। ਤੇ ਉਹਦਾ ਕਿਸੇ ਨਾਂ ਲਿਆ? ਗੋਦੀ ਮੀਡੀਆ ਕੋ ਬੋਲਿਆ? ਕਿਸੇ ਮੀਡੀਆ ਵਾਲੇ ਨੇ, ਗੋਦੀ ਮੀਡੀਆ ਨੇ ਗੱਲ ਹੀ ਨਹੀਂ ਕੀਤੀ। ਸਿਰਫ ਸੋਸ਼ਲ ਮੀਡੀਆ ਨੇ ਗੱਲਾਂ ਕੀਤੀਆਂ ਵੀ ਇਹਦੇ ਟੈਂਕਰ ਦੇ ਵਿੱਚੋਂ ਇੰਨੇ ਹਜ਼ਾਰ ਕਰੋੜ ਦਾ ਮਤਲਬ ਡਰੱਗ ਆਇਆ, ਫੜ ਹੋਇਆ। ਪਰ ਤੁਸੀਂ ਦੇਖੋ ਇਹ ਤਕੜੇ ਬੰਦੇ ਆ, ਇਹਨਾਂ ਨੂੰ ਕਹਿਰ ਬੋਲਣਾ, ਕਹਿਰ ਪੁੱਛਣਾ, ਮਤਲਬ ਇਹੀ ਉਹ ਮੰਤਰੀ ਦੇ ਮੁੰਡੇ ਦੀ ਗੱਲ ਆ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ। ਇਹ ਜੋ ਕੁਛ ਇਹ ਕਰ ਰਹੇ ਆ, ਇਹਨਾਂ ਦੇ ਮੂਹਰੇ ਹੀ ਆਉਣਾ। ਕਿਉਂਕਿ ਇਸ ਵੇਲੇ ਜਦੋਂ ਬਲਿਹਾਰ ਸਿੰਘ ਜੀ ਕਦੀ ਨਾ ਕਦੀ, ਹਾਂ ਪਤਾ ਨਹੀਂ ਹੁੰਦਾ ਬੱਤੀਆਂ ਦੰਦਾਂ ਦੇ ਵਿੱਚੋਂ ਕਦੋਂ ਕਿਹੜੀ ਗੱਲ ਨਿਕਲ ਆਉਣੀ ਆ, ਜਦੋਂ ਇਹ ਕੀ ਹੋ ਜਾਣਾ। ਇਹਦਾ ਥੇ ਹੋਣਾ। ਤੂੰ ਦੇਖਿਓ ਸਹੀ ਜੋ ਕੁਛ ਇਹ ਕਰਨ ਲੱਗਾ ਆ। ਮੋਦੀ ਨੇ ਹਿੰਦੁਸਤਾਨ ਦਾ ਸਤਿਆਨਾਸ਼ ਕਰ ਦਿੱਤਾ। ਔਰ ਕਿੱਥੇ ਕੰਟਰੀ ਸਾਡਾ ਚੜਿਆ ਸੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ। ਮਨਮੋਹਨ ਸਿੰਘ ਨੂੰ ਗੋਰੇ ਆਪ ਫੜ ਕੇ ਲਿਜਾਂਦੇ ਸੀ, ਆਪ ਚੜਾਉਂਦੇ ਸੀ ਉਹਨੂੰ ਸਟੇਜਾਂ ਦੇ ਉੱਤੇ। ਤਾਂ ਇਹਨੂੰ ਕਿਸੇ ਨੇ ਪੁੱਛਣਾ ਨਹੀਂ, ਇਹਨੂੰ ਕਿਸੇ ਨੇ ਪੁੱਛਿਆ, ਇਹਦੇ ਥੂ ਹੋਣ ਡਈ ਆ ਸਾਰੇ ਕੰਟਰੀਆਂ ਦੇ ਵਿੱਚ। ਔਰ ਅਮਰੀਕਾ ਦੇ ਵਿੱਚ ਗਿਆ, ਜਿੱਦਾਂ ਤੁਸੀਂ ਦੱਸਦੇ ਆ, ਮੈਂ ਆਪ ਖੁਦ ਦੇਖੀਆਂ ਗੱਡੀਆਂ ਦੀਆਂ ਹੋਟਲ ਚੋਂ ਨਿਕਲਦੀਆਂ, ਪੂਰੀ ਛਤਰਛਾਇਆ ਦੇ, ਸਿਕਿਉਰਟੀ ਦੀ ਛਤਰਛਾਇਆ ਥੱਲੇ ਆ ਕੇ ਤਾਂ ਇਹ ਨਿਕਲ ਕੇ ਗਿਆ। ਜੇ ਏਡਾ ਹਿੰਮਤੀ ਹੁੰਦਾ ਜਾਂ ਕੋਈ ਚੱਜ ਦਾ ਹੁੰਦਾ ਤਾਂ ਫਿਰ ਤੁਰ ਕੇ ਨਿਕਲ ਕੇ ਦਿਖਾ ਦਿੰਦਾ ਉੱਥੋਂ, ਹਨਾ। ਗੱਲ ਇਹ ਹੈ ਇਹਦੀ ਨੀਤ ਨਹੀਂ ਜੀ, ਇਹਦੀ ਨੀਤ ਨਹੀਂ। ਇਹ ਤਾਂ ਜਿੰਨਾ ਚਿਰ ਬਲਿਹਾਰ ਸਿੰਘ ਜੀ ਇਹ ਗੱਦੀਓਂ ਲਿਥੂਗਾ ਨਹੀਂ, ਉਨਾ ਚਿਰ ਇਹ ਕੰਮ ਚੱਲਦਾ ਰਹਿਣਾ। ਮੇਰਾ ਖਿਆਲ ਆ ਹਾਲੇ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ 2024 ਤੱਕ ਕਿਸਾਨਾਂ ਨੂੰ ਵੇਟ ਕਰਨੀ ਪਊਗੀ, ਜਿੱਦਾਂ ਯੂਪੀ ਵਾਲਾ ਟਕੇਟ ਸਾਹਿਬ ਕਹਿ ਰਿਹਾ। ਲੇਕਿਨ ਜਿਹੜੀ ਆਪਾਂ ਗੱਲ ਕਰਦੇ ਕਿ 2024 ਤੱਕ, ਕਿਉਂਕਿ 3 ਸਾਲ ਦਾ ਸਮਾਂ ਵੀ ਬਹੁਤ ਜ਼ਿਆਦਾ ਹੋ ਜਾਂਦਾ। ਪਰ ਜੇ ਗੱਲ ਕੀਤੀ ਜਾਵੇ, ਜਿੱਥੇ ਹੁਣ ਛੋਟੀ ਮੋਟੀ ਇਲੈਕਸ਼ਨ ਵੀ ਹੁੰਦੀ ਆ, ਸਾਰਾ ਕੁਝ ਹੁੰਦਾ, ਇੱਕ ਬੰਨੇ ਤੇ ਚਾਹੇ ਉਹ ਪਿੰਡਾਂ ਦੀ ਲੋਕ, ਇਕੱਲੇ ਮੈਂ ਪੰਜਾਬ ਦੀ ਗੱਲ ਹੀ ਕਰਦਾ, ਮੈਂ ਪੂਰੇ ਭਾਰਤ ਦੀ ਗੱਲ ਕਰਦਾ, ਚਾਹੇ ਉਹ ਪਿੰਡਾਂ 'ਚ ਬੈਠੇ ਆ, ਕਸਬਿਆਂ 'ਚ ਬੈਠੇ ਆ, ਕਿਸਾਨੀ ਕਿੱਤੇ ਨਾਲ ਸੰਬੰਧਿਤ ਆ ਜਾਂ ਮਜ਼ਦੂਰਾਂ ਨਾਲ ਸੰਬੰਧਿਤ ਆ, ਇਹੀ ਦੋ ਫਿਰਕੇ ਆ ਭਾਰਤ ਦੀ ਧਰਤੀ ਤੇ। ਜਿਹੜੇ ਤਕੜੇ ਵਪਾਰੀ ਆਪਾਂ ਕਹਿੰਦੇ ਆ, ਅਵਾਨੀ ਡਵਾਨੀ ਵਰਗੇ, ਇਹ ਤਾਂ ਕੁਛ ਕੀ ਹੈ 15-20 ਪਰਿਵਾਰ ਗਿਣਦੇ ਸਾਰੇ ਕਿ 15-20 ਫੈਮਲੀਆਂ ਜਿਹੜੀਆਂ ਚਲਾ ਰਹੀਆਂ। ਲੇਕਿਨ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਲੈਕਸ਼ਨਾਂ 'ਚ ਬੀਜੇਪੀ ਜਿੱਤ ਜਾਂਦੀ ਆ। ਜਿੱਦਾਂ ਗਾਂਧੀ ਨਗਰ ਹੁਣ ਵੋਟਾਂ ਪਈਆਂ ਗੁਜਰਾਤ ਵਿੱਚ ਕੌਂਸਲਰ ਦੀਆਂ ਸੀਗੀਆਂ,
ਹੁੰਜਾ ਫਿਰ ਜਿੱਤ ਪ੍ਰਾਪਤ ਕਰ ਗਿਆ। ਮੰਡੇਰ ਸਾਹਿਬ, ਇਹਦੇ ਕੀ ਕਾਰਨ ਹੈ? ਕੀ ਲੋਕਾਂ ਨੂੰ ਇਹ ਖਰੀਦ ਲੈਂਦੇ ਆ, ਜਾਂ ਲੋਕੀ ਹਜੇ ਡਰਦੇ ਵੋਟਾਂ ਪਾਈ ਜਾਂਦੇ, ਜਾਂ ਮਸ਼ੀਨਾਂ 'ਚ ਹੇਰਾ ਫੇਰੀ ਜਾਂਦੇ? ਮਸ਼ੀਨਾਂ ਵਾਲੀ ਗੱਲ ਤੇ ਬਿਲਕੁਲ ਸਾਡੀ, ਮੈਂ ਤਾਂ ਬਹੁਤ ਚਿਰ ਦਾ ਕਹਿੰਦਾ ਵੀ ਜਿਹੜੀ ਇਲੈਕਸ਼ਨ ਹੈ ਬੈਲਟ ਪੇਪਰ ਦੇ ਨਾਲ ਹੋਣੀ ਚਾਹੀਦੀ ਹੈ। ਜਿੰਨਾ ਚਿਰ ਮਸ਼ੀਨਾਂ ਚੱਲਦੀਆਂ ਉਹਦੇ ਵਿੱਚ ਕੋਈ ਇਨਸਾਫ ਵਾਲੀ ਕੋਈ ਗੱਲ ਹੀ ਹੈ ਨਹੀਂ। ਕਦੀ ਕੋਈ ਨਾਲੇ ਇਹ ਨਹੀਂ ਤਾਂ ਪ੍ਰੂਵ ਵੀ ਕਰ ਦਿੱਤਾ, ਸਾਹਮਣੇ ਚਲਾ ਕੇ ਵੀ ਦਿਖਾ ਦਿੱਤੀਆਂ ਵੀ ਇਹ ਦੇਖ ਲਓ ਵੋਟ ਕਿਸੇ ਨੂੰ ਪਾਉਂਦੇ ਤੇ ਜਾਂਦੀ ਕਿਸੇ ਨੂੰ ਆ, ਹੈ ਨਾ। ਪਰ ਪਤਾ ਨਹੀਂ, ਪਰ ਆਪਣੇ ਲੀਡਰਾਂ ਨੂੰ ਕਿਹੜੇ ਇੰਨੇ ਪੜ੍ਹੇ ਲਿਖੇ ਲੀਡਰ ਆ, ਇੰਨੇ ਸਿਆਣੇ ਆ, ਕੋਈ ਵੀ ਇਸ ਪਾਸੇ ਨੂੰ ਕੋਈ ਗੱਲ ਹੀ ਨਹੀਂ ਚੱਕਦਾ ਵੀ ਲਓ ਨਹੀਂ। ਜੀ ਪਰ ਏਦਾਂ ਮੰਡੇਰ ਸਾਹਿਬ ਜਿਹੜੀਆਂ, ਜੇ ਆਪਾਂ ਚਲੋ ਮੈਂ ਕਿਸੇ ਦੀ ਸਪੋਰਟ ਨਹੀਂ ਕਰਦਾ, ਇਦਾਂ ਨਾ ਸੋਚ ਲਿਓ। ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਹਾਂਜੀ ਕਿ ਜਦੋਂ ਮਸ਼ੀਨਾਂ ਲਿਆਂਦੀਆਂ ਸੀ ਉਹ ਕਾਂਗਰਸ ਪਾਰਟੀ ਨੇ ਲਿਆਂਦੀਆਂ, ਅਗਰ ਉਹਨਾਂ ਨੂੰ ਲੱਗਦਾ ਸੀ, ਕਾਂਗਰਸ ਵਾਲੇ ਕਿ ਇੰਨੇ ਕਮਲੇ ਤਾਂ ਹੈ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਮਸ਼ੀਨਾਂ ਨਾਲ ਬੇਈਮਾਨੀ ਹੋ ਜਾਊਗੀ, ਮਸ਼ੀਨਾਂ ਨਾਲ ਹੇਰਾਫੇਰੀ ਹੋਊਗੀ, ਫਿਰ ਉਹਨਾਂ ਦਾ ਰਾਜ ਕਿੱਦਾਂ ਖਤਮ ਹੋ ਗਿਆ? ਇਹਨਾਂ ਦੀ ਹੁਣ ਕਿਉਂ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦਾ ਮਸ਼ੀਨਾਂ ਨਾਲ ਕਰ ਲੈਂਦੇ ਆ? ਇਹਦੇ ਕੀ ਕਾਰਨ ਆ? ਤੁਹਾਡਾ ਕਹਿਣ ਦਾ ਮਤਲਬ ਵੀ ਮਸ਼ੀਨਾਂ ਜਿਹੜੀਆਂ ਸਹੀ ਹੈ? ਨਹੀਂ, ਮੈਂ ਤਾਂ ਆਪ ਨਹੀਂ ਮੰਨਦਾ। ਮੈਂ ਇੱਥੇ ਪ੍ਰੋਗਰਾਮਾਂ ਤੇ ਕਹਿ ਹਟਿਆ ਕਿ ਮਸ਼ੀਨਾਂ ਨਾਲ, ਜਿੱਦਾਂ ਤੁਸੀਂ ਕਹਿੰਦੇ ਨਹੀਂ ਹੋਣੀ ਚਾਹੀਦੀ, ਮਸ਼ੀਨਾਂ ਨਾਲ ਨਹੀਂ ਹੋਣੀ ਚਾਹੀਦੀ, ਪਰ ਜਾਂ ਤਾਂ ਸਾਰੀਆਂ ਟੋਟਲੀ ਜਥੇਬੰਦੀਆਂ, ਆਪਣੀਆਂ ਪਾਰਟੀਆਂ, ਜਿਹੜੀਆਂ ਸਿਆਸੀ ਪਾਰਟੀਆਂ, ਪੂਰੇ ਭਾਰਤੀਆਂ ਪਾਰਟੀਆਂ ਇੱਕ ਵਾਰੀ ਬਾਈਕਾਟ ਕਰ ਲੈਣ ਕਿ ਅਸੀਂ ਕਿਸੇ ਇਲੈਕਸ਼ਨ, ਨਾ ਅਸੀਂ ਇਲੈਕਸ਼ਨ ਲੜਨੀ ਤੇ ਨਾ ਅਸੀਂ ਇਲੈਕਸ਼ਨ ਹੋਣ ਦੇਣੀ, ਜੇ ਮਸ਼ੀਨਾਂ ਨਾਲ ਕਰਾਉਣੀ ਆ। ਫਿਰ ਇਹ ਕੁਝ ਹੋ ਸਕਦਾ। ਜਿੰਨੇ ਚਿਰ ਹੁਣ ਇਹਨਾਂ ਦੇ ਪੈਰ ਥੱਲੇ ਬਟੇਰਾ ਆ, ਅਗਲੇ ਤਾਂ ਆਪਣਾ ਉੱਲੂ ਸਿੱਧਾ ਕਰੀ ਜਾਂਦੇ ਕਿ ਨਹੀਂ। ਜਿਸ ਮੁਲਕ ਦੇ ਵਿੱਚ ਬਣੀਆਂ ਮਸ਼ੀਨਾਂ ਉਹ ਤਾਂ ਇਹਨੂੰ ਯੂਜ਼ ਕਰ ਨਹੀਂ ਰਹੇ। ਉਹ ਕਹਿੰਦੇ ਜਾਪਾਨ ਵਾਲੇ, ਨਹੀਂ, ਇਹ ਜਾਪਾਨ ਵਾਲੇ ਉਹ ਯੂਜ਼ ਕਰ ਨਹੀਂ ਰਹੇ, ਤੇ ਹੋਰ ਮੁਲਕਾਂ ਨੂੰ ਜਿਹਨੇ ਬਣਾ ਕੇ ਦਿੱਤੀਆਂ ਤੇ ਉਹ ਯੂਜ਼ ਕਰ ਰਹੇ ਆ। ਤੇ ਹੁਣ ਜੇ ਆਪਾਂ ਜਿੱਦਾਂ ਤੁਸੀਂ ਕਹਿੰਦੇ ਕਹਿੰਦੇ ਵੀ ਜਦੋਂ ਅਕਾਲੀ ਵੀ ਅੱਗੇ ਡਬਲ ਜਿੱਤੇ, ਇਹਦਾ ਮਤਲਬ ਉਹ ਵੀ ਮਸ਼ੀਨਾਂ ਨਾਲ ਜਿੱਤੇ। ਮੋਦੀ ਵਾਲਾ ਕੰਮ ਤਾਂ ਚਲੋ ਨਾ ਯਾਰ, ਕੀ ਸਾਲਾ ਕਹਿੰਦੇ ਆਵਾਜ਼ ਉੱਚਾ ਹੈ ਕਿ ਕਿਹੜੀ ਚੀਜ਼ ਦੀ ਸੁਧਾਰ ਲਓਗੇ, ਹੈ ਨਾ। ਪਰ ਇਹ ਵੈਸੇ ਕੁਝ ਵੀ ਨਹੀਂ ਸੁਧਾਰ ਸਕਦੇ। ਜਿਹੜਾ ਵਿਰੋਧੀ ਪਾਰਟੀ ਦਾ ਕੋਈ ਵੀ ਆਗੂ ਆ, ਜੇ ਵਿਰੋਧੀ ਪਾਰਟੀ ਦਾ ਕੋਈ ਆਗੂ, ਕੋਈ ਲੀਡਰ ਇਹਨਾਂ ਦੇ ਵਿਰੋਧ 'ਚ ਬੋਲਦਾ, ਉਹਦੇ ਘਰ ਈਡੀ ਵਾਲੇ ਆ ਜਾਂਦੇ ਆ, ਉਹਦੇ ਘਰ ਟੈਕਸ ਵਾਲੇ ਛਾਪਾ ਮਾਰ ਦਿੰਦੇ ਆ, ਜਾਂ ਉਹਦੇ ਨਿਆਣੇ ਨੂੰ ਚੱਕ ਲੈਂਦੇ ਆ, ਜਾਂ ਉਹਨਾਂ ਨੂੰ ਤੰਗ ਕਰ ਦਿੰਦੇ ਆ ਕਿ ਭਾਈ ਤੁਹਾਡੇ ਤੇ ਏਦਾਂ ਹੋ ਗਿਆ। ਅਗਲਾ ਡਰਦਾ ਲੀਡਰ ਜਾਂ ਇਹਨਾਂ ਨਾਲ ਰਲ ਜਾਂਦਾ ਜਾਂ ਉਹ ਚੁੱਪ ਕਰ ਜਾਂਦਾ। ਕਿ ਇਹੋ ਜਿਹੀਆਂ ਗਤੀਵਿਧੀਆਂ ਆ ਕਿ ਇਹਨਾਂ ਨਾਲ ਭਾਰਤ ਦੀ ਜੋ ਦੁਨੀਆ ਦੇ ਵਿੱਚ ਛਵੀ ਬਣਨੀ ਚਾਹੀਦੀ ਸੀ, ਉਹਨੂੰ ਠੇਸ ਨਹੀਂ ਪੁੱਜਦੀ। ਮੰਡੇਰ ਸਾਹਿਬ ਤਦੀ ਕਹਿੰਦੇ ਵੀ ਹੁਣ ਇਹ ਕੋਈ ਲੋਕਤੰਤਰ ਰਾਜ ਨਹੀਂ ਹੈਗਾ, ਇਹ ਡਿਕਟੇਟਰਸ਼ਿਪ ਰਾਜ ਚੱਲ ਰਿਹਾ ਇਸ ਵੇਲੇ, ਜੋ ਇਹਨਾਂ ਦੀ ਮਰਜ਼ੀ ਆ ਉਹ ਕਰਦੇ। ਰੰਧਾਵਾ ਸਾਹਿਬ, ਇੱਕ ਚੀਜ਼ ਮੈਂ ਪੰਜਾਬ 'ਚ ਬੜੀ ਦੇਖ ਕੇ ਆਇਆ ਕਿ ਜਿੱਥੇ ਪੰਜਾਬ ਦੇ ਵਿੱਚ ਜ਼ਮੀਨਾਂ, ਚਲੋ ਪਲਾਟ ਤੇ ਹਜੇ ਨਹੀਂ ਵਿਕਦੇ, ਲੇਕਿਨ ਜ਼ਮੀਨਾਂ ਦੀ ਜਿਹੜੀ ਵਿਕਰੀ ਆ ਦੁਆਰੇ ਸ਼ੁਰੂ ਹੋਈ ਆ, 15-16 ਲੱਖ ਤੋਂ ਲੈ ਕੇ ਹੁਣ 23-24 ਲੱਖ ਤੱਕ ਜ਼ਮੀਨਾਂ ਦੇ ਰੇਟ ਜਿਹੜੇ ਚੱਲ ਗਏ। ਲੇਕਿਨ ਉਹ ਜ਼ਮੀਨਾਂ ਕੌਣ ਖਰੀਦ ਰਿਹਾ? ਜਾਂ ਤਾਂ ਹਰਿਆਣੇ 'ਚੋਂ ਆਣ ਕੇ ਖਰੀਦ ਰਿਹਾ ਪੰਜਾਬੀ, ਜਾਂ ਯੂਪੀ 'ਚੋਂ ਆਣ ਕੇ ਖਰੀਦ ਰਹੇ ਆ। ਕੀ ਉਹਨਾਂ ਦੇ ਕਾਰਨ ਇਹੀ ਹੈ ਕਿ ਉਹ ਸੋਚਦੇ ਕਿ ਮੋਦੀ ਨੇ ਕੱਲ ਨੂੰ ਕੀ ਪਤਾ ਸਾਡਾ ਕੀ ਹਸ਼ਰ ਕਰਨਾ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਜੀ ਬਲਿਹਾਰ ਸਿੰਘ ਜੀ, ਗੱਲ ਪਤਾ ਕੀ ਆ, ਜਦੋਂ ਹੁਣ ਆਪਾਂ 84 ਦਾ ਕਾਂਡ ਹੋਇਆ ਤਾਂ ਆਪਾਂ ਸਾਰੇ ਸਾਡੇ ਚਾਚਾ ਖੁਦ ਸਾਡਾ ਆਪੜ ਦੇ ਵਿੱਚ ਆਪਣੀ ਕੋਠੀ ਬਣਾ ਕੇ ਬੈਠਾ ਸੀ ਵੀ ਮੈਂ ਜਾਣਾ ਹੀ ਨਹੀਂ ਪਿੰਡ। ਜਦੋਂ 84 ਕਾਂਡ ਹੋਇਆ ਛੱਡ ਕੇ ਦੌੜਨਾ ਪਿਆ, ਸਾਰਾ ਕੁਝ ਉਦਾਂ ਹੀ ਛੱਡ ਕੇ ਆ ਗਿਆ, ਕੋਠੀ ਵੀ ਭੰਗਦੇ ਭਾਲੇ ਛੱਡੀ। ਇਹਨਾਂ ਗੱਲਾਂ ਉਸ ਹੁਲੀਏ ਨੂੰ ਦੇਖ ਕੇ ਲੋਕ ਜਿਹੜੇ ਅੱਜ ਡਰਦੇ ਆ, ਸਾਡੇ ਭਾਵੇਂ ਪੰਜਾਬੀ ਕਿੰਨੇ ਵੀ ਫਾਰਮਾਂ ਦੇ ਮਾਲਕ ਉੱਥੇ ਬਾਹਰ ਬੈਠੇ ਆ ਸੂਬਿਆਂ ਦੇ ਵਿੱਚ। ਹੁਣ ਰਾਜਸਥਾਨ ਗੰਗਾ ਨਗਰ ਚਲ ਜਾਓ, ਯੂਪੀ ਦੇ ਵਿੱਚ ਤਰਾਈ ਦਾ ਏਰੀਆ, ਬਰੇਲੀ ਦਾ ਏਰੀਆ, ਇੱਧਰ ਵੱਡਾ ਏਰੀਆ, ਇਹ ਸਾਰਾ ਪੰਜਾਬੀਆਂ ਦੇ ਥੱਲੇ ਆ। ਪਰ ਲੋਕ ਉੱਥੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਵੀ ਸਾਡੇ ਨਾਲ ਕਦੀ ਵੀ ਕੁਝ ਹੋ ਸਕਦਾ। ਇਸੇ ਕਰਕੇ ਲੋਕ ਉੱਥੋਂ ਵੇਚ ਕੇ ਹਰਿਆਣੇ ਦੇ ਵਿੱਚੋਂ, ਪੰਜਾਬ ਦੇ ਵਿੱਚ, ਯੂਪੀ ਚੋਂ ਵੇਚ ਕੇ ਪੰਜਾਬ ਦੇ ਵਿੱਚ ਜ਼ਮੀਨਾਂ, ਤਦੇ ਹੁਣ ਜ਼ਮੀਨਾਂ ਦਾ ਰੇਟ ਮੁੜ ਕੇ ਚੜਿਆ। ਖੇਤ ਮੈਂ ਆਪ ਖੁਦ ਦੇਖਿਆ, 2-3 ਬੰਦੇ ਮੇਰੇ ਕੋਲ ਉੱਥੇ ਮੇਰੇ ਕੰਟਰੈਕਟ 'ਚ ਇੱਦਾਂ ਆਏ ਸੀ ਜਿਨ੍ਹਾਂ ਨੇ ਯੂਪੀ ਤੋਂ ਜ਼ਮੀਨ ਵੇਚ ਕੇ ਤੇ ਉੱਥੇ ਪੰਜਾਬ 'ਚ ਖਰੀਦੀ। ਕਹਿੰਦੇ ਚਲੋ ਇੰਨਾ ਤਾਂ ਹੈਗਾ ਤੇ ਪੰਜਾਬ ਦੇ ਵਿੱਚ ਅਸੀਂ ਆ ਗਏ ਹਾਂ। ਇਹ ਕਰਕੇ ਉਹ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਕੋਈ ਵੀ। ਦੂਜੀ ਗੱਲ ਇਹ ਆ ਬਲਿਹਾਰ ਸਿੰਘ ਜੀ, ਜਿਹੜੀ ਬੀਜੇਪੀ ਦੀ ਗੱਲ ਆਪਾਂ ਕਰਦੇ ਹਾਂ, ਬੀਜੇਪੀ ਦੀ ਗੱਲ ਇਹ ਆ ਵੀ ਇਹਨਾਂ ਦੀ ਬਹੁਮਤ ਆ, ਇਹਨਾਂ ਦਾ ਰਾਸ਼ਟਰਪਤੀ ਆ। ਅੱਗੇ ਹੁੰਦੀ ਸੀ ਲੰਗੜੀ ਸਰਕਾਰ, ਜਾਂ ਥੋੜੇ ਬਹੁਤੇ MLA MP ਹੋਰ ਕਿਸੇ ਸਰਕਾਰਾਂ ਦੇ ਨਾਲ ਲੈ ਕੇ ਸਰਕਾਰ ਬਣਦੀ ਸੀ, ਤੇ ਉਹ ਲੱਤ ਖਿੱਚ ਜਾਂਦੇ ਸੀ ਵਿੱਚੋਂ
ਕਿਉਂਕਿ ਚੌਥੀ ਲੱਤ ਉਹਨਾਂ ਦੀ ਹੁੰਦੀ ਸੀ। ਹੁਣ ਚਾਰੇ ਇਹਨਾਂ ਦੀਆਂ ਆ, ਇਹ ਮਰਜ਼ੀਆਂ ਕਰਦੇ ਤਦੇ ਹੀ। ਰਾਸ਼ਟਰਪਤੀ ਇਹਨਾਂ ਦਾ ਆ, ਜੋ ਰਾਸ਼ਟਰਪਤੀ ਨੂੰ ਘੁਰਕੀ ਲਾਉਂਦਾ ਮੋਦੀ ਉਹੀ ਰਾਸ਼ਟਰਪਤੀ ਨੇ ਕਹਿਣਾ, ਜੋ ਖੇਤੀਬਾੜੀ ਮੰਤਰੀ ਨੂੰ ਕਹਿਣਾ ਉਹੀ ਖੇਤੀਬਾੜੀ। ਹੁਣ 11 ਵਾਰੀ ਗੱਲਾਂ ਹੋਈਆਂ, ਜਦੋਂ ਗੱਲ ਕਲੋਜ਼ ਬਾਈ ਕਲੋਜ਼ ਚੱਲਦੀ ਸੀ ਉਹਨਾਂ ਦੀ ਕਿਸਾਨਾਂ ਦੇ ਨਾਲ, ਤਾਂ ਉਹ ਉੱਠ ਕੇ ਬਾਹਰ ਜਾ ਕੇ ਫੋਨ ਕਰਕੇ ਪੁੱਛਦਾ ਸੀ ਜੀ ਆਹ ਗੱਲ ਕਹਿੰਦੇ ਆ, ਇਹਦੀ ਕਿੱਦਾਂ ਕਰਾਂ, ਉਹ ਫੇਰ ਆਣ ਕੇ ਜਵਾਬ ਦੇ ਦਿੰਦਾ ਸੀ। ਤੁਸੀਂ ਦੇਖੋ ਭਈ ਇਹਦਾ ਮਤਲਬ ਮੋਦੀ ਤੇ ਅਹਿਮਦ ਸ਼ਾਹ ਦੋ ਹੀ ਬੰਦੇ ਸਰਕਾਰ ਨੂੰ ਚਲਾ ਰਹੇ ਆ, ਹੋਰ ਕੋਈ ਬੰਦਾ ਵੀ ਇਹਨਾਂ ਦੇ ਵਿੱਚ ਹੈ ਨਹੀਂ। ਵੱਡੇ ਵੱਡੇ ਮੰਤਰੀ ਇਹਨਾਂ ਦੇ ਜਿਹੜੇ ਲੀਡਰ ਸੀ ਪਹਿਲੇ, ਜਿੱਦਾਂ ਅਡਾਨੀ ਸੀ, ਅਡਵਾਨੀ, ਇਹਨਾਂ ਨੇ ਖੂੰਜੇ ਅਡਵਾਨੀ ਲਾਤੇ। ਸੀ, ਵਾਜਪਾਈ ਵਰਗੇ ਸੀਗੇ, ਜਾਂ ਹੋਰ ਕਿੰਨੇ ਜਿਹੜੇ ਵਾਜਪਾਈ ਖੂੰਜੇ ਸੀ, ਲੈ ਲਾਤੇ ਨਹੀਂ। ਜਸਵੰਤ ਸਿੰਘ ਸੀਗਾ ਜਿਹੜਾ ਸੈਨਾਪਤੀ ਵੀ ਰਿਹਾ, ਉਹ ਵੀ ਸਾਰੇ ਇਹਨਾਂ ਨੇ, ਜਿੰਨੇ ਵੀ ਸਾਰੇ ਇਹਨਾਂ ਨੇ ਖੂੰਜੇ ਲਾਤੇ ਜੀ। ਉਹ ਵੱਡੇ ਵੱਡੇ ਮੰਤਰੀ ਕਿੱਥੇ ਆ? ਤੁਸੀਂ ਸਰਕਾਰ, ਆਪਾਂ ਇਹਨੂੰ ਬੀਜੇਪੀ ਦੀ ਕਹਿੰਦੇ, ਬੀਜੇਪੀ ਦੀ ਸਰਕਾਰ ਥੋੜੀ ਆ, ਇਹ ਤਾਂ ਮੋਦੀ ਦੀ ਸਰਕਾਰ ਆ। ਤੁਸੀਂ ਮੋਦੀ ਦੀ ਸਰਕਾਰ ਕਹੋ, ਇਹਨੂੰ ਬੀਜੇਪੀ ਦੀ ਸਰਕਾਰ ਨਾ ਕਹੋ। ਬੀਜੇਪੀ ਦੇ ਵਿੱਚ ਵੀ ਕੁਝ ਬੰਦੇ ਚੰਗੇ ਹੋਣਗੇ, ਪਰ ਉਹ ਵਿਚਾਰੇ ਸਿਰ ਨੀਵਾਂ ਕਰਕੇ ਬੈਠੇ ਆ, ਬੋਲ ਹੀ ਨਹੀਂ ਸਕਦੇ। ਜਿਹੜੇ ਚੰਦ ਬੰਦੇ ਗਰੇਵਾਲ ਵਰਗੇ ਰੌਲੀ ਪਾਉਂਦੇ ਆ, ਇਹ ਤਾਂ ਕਮਲਾ ਗਰੇਵਾਲ ਆ ਜਿਹੜਾ ਰੌਲੀ ਪਾਉਣ ਡਿਆ ਆ। ਇਹਨੇ ਕੱਲ ਨੂੰ ਪੰਜਾਬ 'ਚ ਰਹਿਣਾ, ਸਦਾ ਸਾਰਾ ਕੁਝ ਪੰਜਾਬੀਆਂ ਦੇ ਨਾਲ ਵਰਤਣਾ, ਤੇ ਤੂੰ ਪੰਗੇ ਲੈਣ ਡਿਆ ਕਿਸਾਨਾਂ ਦੇ ਨਾਲ। ਕੀ ਲੋੜ ਆ ਤੈਨੂੰ ਇਹਨਾਂ ਗੱਲਾਂ ਦੀ ਕਰਨ ਦੀ? ਤੂੰ ਵੀ ਚੁੱਪ ਬੈਠਾ ਰਹਿ ਜਿੱਥੇ ਇੰਨੇ ਲੀਡਰ ਬੈਠੇ ਆ। ਨਹੀਂ ਜੀ, ਕਾਨੂੰਨ ਬੜੇ ਚੰਗੇ ਆ, ਕਾਨੂੰਨ ਬੜੇ ਚੰਗੇ ਆ। ਜੇ ਤੈਨੂੰ ਚੰਗੇ ਲੱਗਦੇ ਭਾਈ ਤੂੰ ਰੱਖ ਲਾ, ਜਿਨ੍ਹਾਂ ਨੂੰ ਨਹੀਂ ਚੰਗੇ ਤੁਸੀਂ ਮੱਲੋ ਮੱਲੀ ਇਹ ਜਿਹੜਾ ਕਰਿਆਟੀ ਦਾ ਕੜਾਹ ਬਣਾ ਕੇ ਕਿਸਾਨਾਂ ਨੂੰ ਖਿਲਾਉਣ ਲੱਗੇ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦਾ, ਤੁਸੀਂ ਆਪਣਾ ਕਰੋ, ਬਿਲਕੁਲ। ਤੇ ਸਾਨੂੰ ਨਹੀਂ ਇਹ ਚੰਗਾ ਤੁਹਾਡਾ ਚਾਹੀਦਾ, ਤੁਸੀਂ ਆਪਣਾ ਰੱਖ ਲਓ। ਯਾਰ ਜਦ ਉਹਨਾਂ ਨੂੰ ਚਾਹੀਦਾ ਨਹੀਂ ਵੀ ਚੰਗੇ ਨਹੀਂ, ਤਾਂ ਤੁਸੀਂ ਕਿਉਂ ਮੱਲੋ ਮੱਲੀ ਉਹਨਾਂ ਦੇ ਮੂੰਹ 'ਚ ਪਾਉਂਦੇ? ਇਹ ਗੱਲਾਂ ਸਾਰੀਆਂ ਇਹਨਾਂ ਦੀਆਂ ਬੀਜੇਪੀ ਦੀਆਂ ਸ਼ਰਾਰਤਾਂ ਆ, ਗੁੰਡਾਗਰਦੀ ਹੋ ਰਹੀ ਆ। ਕੁਛ ਕੀ ਕਹਿ ਸਕਦੇ ਬਲਿਹਾਰ ਸਿੰਘ ਜੀ? ਹੁਣ ਦੇ ਲਓ 1.5 ਸਾਲ ਤਾਂ ਹੋ ਗਿਆ ਆਪਾਂ ਨੂੰ ਇਹ ਗੱਲਾਂ ਕਰਦਿਆਂ ਨੂੰ, ਪਰ ਉਹਦੇ ਤੇ ਜੂੰ ਨਹੀਂ ਸਰਕੀ ਹਾਲੇ ਤੱਕ ਵੀ। ਨੇ ਮੈਂ ਰੰਧਾਵਾ ਸਾਹਿਬ ਤੁਹਾਡੇ ਸਾਹਮਣੇ 3 ਹਫ਼ਤੇ ਲਾ ਕੇ ਆਇਆ ਪੰਜਾਬ ਦੀ ਧਰਤੀ ਤੇ। ਮੰਡੇਰ ਸਾਹਿਬ ਉੱਥੇ ਰੇਹੜੀਆਂ ਵਾਲੇ ਲੈ ਲਾ, ਸਬਜ਼ੀ ਮੰਡੀ 'ਚ ਦੇਖ ਲਓ, ਕੱਪੜੇ ਦੇ ਦੁਕਾਨਾਂ ਵਾਲੇ ਲੈ ਲਾ, ਕੋਈ ਮਜ਼ਦੂਰ ਆ, ਕੋਈ ਪੇਂਡੂ ਆ, ਕੋਈ ਸ਼ਹਿਰੀ ਆ, ਕੋਈ ਕਸਬੇ ਵਾਲਾ, ਉਹ ਸਾਰੀ ਗੱਲ ਕਹਿੰਦੇ ਆ ਕਿ ਇਹ ਧੱਕਾਸ਼ਾਹੀ ਕਰ ਰਹੇ ਆ। ਇਹ ਕਾਨੂੰਨ ਜੇ ਅਗਲ ਕਿਸਾਨਾਂ ਦੀਆਂ ਜ਼ਮੀਨਾਂ ਚੱਲ ਗਈਆਂ ਤੇ ਸ਼ਹਿਰਾਂ ਦੀਆਂ ਕੋਠੀਆਂ ਵੀ ਰੋਕੋ ਨਹੀਂ ਬਚਣੀਆਂ। ਜਿਹੜੇ ਛੋਟੀ ਛੋਟੀਆਂ ਚਾਹ ਦੀਆਂ ਦੁਕਾਨਾਂ ਚਲਾ ਕੇ ਆਪਣੇ ਪਰਿਵਾਰ ਪਾਲਦੇ ਆ, ਜਿਹੜੇ ਹੋਰ ਮਜ਼ਦੂਰੀ ਕਰਦੇ, ਕੱਪੜੇ ਨਿੱਕੇ ਨਿੱਕੇ ਦੁਕਾਨਾਂ ਬਣਾਉਂਦੇ ਆ, ਰੇਹੜੀਆਂ ਲਾਉਂਦੇ ਆ ਜਾਂ ਕੁਛ ਕਰਦੇ ਆ, ਉਹ ਸਾਰੇ ਕਰਲਾ ਕਰਨ ਡਏ ਆ। ਲੇਕਿਨ ਫਿਰ ਵੀ ਉਹ ਪ੍ਰਮਾਤਮਾ ਦੇ ਘਰ 'ਚ ਹਜੇ ਕੋਈ ਸੁਣਵਾਈ ਨਹੀਂ ਹੋ ਰਹੀ। ਮੰਡੇਰ ਸਾਹਿਬ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕੀ ਸੁਣਵਾਈ ਇੱਕ ਦਿਨ ਜ਼ਰੂਰ ਹੋਊਗੀ? ਦੇਖੋ, ਇਹ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ, ਹਰ ਇੱਕ ਬਿਜ਼ਨਸ ਜਿਹੜਾ ਨਾ ਇੱਕ ਦੂਸਰੇ ਬਿਜ਼ਨਸ ਦੇ ਨਾਲ ਲਿੰਕ ਆ। ਜੇ ਪਹਿਲਾਂ ਕਿਸਾਨਾਂ ਦੇ ਵਿੱਚ ਕੋਲ ਜ਼ਮੀਨ ਦੇ ਵਿੱਚੋਂ ਕੋਈ ਫਸਲ ਆਉਂਦੀ ਆ, ਉਹਦੇ ਪਹਿਲਾਂ ਮਜ਼ਦੂਰ ਨਾਲ ਕੰਮ ਕਰਾਉਂਦੇ ਆ, ਫਿਰ ਸ਼ਹਿਰ ਲੈ ਕੇ ਜਾਂਦੇ ਆ, ਉਹਨਾਂ ਮਤਲਬ ਗਾਂਹ ਦੀ ਗਾਂਹ ਏਦਾਂ ਲਿੰਕ ਬਣੇ ਹੋਏ ਆ। ਜੇ ਇੱਕਦਮ ਕਿਸਾਨੀ ਜਿੱਦਾਂ ਖੇਤੀਬਾੜੀ ਮੇਨ ਆਪਣਾ ਕਿੱਤਾ ਤਾਂ ਖੇਤੀਬਾੜੀ ਦਾ ਹੀ ਹੈ ਨਾ ਪੰਜਾਬੀਆਂ ਦਾ, ਜਿਹੜੇ ਪੰਜਾਬ ਦੇ ਵਿੱਚ ਜਿੱਦਾਂ। ਤੇ ਜਿੱਦਾਂ ਤੁਸੀਂ ਹੁਣ ਮੈਂ ਤਾਂ ਗੱਲ ਵੀ ਤੁਹਾਡੇ ਕੋਲੋਂ ਅੱਜ ਹੀ ਸੁਣੀ ਆ ਵੀ ਜ਼ਮੀਨਾਂ ਦੇ ਭਾਅ ਤੁਸੀਂ ਕਹਿੰਦੇ ਇੱਕਦਮ ਹੀ ਵੱਧ ਗਏ ਆ। ਮੈਂ ਦੇਖ ਕੇ ਆਇਆ ਮਹਾਰਾਜ। ਹਾਂਜੀ, ਮੈਂ ਆਪ ਦੇਖ ਕੇ ਕਿਤੇ ਇਹਦੇ ਪਿੱਛੇ ਵੀ ਤਾਂ ਨਹੀਂ ਏਦਾਂ ਵਡਾਨੀ ਵੀ ਓਦਾਂ ਦੇ ਮੰਨਦੇ ਨਹੀਂ ਵੀ ਖਰੀਦ ਹੀ ਲਓ ਸਾਰਾ ਕੁਝ ਜੋ ਕੁਝ ਹੈਗਾ ਇਹਨਾਂ ਕੋਲੋਂ। ਨਹੀਂ, ਉਹ ਜਿਹੜੀ ਜ਼ਮੀਨਾਂ ਹੁਣ ਸਾਡੇ ਪਿੰਡ ਦੀ 3-4 ਟੱਕ ਵਿਕੇ, ਵਧੀਆ ਟੱਕ ਵਿਕੇ, ਏਦਾਂ ਦੀ ਗੱਲ ਨਹੀਂ ਕੋਈ। ਲੇਕਿਨ ਪਹਿਲਾਂ ਉਹੀ ਜ਼ਮੀਨ ਦਾ ਰੇਟ 11-12 ਤੇ ਆ ਗਿਆ ਸੀਗਾ, ਫਿਰ 14 ਤੇ ਚੱਲ ਗਿਆ, ਹੌਲੀ ਹੌਲੀ ਕਰਦਾ। ਆ ਜਦੋਂ ਹੁਣ ਹਰਿਆਣੇ ਚੋਂ ਆਉਂਦੇ ਮੇਰੇ ਸਾਹਮਣੇ ਆਏ ਮਹਾਰਾਜ, ਜਿਹੜੇ ਉਹ ਬੰਦਿਆਂ ਨੇ ਕਿਹਾ ਦੱਸੋ ਕੀ ਲੈਣਾ ਤੁਸੀਂ, ਕਿੰਨੇ ਲੱਖ ਬਿਆਨਾ ਲੈਣਾ, ਕਿੰਨੇ ਲੱਖ ਸਾਈ ਫੜਨੀ ਆ। ਲੇਕਿਨ ਅਸੀਂ ਉੱਥੋਂ ਨਹੀਂ, ਅਸੀਂ ਉੱਥੋਂ ਹਰਿਆਣੇ ਚੋਂ ਆਏ ਆ ਜਾਂ ਯੂਪੀ ਚੋਂ ਆਏ ਆ, ਅਸੀਂ ਆਪਣਾ ਸਾਰਾ ਕੁਝ ਛੱਡ ਕੇ ਇੱਥੇ ਆ ਰਹੇ ਆ। ਸਿਰਫ ਉਹਨਾਂ ਦੀ ਇਹ ਆਪਣੇ ਮੂੰਹ ਦੀ ਗੱਲ ਸੀ ਕਿ ਪਤਾ ਨਹੀਂ ਕੱਲ ਨੂੰ ਕੀ ਹੋਣਾ। ਇੱਕ ਦੇਸ਼ ਵਿੱਚ ਰਹਿਣ ਵਾਲੇ, ਉਸੇ ਦੇਸ਼ ਦੇ ਵਾਸੀ ਇਹ ਗੱਲ ਕਹਿਣ ਕਿ ਅਸੀਂ ਉੱਥੇ ਸੇਫ ਨਹੀਂ, ਤੇ ਫਿਰ ਕੌਣ ਸੇਫ ਹੋਊਗਾ? ਹੁਣ ਆਪਾਂ ਇੱਥੇ ਰਹਿੰਦੇ ਇੰਗਲੈਂਡ ਦੀ ਧਰਤੀ ਤੇ, ਆਪਾਂ ਆਪਣਿਆਂ ਨੂੰ ਸੇਫ ਮਹਿਸੂਸ ਕਰਦੇ ਕਿ ਨਹੀਂ? ਹਾਂਜੀ, ਚਾਹੇ ਆਪਾਂ ਕਿਤੇ ਰਹਿੰਦੇ ਹੋਈਏ, ਆਪਾਂ ਸੇਫ ਤਾਂ ਮਹਿਸੂਸ ਕਰਦੇ ਹੀ ਆ। ਪਰ ਫਿਰ ਵੀ ਰਹਿਣਾ ਤਾਂ ਪੈਣਾ ਹੀ ਆ ਕਿਤੇ ਨਾ ਕਿਤੇ। ਹੋ ਸਕਦਾ ਹਰਿਆਣੇ ਦੇ ਵਿੱਚ ਜ਼ਮੀਨ ਦਾ ਰੇਟ ਆਪਣੇ ਨਾਲ ਜ਼ਿਆਦਾ ਹੋਵੇ, ਉੱਥੋਂ ਵੇਚ ਕੇ ਅਗੇ ਇੱਧਰ ਉੱਥੇ ਥੋੜਾ ਜਿਹਾ ਜ਼ਿਆਦਾ ਆ। ਉਹ ਬੰਦਿਆਂ ਨੇ ਜਿਹਨਾਂ ਨੇ ਸਾਡੇ ਲਾਗੇ ਜ਼ਮੀਨਾਂ ਲਈਆਂ, ਸਾਡੇ ਪਿੰਡ ਜਾਂ ਨਾਲ ਦੇ ਪਿੰਡਾਂ 'ਚ, ਉਹ ਕਹਿੰਦੇ ਉੱਥੇ 25-30 ਲੱਖ ਨੂੰ ਵੇਚ ਕੇ ਅਸੀਂ ਚਾਹੁੰਦੇ 18-19 ਨੂੰ ਇੱਥੇ ਮਿਲ ਜਾਈਏ। ਜੇ 10 ਖੱਤੇ ਵੇਚਾਂਗੇ 13-14 ਖੱਤੇ ਇੱਥੇ ਬਣ ਜਾਣਗੇ। ਸੋ ਇਹ ਜੀ ਮੈਂ ਤੁਹਾਡਾ ਦੋਨਾਂ ਦਾ ਧੰਨਵਾਦ ਕਰਦਾ, ਕਿਉਂਕਿ ਆਪਣਾ ਸਮਾਂ ਆਪਾਂ ਦੇਖਿਆ ਨਹੀਂ, ਆਪਣੀ ਰਫਤਾਰੇ ਤੁਰਿਆ ਗਿਆ। ਉਹ ਤਾਂ ਹੁਣ ਜਦੋਂ ਸਟੂਡੀਓ ਵਾਲਿਆਂ ਨੇ ਦੱਸਿਆ ਭਾਈ ਤੁਹਾਡਾ ਸਮਾਂ ਸਮਾਪਤ ਹੋ ਗਿਆ,
ਸੋ ਮੈਂ ਅਗਲੇ ਹਫਤੇ ਆਪਾਂ ਫਿਰ ਰੂਬਰੂ ਹੋਵਾਂਗੇ ਤੁਹਾਡੇ, ਕੋਸ਼ਿਸ਼ ਕਰਾਂਗੇ ਕਿ ਨਾਲ ਆਪਾਂ ਪੰਜਾਬ ਦੀ ਧਰਤੀ ਤੋਂ ਕਿਸੇ ਨੂੰ ਲੈਣ ਦੀ ਕੋਸ਼ਿਸ਼ ਕਰੀਏ। ਲੇਕਿਨ ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹਾਂਗਾ, ਜੋ ਦਰਿੰਦਗੀ ਦਾ ਨੰਗਾ ਨਾਚ ਲਖੀਮਪੁਰ ਖੀਰੀ ਦੇ ਵਿੱਚ ਹੋਇਆ, ਉਹ ਕਿਤੇ ਹੋਰ ਨਾ ਵਾਪਰੇ। ਕਿਤੇ ਇਹ ਨਾ ਹੋਵੇ ਕਿ ਪੰਜਾਬੀਆਂ ਨੂੰ ਮੁੜ ਹਥਿਆਰ ਚੱਕਣੇ ਪੈਣ, ਕਿਤੇ ਇਹ ਜਿਹੜੇ ਸੱਪਾਂ ਦੀਆਂ ਸਿਰੀਆਂ ਨੰਗੇ ਪੈਰਾਂ ਨਾਲ ਮਿੱਧ ਸਕਦੇ ਆ, ਉਹ ਮੋਦੀ ਜਾਂ ਮੋਦੀ ਦੇ ਚਮਚਿਆਂ ਨੂੰ ਜਦੋਂ ਮਰਜ਼ੀ ਲਤਾੜਨ ਦੀ ਹਿੰਮਤ ਰੱਖਦੇ ਆ। ਲੇਕਿਨ ਅੱਜ ਵੀ ਉਹ ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦਿੰਦੇ ਆ, ਆਉਣ ਵਾਲੇ ਕੱਲ ਨੂੰ ਵੀ ਉਹ ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਣਗੇ ਕਿ ਨੀਵੇਂ ਹੋ ਕੇ ਚੱਲਣਾ, ਹੱਕ ਸੱਚ ਦੀ ਖਾਣੀ, ਹੱਕ ਸੱਚ ਵਿੱਚ ਰਹਿਣਾ, ਤੇ ਮਿੱਠ ਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਉਹ ਇਸੇ ਕਰਕੇ ਅਜੇ ਤੱਕ ਕਾਮਯਾਬ ਨੇ ਆਪਣੇ ਸੰਘਰਸ਼ ਵਿੱਚ। ਸੋ ਇਸੇ ਤਰ੍ਹਾਂ ਬਾਬਾ ਨਾਨਕ ਉਹਨਾਂ ਨੂੰ ਕਾਮਯਾਬੀ ਬਖਸ਼ੇ, ਛੇਤੀ ਤੋਂ ਛੇਤੀ ਜਿਹੜਾ ਸੰਘਰਸ਼ ਹੈ ਇਹ ਫਤਿਹ ਹੋ ਜਾਵੇ, ਜਿੱਤ ਇਹਨਾਂ ਦੀ ਝੋਲੀ ਵਿੱਚ ਪਵੇ, ਤਾਂ ਕਿ ਮੁੜ ਇਹੋ ਜਿਹੇ ਮੋਰਚੇ ਨਾ ਲਾਉਣੇ ਪੈਣ, ਮੁੜ ਇੱਦਾਂ ਦੀਆਂ ਜਾਨਾਂ ਨਾ ਗਵਾਉਣੀਆਂ ਪੈਣ, ਮੁੜ ਲੋਕੀ ਕਾਰਾਂ ਥੱਲੇ ਸਾਨੂੰ ਨਾ ਲਤਾੜਨ, ਜਾਂ ਸਾਨੂੰ ਬੱਟਿਆਂ ਨਾਲ ਜਾਂ ਕਿਸੇ ਹੋਰ ਤਰ੍ਹਾਂ ਜਲੀਲ ਕਰਕੇ ਨਾ ਸਾਨੂੰ ਮਾਰਨ। ਸੋ ਅਸੀਂ ਚੜ੍ਹਦੀ ਕਲਾ ਵਾਲੀ ਕੌਮ ਆ, ਚੜ੍ਹਦੀ ਕਲਾ 'ਚ ਰਹੀਏ। ਜਿੱਥੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਉੱਥੇ, ਕਿਉਂਕਿ ਆਪਣਾ ਭਲਾ ਤਾਂ ਹਰ ਕੋਈ ਮੰਗਦਾ, ਲੇਕਿਨ ਸਰਬੱਤ ਦਾ ਭਲਾ ਮੰਗਣ ਵਾਲੀ ਇੱਕੋ ਹੀ ਕੌਮ ਆ, ਉਹ ਸਿੱਖ ਕੌਮ ਆ। ਸੋ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਦੋ ਇਜਾਜ਼ਤ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।